रेडियो ਦੇ ਸਤਿਕਾਰਯੋਗ ਸਰੋਤੇ ਸਾਨੂੰ ਸਪੋਰਟ ਕੀਤਾ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਦੇ ਕੰਮ ਦੇ ਤਜਰਬੇ ਯਾਫਤਾ ਸੀਪੀਏ ਤਰਸੇਮ ਸਿੰਘ ਅਮਰੀਕਾ ਦੇ ਪੜ੍ਹੇ ਲਿਖੇ ਨੇ ਨਿਊਯਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ ਜਿਨ੍ਹਾਂ ਕੋਲੋਂ ਤੁਸੀਂ ਆਪਣੀ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ। ਰਿਟਰਨ ਸਰਵਿਸ ਦੇ ਨਾਲ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ ਇਮੀਗ੍ਰੇਸ਼ਨ ਦਾ ਕੋਈ ਕੇਸ ਅਪਲਾਈ ਕਰਨਾ ਮਸਲਨ ਗ੍ਰੀਨ ਕਾਰਡ ਵਰਕ ਪਰਮਿਟ ਸਪਾਊਸ ਕੇਸ ਦੇ ਪੇਪਰ ਫਾਈਲਿੰਗ ਦੇ ਵਾਸਤੇ ਕਾਲ ਕਰੋ। ਤਰਸੇਮ ਸਿੰਘ ਦਾ ਨੰਬਰ ਹੈ 484-764-9861 484-764-9861। ਸਾਡਾ ਜ਼ਿਕਰ ਕਰਨ ਤੇ ਹੋਰ ਐਪ ਮਿਲੇਗੀ ਕਿਉਂਕਿ ਆਪਣੇ ਪੁਰਾਣੇ ਸਰੋਤੇ ਹਰਬੰਸ ਸਿੰਘ ਗਿੱਲ ਨੇ ਉਹਨਾਂ ਦੇ ਬੇਟੇ ਨੇ ਤਰਸੇਮ ਸਿੰਘ ਗਿੱਲ ਸੋ ਸਾਡਾ ਜ਼ਿਕਰ ਕਰੋ ਰਿਆਇਤ ਮਿਲੇਗੀ। ਟਿਵਾਣਾ ਰੇਡੀਓ ਦੇ ਸਤਿਕਾਰਯੋਗ ਸਰੋਤੇ ਸਾਡੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਬਾਈ ਸੁਖੀ ਘੁੰਮਣ ਹੋਰਾਂ ਨੇ ਜਿਨ੍ਹਾਂ ਦਾ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ ਹੈ 2201 ਯੂਨੀਅਨ ਐਵਨਿਊ ਬੇਕਰਸਫੀਲਡ ਕੈਲੀਫੋਰਨੀਆ ਜ਼ਿਪ ਕੋਡ 93307। ਇਹ ਉਸੇ ਜਗ੍ਹਾ ਤੇ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ। ਇੰਡੀਅਨ ਰੈਸਟੋਰੈਂਟ ਦੇਸੀ ਘਿਓ ਦੇ ਪਰੌਂਠੇ ਦਹੀਂ ਦੇ ਨਾਲ ਬਹੁਤ ਲਜ਼ੀਜ਼ ਛਕਾਉਂਦੇ ਨੇ। ਇਹਨਾਂ ਦੀ ਵਿਸ਼ੇਸ਼ਤਾ ਇਸ ਤੋਂ ਇਲਾਵਾ ਹੋਰ ਭਾਰਤੀ ਵਿਦੇਸ਼ੀ ਖਾਣਿਆਂ ਦਾ ਇੱਥੇ ਤੁਸੀਂ ਆਨੰਦ ਲੈ ਸਕਦੇ ਹੋ। ਯੂਨੀਅਨ ਵਿਲੇਜ ਟਰੱਕ ਸਟਾਪ ਤੇ ਤੁਸੀਂ ਟਰੱਕ ਵਾਸ਼ ਕਰਾ ਸਕਦੇ ਹੋ ਡੀਜ਼ਲ ਪਵਾ ਸਕਦੇ ਹੋ ਤੇ ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ 661-304-7500 ਰੇਡੀਓ ਦੇ ਸਤਿਕਾਰਯੋਗ ਸਰੋਤੇ ਸਾਨੂੰ ਸਪੋਰਟ ਕੀਤਾ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਦੇ ਕੰਮ ਦੇ ਤਜਰਬੇ ਯਾਫਤਾ ਸੀਪੀਏ ਤਰਸੇਮ ਸਿੰਘ ਅਮਰੀਕਾ ਦੇ ਪੜ੍ਹੇ ਲਿਖੇ ਨੇ ਨਿਊਯਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ ਜਿਨ੍ਹਾਂ ਕੋਲੋਂ ਤੁਸੀਂ ਆਪਣੀ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ। ਰਿਟਰਨ ਸਰਵਿਸ ਦੇ ਨਾਲ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ ਇਮੀਗ੍ਰੇਸ਼ਨ ਦਾ ਕੋਈ ਕੇਸ ਅਪਲਾਈ ਕਰਨਾ ਮਸਲਨ ਗ੍ਰੀਨ ਕਾਰਡ ਵਰਕ ਪਰਮਿਟ ਸਪਾਊਸ ਕੇਸ ਦੇ ਪੇਪਰ ਫਾਈਲਿੰਗ ਦੇ ਵਾਸਤੇ ਕਾਲ ਕਰੋ। ਤਰਸੇਮ ਸਿੰਘ ਦਾ ਨੰਬਰ ਹੈ 484-764-9861 484-764-9861। ਸਾਡਾ ਜ਼ਿਕਰ ਕਰਨ ਤੇ ਹੋਰ ਐਪ ਮਿਲੇਗੀ ਕਿਉਂਕਿ ਆਪਣੇ ਪੁਰਾਣੇ ਸਰੋਤੇ ਹਰਬੰਸ ਸਿੰਘ ਗਿੱਲ ਨੇ ਉਹਨਾਂ ਦੇ ਬੇਟੇ ਨੇ ਤਰਸੇਮ ਸਿੰਘ ਗਿੱਲ ਸੋ ਸਾਡਾ ਜ਼ਿਕਰ ਕਰੋ ਰਿਆਇਤ ਮਿਲੇਗੀ। ਟਿਵਾਣਾ ਰੇਡੀਓ ਦੇ ਸਤਿਕਾਰਯੋਗ ਸਰੋਤੇ ਸਾਡੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਬਾਈ ਸੁਖੀ ਘੁੰਮਣ ਹੋਰਾਂ ਨੇ ਜਿਨ੍ਹਾਂ ਦਾ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ ਹੈ 2201 ਯੂਨੀਅਨ ਐਵਨਿਊ ਬੇਕਰਸਫੀਲਡ ਕੈਲੀਫੋਰਨੀਆ ਜ਼ਿਪ ਕੋਡ 93307। ਇਹ ਉਸੇ ਜਗ੍ਹਾ ਤੇ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ। ਇੰਡੀਅਨ ਰੈਸਟੋਰੈਂਟ ਦੇਸੀ ਘਿਓ ਦੇ ਪਰੌਂਠੇ ਦਹੀਂ ਦੇ ਨਾਲ ਬਹੁਤ ਲਜ਼ੀਜ਼ ਛਕਾਉਂਦੇ ਨੇ। ਇਹਨਾਂ ਦੀ ਵਿਸ਼ੇਸ਼ਤਾ ਇਸ ਤੋਂ ਇਲਾਵਾ ਹੋਰ ਭਾਰਤੀ ਵਿਦੇਸ਼ੀ ਖਾਣਿਆਂ ਦਾ ਇੱਥੇ ਤੁਸੀਂ ਆਨੰਦ ਲੈ ਸਕਦੇ ਹੋ। ਯੂਨੀਅਨ ਵਿਲੇਜ ਟਰੱਕ ਸਟਾਪ ਤੇ ਤੁਸੀਂ ਟਰੱਕ ਵਾਸ਼ ਕਰਾ ਸਕਦੇ ਹੋ ਡੀਜ਼ਲ ਪਵਾ ਸਕਦੇ ਹੋ ਤੇ ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ 661-304-7500 661-304-7500। ਰੇਡੀਓ ਦੇ ਸਤਿਕਾਰਯੋਗ ਸਰੋਤੇ ਸਾਨੂੰ ਸਪੋਰਟ ਕੀਤਾ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਦੇ ਕੰਮ ਦੇ ਤਜਰਬੇ ਯਾਫਤਾ ਸੀਪੀਏ ਤਰਸੇਮ ਸਿੰਘ ਅਮਰੀਕਾ ਦੇ ਪੜ੍ਹੇ ਲਿਖੇ ਨੇ ਨਿਊਯਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ ਜਿਨ੍ਹਾਂ ਕੋਲੋਂ ਤੁਸੀਂ ਆਪਣੀ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ। ਰਿਟਰਨ ਸਰਵਿਸ ਦੇ ਨਾਲ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ ਇਮੀਗ੍ਰੇਸ਼ਨ ਦਾ ਕੋਈ ਕੇਸ ਅਪਲਾਈ ਕਰਨਾ ਮਸਲਨ ਗ੍ਰੀਨ ਕਾਰਡ ਵਰਕ ਪਰਮਿਟ ਸਪਾਊਸ ਕੇਸ ਦੇ ਪੇਪਰ ਫਾਈਲਿੰਗ ਦੇ ਵਾਸਤੇ ਕਾਲ ਕਰੋ। ਤਰਸੇਮ ਸਿੰਘ ਦਾ ਨੰਬਰ ਹੈ 484-764-9861 484-764-9861। ਸਾਡਾ ਜ਼ਿਕਰ ਕਰਨ ਤੇ ਹੋਰ ਐਪ ਮਿਲੇਗੀ ਕਿਉਂਕਿ ਆਪਣੇ ਪੁਰਾਣੇ ਸਰੋਤੇ ਹਰਬੰਸ ਸਿੰਘ ਗਿੱਲ ਨੇ ਉਹਨਾਂ ਦੇ ਬੇਟੇ ਨੇ ਤਰਸੇਮ ਸਿੰਘ ਗਿੱਲ ਸੋ ਸਾਡਾ ਜ਼ਿਕਰ ਕਰੋ ਰਿਆਇਤ ਮਿਲੇਗੀ। ਅਮਰੀਕਾ ਦੇ ਸਿਆਟਲ ਇਲਾਕੇ ਦੇ ਲੋਕਲ ਲੋਡ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਹੋ ਵਾਸ਼ਿੰਗਟਨ ਫreight ਸਰਵਿਸ ਵਾਲਿਆਂ ਨਾਲ। ਤੁਸੀਂ ਓਨਰ ਆਪਰੇਟਰ ਹੋ ਡਰਾਈਵਰ ਹੋ ਲੰਮੇ ਰੂਟਾਂ ਤੋਂ ਉਕਤਾਏ ਹੋ ਦਿਨੇ ਟਰੱਕ ਚਲਾਓ ਸ਼ਾਮਾਂ ਨੂੰ ਘਰ ਆਓ ਤੇ ਲੋਕਲ ਲੋਡ ਵਾਸਤੇ ਸਾਂਝ ਬਣਾਓ ਵਾਸ਼ਿੰਗਟਨ ਫreight ਸਰਵਿਸ ਵਾਲਿਆਂ ਨਾਲ ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਦਿੰਦੇ ਨੇ। ਜੇ ਤੁਸੀਂ ਡਰਾਈਵਰ ਹੋ ਤੁਹਾਨੂੰ ਜੌਬ ਚਾਹੀਦੀ ਹੈ ਤਾਂ ਬਹੁਤ ਅੱਛੇ ਜਿਹੜਾ ਮਿਹਨਤਾਨਾ ਵੇਜਸ ਆਵਰਲੀ ਪੇ ਕੀਤਾ ਜਾਂਦਾ ਜਾਣੀ ਕਿ ਪ੍ਰਤੀ ਘੰਟਾ ਦੇ ਹਿਸਾਬ ਦੇ ਨਾਲ ਤੁਹਾਨੂੰ ਮਿਹਨਤਾਨਾ ਦਿੱਤਾ ਜਾਂਦਾ। ਵਾਸ਼ਿੰਗਟਨ ਫreight ਸਰਵਿਸ ਨੂੰ ਸੰਪਰਕ ਕਰੋ। ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253-266-6924 2532666924 ਤੇ ਗੈਰੀ ਧਾਲੀਵਾਲ ਦਾ ਨੰਬਰ ਹੈ 206-354-4060 2063544060 ਨੰਬਰ ਹੈ ਗੈਰੀ ਧਾਲੀਵਾਲ ਦਾ। ਸੋ ਡਰਾਈਵਿੰਗ ਦੀ ਜੌਬ ਦੇ ਵਾਸਤੇ ਜਾਂ ਸਿਆਟਲ ਇਲਾਕੇ ਦੇ ਲੋਕਲ ਲੋਡ ਵਾਸਤੇ ਹਮੇਸ਼ਾ ਯਾਦ ਰੱਖੋ ਵਾਸ਼ਿੰਗਟਨ ਫreight ਸਰਵਿਸ ਸਿਆਟਲ ਦੇ ਵਿੱਚ। ਅਮਰੀਕਾ ਦੇ ਸਿਆਟਲ ਇਲਾਕੇ ਦੇ ਲੋਕਲ ਲੋਡ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਹੋ ਵਾਸ਼ਿੰਗਟਨ ਫreight ਸਰਵਿਸ ਵਾਲਿਆਂ ਨਾਲ। ਤੁਸੀਂ ਓਨਰ ਆਪਰੇਟਰ ਹੋ ਡਰਾਈਵਰ ਹੋ ਲੰਮੇ ਰੂਟਾਂ ਤੋਂ ਉਕਤਾਏ ਹੋ ਦਿਨੇ ਟਰੱਕ ਚਲਾਓ ਸ਼ਾਮਾਂ ਨੂੰ ਘਰ ਆਓ ਤੇ ਲੋਕਲ ਲੋਡ ਵਾਸਤੇ ਸਾਂਝ ਬਣਾਓ ਵਾਸ਼ਿੰਗਟਨ ਫreight ਸਰਵਿਸ ਵਾਲਿਆਂ ਨਾਲ ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਦਿੰਦੇ ਨੇ। ਜੇ ਤੁਸੀਂ ਡਰਾਈਵਰ ਹੋ ਤੁਹਾਨੂੰ ਜੌਬ ਚਾਹੀਦੀ ਹੈ ਤਾਂ ਬਹੁਤ ਅੱਛੇ ਜਿਹੜਾ ਮਿਹਨਤਾਨਾ ਵੇਜਸ ਆਵਰਲੀ ਪੇ ਕੀਤਾ ਜਾਂਦਾ ਜਾਣੀ ਕਿ ਪ੍ਰਤੀ ਘੰਟਾ ਦੇ ਹਿਸਾਬ ਦੇ ਨਾਲ ਤੁਹਾਨੂੰ ਮਿਹਨਤਾਨਾ ਦਿੱਤਾ ਜਾਂਦਾ। ਵਾਸ਼ਿੰਗਟਨ ਫreight ਸਰਵਿਸ ਨੂੰ ਸੰਪਰਕ ਕਰੋ। ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253-266-6924 2532666924 ਤੇ ਗੈਰੀ ਧਾਲੀਵਾਲ ਦਾ ਨੰਬਰ ਹੈ 206
354 40 60 2063544060 ਨੰਬਰ ਹੈ ਗੈਰੀ ਧਾਲੀਵਾਲ ਦਾ। ਸੋ ਡਰਾਈਵਿੰਗ ਦੀ ਜੌਬ ਦੇ ਵਾਸਤੇ ਜਾਂ ਸਿਆਟਲ ਇਲਾਕੇ ਦੇ ਲੋਕਲ ਲੋਡ ਵਾਸਤੇ ਹਮੇਸ਼ਾ ਯਾਦ ਰੱਖੋ ਵਾਸ਼ਿੰਗਟਨ ਫੀਟ ਸਰਵਿਸ ਸਿਆਟਲ ਦੇ ਵਿੱਚ। ਟਿਵਾਣਾ ਰੇਡੀ ਦੇ ਸਤਿਕਾਰਯੋਗ ਸਰੋਤੇ ਸਾਡੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਬਾਈ ਸੁਖੀ ਘੁੰਮਣ ਹੋਰਾਂ ਨੇ, ਜਿਨ੍ਹਾਂ ਦਾ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ ਹੈ 2201 ਯੂਨੀਅਨ ਐਵਨਿਊ ਬੇਕਰਸਫੀਲਡ ਕੈਲੀਫੋਰਨੀਆ ਜ਼ਿਪ ਕੋਡ 93307। ਇਹ ਉਸੇ ਜਗ੍ਹਾ ਤੇ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ। ਇੰਡੀਅਨ ਰੈਸਟੋਰੈਂਟ ਦੇਸੀ ਘਿਓ ਦੇ ਪਰੌਂਠੇ ਦਹੀਂ ਦੇ ਨਾਲ ਬਹੁਤ ਲਜ਼ੀਜ਼ ਛਕਾਉਂਦੇ ਨੇ। ਇਹਨਾਂ ਦੀ ਵਿਸ਼ੇਸ਼ਤਾ ਇਸ ਤੋਂ ਇਲਾਵਾ ਹੋਰ ਭਾਰਤੀ ਵਿਦੇਸ਼ੀ ਖਾਣਿਆਂ ਦਾ ਇੱਥੇ ਤੁਸੀਂ ਆਨੰਦ ਲੈ ਸਕਦੇ ਹੋ। ਯੂਨੀਅਨ ਵਿਲੇਜ ਟਰੱਕ ਸਟਾਪ ਤੇ ਤੁਸੀਂ ਟਰੱਕ ਵਾਸ਼ ਕਰਾ ਸਕਦੇ ਹੋ, ਡੀਜ਼ਲ ਪਵਾ ਸਕਦੇ ਹੋ ਤੇ ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ 661 304 7500 6613047500। ਰੇਡੀ ਦੇ ਸਤਿਕਾਰਯੋਗ ਸਰੋਤੇ ਸਾਨੂੰ ਸਪੋਰਟ ਕੀਤਾ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਦੇ ਕੰਮ ਦੇ ਤਜਰਬੇ ਯਾਫਤਾ CPA ਤਰਸੇਮ ਸਿੰਘ ਗਿੱਲ ਅਮਰੀਕਾ ਦੇ ਪੜ੍ਹੇ ਲਿਖੇ ਨੇ, ਯੂਨੀਵਰਸਿਟੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ, ਜਿਨ੍ਹਾਂ ਕੋਲੋਂ ਤੁਸੀਂ ਆਪਣੀ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ। ਰਿਟਰਨ ਸਰਵਿਸ ਦੇ ਨਾਲ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ, ਇਮੀਗ੍ਰੇਸ਼ਨ ਦਾ ਕੋਈ ਕੇਸ ਅਪਲਾਈ ਕਰਨਾ, ਮਸਲਨ ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਦੇ ਪੇਪਰ ਫਾਈਲਿੰਗ ਦੇ ਵਾਸਤੇ ਕਾਲ ਕਰੋ। ਤਰਸੇਮ ਸਿੰਘ ਗਿੱਲ ਦਾ ਨੰਬਰ ਹੈ 484 764 9861 484 764 9861। ਸਾਡਾ ਜ਼ਿਕਰ ਕਰਨ ਤੇ ਹੋਰ ਰਿਆਇਤ ਮਿਲੇਗੀ ਕਿਉਂਕਿ ਆਪਣੇ ਪੁਰਾਣੇ ਸਰੋਤੇ ਹਰਬੰਸ ਸਿੰਘ ਗਿੱਲ ਨੇ, ਉਹਨਾਂ ਦੇ ਬੇਟੇ ਨੇ ਤਰਸੇਮ ਸਿੰਘ ਗਿੱਲ, ਸੋ ਸਾਡਾ ਜ਼ਿਕਰ ਕਰੋ, ਰਿਆਇਤ ਮਿਲੇਗੀ। ਅਮਰੀਕਾ ਦੇ ਸਿਆਟਲ ਇਲਾਕੇ ਦੇ ਲੋਕਲ ਲੋਡ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਹੋ ਵਾਸ਼ਿੰਗਟਨ ਫੀਟ ਸਰਵਿਸ ਵਾਲਿਆਂ ਨਾਲ। ਤੁਸੀਂ ਓਨਰ ਆਪਰੇਟਰ ਹੋ, ਡਰਾਈਵਰ ਹੋ, ਲੰਮੇ ਰੂਟਾਂ ਤੋਂ ਉਕਤਾਏ ਹੋ, ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਲੋਕਲ ਲੋਡ ਵਾਸਤੇ ਸਾਂਝ ਬਣਾਓ ਵਾਸ਼ਿੰਗਟਨ ਫੀਟ ਸਰਵਿਸ ਵਾਲਿਆਂ ਨਾਲ, ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਦਿੰਦੇ ਨੇ। ਜੇ ਤੁਸੀਂ ਡਰਾਈਵਰ ਹੋ, ਤੁਹਾਨੂੰ ਜੌਬ ਚਾਹੀਦੀ ਹੈ ਤਾਂ ਬਹੁਤ ਅੱਛੇ ਜਿਹੜਾ ਮਿਹਨਤਾਨਾ ਵੇਜਸ ਆਵਰਲੀ ਪੇ ਕੀਤਾ ਜਾਂਦਾ, ਜਾਣੀ ਕਿ ਪ੍ਰਤੀ ਘੰਟਾ ਦੇ ਹਿਸਾਬ ਦੇ ਨਾਲ ਤੁਹਾਨੂੰ ਮਿਹਨਤਾਨਾ ਦਿੱਤਾ ਜਾਂਦਾ। ਵਾਸ਼ਿੰਗਟਨ ਫੀਟ ਸਰਵਿਸ ਨੂੰ ਸੰਪਰਕ ਕਰੋ। ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924 253 266 6924 ਤੇ ਗੈਰੀ ਧਾਲੀਵਾਲ ਦਾ ਨੰਬਰ ਹੈ 206 354 40 60 2063544060 ਨੰਬਰ ਹੈ ਗੈਰੀ ਧਾਲੀਵਾਲ ਦਾ। ਸੋ ਡਰਾਈਵਿੰਗ ਦੀ ਜੌਬ ਦੇ ਵਾਸਤੇ ਜਾਂ ਸਿਆਟਲ ਇਲਾਕੇ ਦੇ ਲੋਕਲ ਲੋਡ ਵਾਸਤੇ ਹਮੇਸ਼ਾ ਯਾਦ ਰੱਖੋ ਵਾਸ਼ਿੰਗਟਨ ਫੀਟ ਸਰਵਿਸ ਸਿਆਟਲ ਦੇ ਵਿੱਚ। ਟਿਵਾਣਾ ਰੇਡੀ ਦੇ ਸਤਿਕਾਰਯੋਗ ਸਰੋਤੇ ਸਾਡੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਬਾਈ ਸੁਖੀ ਘੁੰਮਣ ਹੋਰਾਂ ਨੇ, ਜਿਨ੍ਹਾਂ ਦਾ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ ਹੈ 2201 ਯੂਨੀਅਨ ਐਵਨਿਊ ਬੇਕਰਸਫੀਲਡ ਕੈਲੀਫੋਰਨੀਆ ਜ਼ਿਪ ਕੋਡ 93307। ਇਹ ਉਸੇ ਜਗ੍ਹਾ ਤੇ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ। ਇੰਡੀਅਨ ਰੈਸਟੋਰੈਂਟ ਦੇਸੀ ਘਿਓ ਦੇ ਪਰੌਂਠੇ ਦਹੀਂ ਦੇ ਨਾਲ ਬਹੁਤ ਲਜ਼ੀਜ਼ ਛਕਾਉਂਦੇ ਨੇ। ਇਹਨਾਂ ਦੀ ਵਿਸ਼ੇਸ਼ਤਾ ਇਸ ਤੋਂ ਇਲਾਵਾ ਹੋਰ ਭਾਰਤੀ ਵਿਦੇਸ਼ੀ ਖਾਣਿਆਂ ਦਾ ਇੱਥੇ ਤੁਸੀਂ ਆਨੰਦ ਲੈ ਸਕਦੇ ਹੋ। ਯੂਨੀਅਨ ਵਿਲੇਜ ਟਰੱਕ ਸਟਾਪ ਤੇ ਤੁਸੀਂ ਟਰੱਕ ਵਾਸ਼ ਕਰਾ ਸਕਦੇ ਹੋ, ਡੀਜ਼ਲ ਪਵਾ ਸਕਦੇ ਹੋ ਤੇ ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ 661 304 7500 6613047500। ਰੇਡੀ ਦੇ ਸਤਿਕਾਰਯੋਗ ਸਰੋਤੇ ਸਾਨੂੰ ਸਪੋਰਟ ਕੀਤਾ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਦੇ ਕੰਮ ਦੇ ਤਜਰਬੇ ਯਾਫਤਾ CPA ਤਰਸੇਮ ਸਿੰਘ ਗਿੱਲ ਅਮਰੀਕਾ ਦੇ ਪੜ੍ਹੇ ਲਿਖੇ ਨੇ, ਯੂਨੀਵਰਸਿਟੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ, ਜਿਨ੍ਹਾਂ ਕੋਲੋਂ ਤੁਸੀਂ ਆਪਣੀ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ। ਰਿਟਰਨ ਸਰਵਿਸ ਦੇ ਨਾਲ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ, ਇਮੀਗ੍ਰੇਸ਼ਨ ਦਾ ਕੋਈ ਕੇਸ ਅਪਲਾਈ ਕਰਨਾ, ਮਸਲਨ ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਦੇ ਪੇਪਰ ਫਾਈਲਿੰਗ ਦੇ ਵਾਸਤੇ ਕਾਲ ਕਰੋ। ਤਰਸੇਮ ਸਿੰਘ ਗਿੱਲ ਦਾ ਨੰਬਰ ਹੈ 484 764 9861 484 764 9861। ਸਾਡਾ ਜ਼ਿਕਰ ਕਰਨ ਤੇ ਹੋਰ ਰਿਆਇਤ ਮਿਲੇਗੀ ਕਿਉਂਕਿ ਆਪਣੇ ਪੁਰਾਣੇ ਸਰੋਤੇ ਹਰਬੰਸ ਸਿੰਘ ਗਿੱਲ ਨੇ, ਉਹਨਾਂ ਦੇ ਬੇਟੇ ਨੇ ਤਰਸੇਮ ਸਿੰਘ ਗਿੱਲ, ਸੋ ਸਾਡਾ ਜ਼ਿਕਰ ਕਰੋ, ਰਿਆਇਤ ਮਿਲੇਗੀ। ਟਿਵਾਣਾ ਰੇਡੀ ਦੇ ਸਤਿਕਾਰਯੋਗ ਸਰੋਤੇ ਸਾਡੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਬਾਈ ਸੁਖੀ ਘੁੰਮਣ ਹੋਰਾਂ ਨੇ, ਜਿਨ੍ਹਾਂ ਦਾ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ ਹੈ 2201 ਯੂਨੀਅਨ ਐਵਨਿਊ ਬੇਕਰਸਫੀਲਡ ਕੈਲੀਫੋਰਨੀਆ ਜ਼ਿਪ ਕੋਡ 93307। ਇਹ ਉਸੇ ਜਗ੍ਹਾ ਤੇ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ। ਇੰਡੀਅਨ ਰੈਸਟੋਰੈਂਟ ਦੇਸੀ ਘਿਓ ਦੇ ਪਰੌਂਠੇ ਦਹੀਂ ਦੇ ਨਾਲ ਬਹੁਤ ਲਜ਼ੀਜ਼ ਛਕਾਉਂਦੇ ਨੇ। ਇਹਨਾਂ ਦੀ ਵਿਸ਼ੇਸ਼ਤਾ ਇਸ ਤੋਂ ਇਲਾਵਾ ਹੋਰ ਭਾਰਤੀ ਵਿਦੇਸ਼ੀ ਖਾਣਿਆਂ ਦਾ ਇੱਥੇ ਤੁਸੀਂ ਆਨੰਦ ਲੈ ਸਕਦੇ ਹੋ। ਯੂਨੀਅਨ ਵਿਲੇਜ ਟਰੱਕ ਸਟਾਪ ਤੇ ਤੁਸੀਂ ਟਰੱਕ ਵਾਸ਼ ਕਰਾ ਸਕਦੇ ਹੋ, ਡੀਜ਼ਲ ਪਵਾ ਸਕਦੇ ਹੋ ਤੇ ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ 661 304 7500 6613047500। ਅਮਰੀਕਾ ਦੇ ਸਿਆਟਲ ਇਲਾਕੇ ਦੇ ਲੋਕਲ ਲੋਡ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਹੋ ਵਾਸ਼ਿੰਗਟਨ ਫੀਟ ਸਰਵਿਸ ਵਾਲਿਆਂ ਨਾਲ। ਤੁਸੀਂ ਓਨਰ ਆਪਰੇਟਰ ਹੋ, ਡਰਾਈਵਰ ਹੋ, ਲੰਮੇ ਰੂਟਾਂ ਤੋਂ ਉਕਤਾਏ ਹੋ, ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਲੋਕਲ ਲੋਡ ਵਾਸਤੇ ਸਾਂਝ ਬਣਾਓ ਵਾਸ਼ਿੰਗਟਨ ਫੀਟ ਸਰਵਿਸ ਵਾਲਿਆਂ ਨਾਲ, ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਦਿੰਦੇ ਨੇ। ਜੇ ਤੁਸੀਂ ਡਰਾਈਵਰ ਹੋ, ਤੁਹਾਨੂੰ ਜੌਬ ਚਾਹੀਦੀ ਹੈ ਤਾਂ ਬਹੁਤ ਅੱਛੇ ਜਿਹੜਾ ਮਿਹਨਤਾਨਾ ਵੇਜਸ ਆਵਰਲੀ ਪੇ ਕੀਤਾ ਜਾਂਦਾ, ਜਾਣੀ ਕਿ ਪ੍ਰਤੀ ਘੰਟਾ ਦੇ ਹਿਸਾਬ ਦੇ ਨਾਲ ਤੁਹਾਨੂੰ ਮਿਹਨਤਾਨਾ ਦਿੱਤਾ ਜਾਂਦਾ। ਵਾਸ਼ਿੰਗਟਨ ਫੀਟ ਸਰਵਿਸ ਨੂੰ ਸੰਪਰਕ ਕਰੋ। ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924 253 266 6924 ਤੇ ਗੈਰੀ ਧਾਲੀਵਾਲ ਦਾ ਨੰਬਰ ਹੈ 206
354 40 60 2063544060 ਨੰਬਰ ਹੈ ਗੈਰੀ ਧਾਲੀਵਾਲ ਦਾ। ਸੋ ਡਰਾਈਵਿੰਗ ਦੀ ਜੌਬ ਦੇ ਵਾਸਤੇ ਜਾਂ ਸਿਆਟਲ ਇਲਾਕੇ ਦੇ ਲੋਕਲ ਲੋਡ ਵਾਸਤੇ ਹਮੇਸ਼ਾ ਯਾਦ ਰੱਖੋ ਵਿਸ਼ਿੰਗਟਨ ਫੀਟ ਸਰਵਿਸ ਸਿਆਟਲ ਦੇ ਵਿੱਚ। ਰੇਡੀਓ ਦੇ ਸਤਿਕਾਰਯੋਗ ਸਰੋਤੇ ਸਾਨੂੰ ਸਪੋਰਟ ਕੀਤਾ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਦੇ ਕੰਮ ਦੇ ਤਜਰਬੇ ਯਾਫਤਾ CPA ਤਰਸੇਮ ਸਿੰਘ ਅਮਰੀਕਾ ਦੇ ਪੜ੍ਹੇ ਲਿਖੇ ਨੇ, ਨਿਊਯਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ, ਜਿਨ੍ਹਾਂ ਕੋਲੋਂ ਤੁਸੀਂ ਆਪਣੀ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ। ਰਿਟਰਨ ਸਰਵਿਸ ਦੇ ਨਾਲ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ, ਇਮੀਗ੍ਰੇਸ਼ਨ ਦਾ ਕੋਈ ਕੇਸ ਅਪਲਾਈ ਕਰਨਾ, ਮਸਲਨ ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਦੇ ਪੇਪਰ ਫਾਈਲਿੰਗ ਦੇ ਵਾਸਤੇ ਕਾਲ ਕਰੋ। ਤਰਸੇਮ ਸਿੰਘ ਗਿੱਲ ਦਾ ਨੰਬਰ ਹੈ 484 764 9861 484-764-9861। ਸਾਡਾ ਜ਼ਿਕਰ ਕਰਨ ਤੇ ਹੋਰ ਐਪ ਮਿਲੇਗੀ ਕਿਉਂਕਿ ਆਪਣੇ ਪੁਰਾਣੇ ਸਰੋਤੇ ਹਰਬੰਸ ਸਿੰਘ ਗਿੱਲ ਨੇ, ਉਹਨਾਂ ਦੇ ਬੇਟੇ ਨੇ ਤਰਸੇਮ ਸਿੰਘ ਗਿੱਲ। ਸੋ ਸਾਡਾ ਜ਼ਿਕਰ ਕਰੋ, ਰਿਆਇਤ ਮਿਲੇਗੀ। ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰ ਸੱਜਣਾਂ ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਵਾਦੀਆਂ ਤਿਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਭਾਰਤੀ ਸਮਾਂ ਸ਼ਾਮ ਦੇ 6:38 ਹੋ ਚੁੱਕੇ ਨੇ, 7:38 ਸਮਾਂ ਆਪਣਾ ਚੇਂਜ ਹੋ ਗਿਆ। ਸ਼ੁੱਕਰਵਾਰ ਦੀ ਸ਼ਾਮ ਹੈ, 12 ਨਵੰਬਰ ਸਨ 2021, 27 ਕੱਤਕ ਨਾਨਕਸ਼ਾਹੀ ਸੰਮਤ 553। ਸ਼ਾਮ ਦੇ 7:38 ਹੋ ਚੁੱਕੇ ਨੇ ਤੇ ਆਪ ਸਭ ਸੱਜਣਾਂ ਦਾ ਇਸ ਸ਼ਾਮ ਦੀ ਸਭਾ ਦੇ ਪ੍ਰੋਗਰਾਮ ਟਿਵਾਣਾ ਲਾਈਵ ਦੇ ਵਿੱਚ ਪਟਿਆਲਾ ਸਟੂਡੀਓ ਤੋਂ ਸਵਾਗਤ ਹੈ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਤੇ ਸ਼ਾਮ ਨੂੰ 7:30 ਤੋਂ ਲੈ ਕੇ 9:30 ਵਜੇ ਤੱਕ ਆਪਾਂ ਪਟਿਆਲਾ ਸਟੂਡੀਓ ਤੋਂ ਲਾਈਵ ਹੋਈਦਾ। ਨਾਲ ਐਡਵੋਕੇਟ ਸੁਰਿੰਦਰ ਸਿੰਘ ਹੁੰਦੇ ਨੇ। ਦਿਨੀ ਦਿਨੀ ਥੋੜੀ ਸਿਹਤ ਨਸਾਜ ਹੈ, ਉਹਨਾਂ ਦੀ ਗੈਰ ਹਾਜ਼ਰੀ ਚੱਲ ਰਹੀ ਹੈ ਤੇ ਇਸ ਦੌਰਾਨ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਾਡੀ ਵੈਬਸਾਈਟ tiwanaradio.com ਦੇ ਜ਼ਰੀਏ ਸੁਣ ਸਕਦੇ ਹੋ, ਜਿੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ। ਇੰਸਟਾਲ ਕਰੋ, ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਕਰਾਓ। ਟਿਵਾਣਾ ਰੇਡੀਓ ਦਾ ਫੇਸਬੁੱਕ ਤੇ YouTube ਪੇਜ ਦਾ ਲਿੰਕ ਮਿਲੇਗਾ, ਇੰਸਟਾਲ ਕਰੋ ਤੇ ਪ੍ਰੋਗਰਾਮਾਂ ਨੂੰ WhatsApp ਦੇ ਜ਼ਰੀਏ ਮੰਗਵਾਉਣਾ। YouTube ਦਾ ਲਿੰਕ ਤੁਹਾਨੂੰ WhatsApp ਦੇ ਜ਼ਰੀਏ ਮਿਲੇਗਾ ਤੇ ਉਸ ਦੇ ਲਈ ਆਪਣਾ WhatsApp ਗਰੁੱਪ ਉਹੀ ਹੈ, ਤੁਹਾਨੂੰ YouTube ਤੇ ਜਾ ਕੇ ਲੱਭਣ ਦੀ ਜ਼ਰੂਰਤ ਨਹੀਂ ਹੈ। ਤੇ ਜਿਸ ਨੰਬਰ ਤੇ ਤੁਸੀਂ ਸਟੂਡੀਓ 'ਚ ਕਾਲ ਕਰਦੇ ਹੋ ਉਹੀ ਨੰਬਰ 9876309655 ਪਟਿਆਲਾ ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਤੇ ਤੁਸੀਂ ਕਾਲ ਕਰਕੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਜੇ ਤੁਸੀਂ ਅਮਰੀਕਾ ਦੇ ਵਿੱਚ ਹੋ ਤਾਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਾਡੀ ਜਿਹੜਾ ਕਾਲ ਟੂ ਲਿਸਨ ਨੰਬਰ ਹੈ ਉਸ ਤੇ ਡਾਇਲ ਕਰਕੇ ਵੀ ਸੁਣ ਸਕਦੇ ਹੋ। ਉਹ ਨੰਬਰ ਹੈ 667 930 9260 667-930-9260। ਤੇ ਲਾਈਵ ਪ੍ਰੋਗਰਾਮ ਤੋਂ ਬਾਅਦ ਤੁਸੀਂ ਸਾਡਾ ਰਿਕਾਰਡਡ ਪ੍ਰੋਗਰਾਮ, ਜਿਸ ਦੇ ਵਿੱਚ ਆਪਾਂ ਲਿੰਕ ਪਾ ਦਿੰਦੇ ਹਾਂ, ਜਿਵੇਂ ਅੱਜ ਦਾ ਪ੍ਰੋਗਰਾਮ ਹੋਏਗਾ 562 ਅੰਕ ਹੋਏਗਾ ਤੇ ਉਸ ਨੰਬਰ ਤੇ ਤੁਸੀਂ ਪ੍ਰੋਗਰਾਮ ਲਾਈਵ ਸੁਣ ਸਕਦੇ ਹੋ। ਉਸ ਐਡਿਟ ਕੀਤੇ ਨੂੰ, ਕਿਉਂਕਿ ਉਹਦੇ 'ਚ ਕੋਈ ਜੇ ਆਵਾਜ਼ ਦੀ ਦਿੱਕਤ ਹੈ, ਆਵਾਜ਼ ਉੱਚੀ ਨੀਚੀ ਹੋ ਜਾਂਦੀ ਹੈ ਕਈ ਵਾਰੀ ਜਾਂ ਡਿਸਟਰਬੈਂਸ ਹੁੰਦੀ ਹੈ, ਉਹਨੂੰ ਆਪਾਂ ਦੂਰ ਕਰ ਦਈਦਾ। ਤੇ ਪ੍ਰੋਗਰਾਮ ਤੋਂ ਬਾਅਦ ਜਿਸ ਦੇ ਵਿੱਚ ਪੰਜਾਬੀ ਦੇ ਵਿੱਚ ਟਾਈਟਲ ਲਿਖਿਆ ਹੁੰਦਾ, ਜਿਵੇਂ ਅੱਜ ਸਵੇਰ ਦਾ ਸੀਗਾ ਉਹ 561 ਸੀਗਾ M ਤੇ ਹੁਣ ਦਾ ਹੋਏਗਾ 562 E, ਯਾਨੀ ਕਿ ਇਵਨਿੰਗ। ਤੇ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਜੇ ਤੁਸੀਂ ਪ੍ਰੋਗਰਾਮ ਸੁਣਦੇ ਹੋ ਤਾਂ ਉਸ ਤੇ ਸੁਣਿਆ ਕਰੋ ਤੇ ਉਹਦੇ 'ਚ ਇਹ ਹੈ ਕਿ ਉਹ ਰੈਵਨਿਊ ਵੀ ਉਹਦੇ 'ਚ ਸਾਨੂੰ ਜਨਰੇਟ ਹੁੰਦਾ ਹੈ ਤੇ ਇਸ ਦੇ ਨਾਲ ਉਹਦੇ ਵਿੱਚ ਡਾਊਨਲੋਡ ਹੋ ਜਾਂਦਾ ਹੈ। ਤੁਸੀਂ ਇੱਕ ਵਾਰੀ ਡਾਊਨਲੋਡ ਕਰਕੇ ਫਿਰ ਨੈਟ ਦੀ ਕੋਈ ਦਿੱਕਤ ਨਹੀਂ ਹੈ, ਆਰਾਮ ਨਾਲ ਸੁਣ ਸਕਦੇ ਹੋ। ਤੇ ਇਹ ਸੀ ਬੇਨਤੀਆਂ ਤੇ ਖਬਰਾਂ ਦੀ ਦੁਨੀਆ ਤੇ ਨਜ਼ਰ ਮਾਰਾਂਗੇ। ਅੱਜ ਤੁਹਾਨੂੰ ਰਾਜਿਆਂ ਮਹਾਰਾਜਿਆਂ ਦੇ ਕੁਝ ਕਿੱਸੇ ਸੁਣਾਵਾਂਗੇ, ਸਿਆਸਤ ਤੇ ਵਿਰਾਸਤ ਦੀ ਬਾਤ ਪਾਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਤੋਂ ਕਿ ਜਿਸ ਤਰ੍ਹਾਂ ਹੁਣ ਫਰਵਰੀ ਮਾਰਚ ਦੇ ਵਿੱਚ ਇਲੈਕਸ਼ਨ ਹੋਣੇ ਨੇ 2022 ਦੇ ਵਿੱਚ, ਉਸ ਦੌਰਾਨ ਜਿਹੜੇ ਜੋੜ ਤੋੜ ਨੇ ਉਹ ਸਿਲਸਿਲਾ ਸ਼ੁਰੂ ਹੋ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਪਿਛਲੇ ਦਿਨੀ ਕਾਫੀ ਨੁਕਸਾਨ ਹੋਇਆ। ਇਸ ਤੇ 2 MLA ਜੱਗਾ ਤੇ ਬੀਬੀ ਰੂਬੀ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਤੇ ਹੋਰਾਂ ਦੇ ਵੀ ਜਾਣ ਦੀਆਂ ਉਮੀਦਾਂ ਸਨ, ਜਿਸ ਦੇ ਮੱਦੇਨਜ਼ਰ ਅੱਜ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ ਤੇ 2022 ਦੀਆਂ ਚੋਣਾਂ ਦੇ ਵਾਸਤੇ ਆਮ ਆਦਮੀ ਪਾਰਟੀ ਨੇ ਆਪਣੇ 10 ਉਮੀਦਵਾਰ ਅੱਜ ਐਲਾਨ ਦਿੱਤੇ ਨੇ, ਜਿਨ੍ਹਾਂ ਦੇ ਵਿੱਚ ਬੁਢਲਾਡਾ ਤੋਂ ਪ੍ਰਿੰਸੀਪਲ ਬੁੱਧਰਾਮ, ਤਲਵੰਡੀ ਸਾਬੋ ਤੋਂ ਬੀਬੀ ਬਰਜਿੰਦਰ ਕੌਰ, ਸੁਨਾਮ ਤੋਂ ਅਮਨ ਅਰੋੜਾ ਸਾਹਿਬ, ਕੋਟਕਪੂਰਾ ਤੋਂ ਸਾਹ ਕੁਲਤਾਰ ਸਿੰਘ ਸੰਧਵਾਂ ਤੇ ਦਿੜਬਾ ਤੋਂ ਹਰਪਾਲ ਸਿੰਘ ਚੀਮਾ ਜੀ,
बरनाला तो गुरमीत सिंह मीत ते गढ़शंकर तो जयकृष्ण रोड़ी ते जगराओं तो बीबी सरबजीत कौर माणूके ते इस दौरान निहाल सिंह वाला तो मनजीत सिंह बिलासपुर पत्रकार ने, महल कलां तो कुलवंत पंडोरी भी पत्रकार ने। ये सारे मौजूदा विधायक ने ते इन्हां 10 विधायकों नूं ऐलानिया। अंकड़ा सोहना वैसे दसदा, हुण जे ऐलान दिते ते इहदा मतलब काम पक्का हो गया। हुण कह नहीं सकते कि ये कोई हिल जूगा, फिर पता नहीं। मतलब एक बारी उम्मीदवार ऐलान दिता ना ते फिर अगला भी थोड़ी जी अख दी शर्म मंनदा है। ते वैसे देखो 10 का दम किदां निकलदा है। बड़ी उम्मीदां दे नाल आम आदमी पार्टी शुरू हुई सी ते इस सिलसिले विच पता नहीं फिर, क्योंकि कई बारी उही पुरानी शराब नवीं बोतल, वैसे शराब पुरानी चंगी दसदे पीण वाले, पर फिर भी ये मुहावरा अक्सर किया जाता है। ते लोकतंत्र दे विच आस जगी सी। 60-70 साल दे होए इंडिया दे लोकतंत्र नूं बुढ़े बारे पुत्र जम्मिया सी, जिस तो बड़ियां उम्मीदां सी कि बेहतर होएगा, पर फिर भी ये भी उन्हां दी तरह ही करन लग पे, ते जिस करके लोकां नूं निराशा भी होई। आपसी फुट इन्हां नूं लै बैठी कप्तान सिंह दी सरकार कैप्टन अमरिंदर सिंह दी परोस के थाली च इन्हां ने दित्ती ते हुण भुगत रिहा पंजाब, ना भगवंत दा कुछ जाना ना केजरीवाल दा। 18 नंबर स्वागत है सर, वेलकम। सत श्री अकाल जी। सत श्री अकाल, कुलदीप सिंह मोगा तो जी सर। हाँ ते बाई जी धड़ा ऐलान हो रहा लीडरां दा, उधरों अकालियां ने भी कर दिते 2-3 उम्मीदवार ऐलान, इधरों इन्हां ने कर दिते ते पिंडां 'च तां लग गया होना माहौल गलासी खड़कण दा कि नहीं? पिंडां दे विच हजे तक साडे ते सर ਇਹੋ जी कोई गलबात हजे नहीं है। अच्छा, ना ही कोई रैली जां जी शहरां दे विच माड़ा मोटा हैगा। ते एक मैं कहूंगा जिस तरह आम आदमी पार्टी है ये सब तो चलो श्रोमणी अकाली दल जां कांग्रेस रवायती पार्टियां तां हैगियां ने पंजाब दीयां दुश्मन, पर मैनूं लगदा भी एक उम्मीद जिहड़ी सीगी आम आदमी पार्टी सब तो वड्डी मतलब पंजाब दी गदार पार्टी यही निकली है। क्योंकि जो लोगों दी उम्मीदां सी जां आसां सीगियां, केजरीवाल साहब जिस तरह इन्होंने मुख मंत्री का 2017 दे विच भी एक 100 सीट तो 22 सीटां ते सिमटना, ते जां अजकल जिस तरह 2 MLA इन्हां दे चले गए, ते जे हफ्ता हजे भी उम्मीदवारां दा नाम ऐलान ना करदे तां सारे चले जाने सीगे। ते मैनूं लगदा इह इधरों कांग्रेस दी बड़ी कमजोरी है किसी भी पार्टी दी, क्योंकि जिन्नी देर तुसीं चेहरा नहीं ना ऐलानदे उन्नी देर लोग परवाह नहीं हुंदे, चाहे माड़ा चाहे चंगा, भंबल भूसा करेड़ नहीं। दूजियां पार्टियां ये मतलब फितरत है कि हुण देखो चन्नी साहब दे बारे हुणे रौला पै गया कि भाई मुख मंत्री दा चेहरा कौन होएगा। सो पंजाब दी फितरत है, क्योंकि जंज तां ही सोहणी लगदी है जे लाड़ा होवे। ये इन्हां दी पहिलां भी कमजोरी रही है ते हुण भी कमजोरी रही है, ते इस करके ये बलंडर मिसटेक है सीएम दा चेहरा ना लाणना। हालांकि बड़ी टैक्नीकल टर्म एंड कंडीशन ये वरतदे ने, लेटेस्ट पार्टी है, पर यह इन्हां दी वड्डी कमजोरी रही है सीएम दा चेहरा ना लालना ते केजरीवाल दा पंजाब दे विच खुल के ना विचरना। हालांकि इन्ना सत्कार केजरीवाल नूं पंजाब ने दिता, NRI ने दिता, पर फुट्टी अख भी नहीं उन्हें कदे स्वागत किया NRI दा ना पंजाब दा। ये पता नहीं क्यों बगानगी। असल दे विच ये सर जिस तरह केजरीवाल साहब है, मैनूं लगदा वो किसी ना किसी जां अपने आप नूं पंजाब दे विच मुख मंत्री बनाउणा चाहुंदे आ। ये लिखिया पढ़ लैण केजरीवाल जां इन्हां दे जिहड़े आसे पासे फिरदे है राघव चड्डे वर्गे कि पंजाब दे लोग किसी नूं भी वोट पा सकदे आ, पर भला पंजाब दा भला होवे चाहे ना होवे, पर किसी बाहरी नूं कदे एक्सेप्ट नहीं करनगे। लिखिया पढ़ ले केजरीवाल, ठीक है। ये इसे कारण करके जिस तरह कोई चलो इन्हां कोल चेहरा कोई मैनूं नहीं लगदा कोई भगवंत मान तो बिना है। जे भगवंत मान नूं भी चेहरा ऐलान दिंदे, असीं नहीं कहंदे ऐलानना उन्हां दी पार्टी दा काम है, किहनूं ऐलान दे किहनूं नहीं ऐलान दे। ते जां SB ओबराय पिछे भी कई बारी गए आ, उन्होंने भी मना करता क्योंकि समाज सेवी संस्था एक चला रहे हो नहीं इन्हां दे विच आउंदे। इन्हां कोल कुछ है ही नहीं बदल, जिन्नी ये देरी इन्हां ने 2017 दे विच भी इसे करके बेड़ा करके इन्हां दा होया पार्टी दा। 2022 ਹੁਣ ਤਾਂ ਬਿਲਕੁਲ ਇਹ ਹੁਣ ਪਿਛਲੀ ਵਾਰ ਤਾਂ 2017 ਚ 22 ਸੀਟਾਂ ਲੈ ਹੀ ਗਏ ਸੀ, ਤੇ ਹੁਣ ਮੈਨੂੰ ਨਹੀਂ ਲੱਗਦਾ ਵੀ 5-7 ਸੀਟਾਂ ਵੀ ਇਹਨਾਂ ਨੂੰ ਮੁਸ਼ਕਲ ਨਹੀਂ ਮਿਲਣਗੀਆਂ। ਨਹੀਂ ਤਾਂ ਮੈਨੂੰ ਲੱਗਦਾ ਇਹਨਾਂ ਦਾ ਵੀ ਕਲੀਨ ਸਵੀਪ ਹੀ ਹੈ, ਕਿਉਂਕਿ ਜਿਹੜਾ ਗਰਾਊਂਡ ਪੱਧਰ ਹੈਗਾ, ਗਰਾਊਂਡ ਤੇ ਪਤਾ ਨਹੀਂ ਸਰਵਿਆਂ ਦੇ ਆਧਾਰ ਤੇ ਇਹ ਤੁਰੇ ਫਿਰਦੇ ਵੀ ਫਲਾਨਾ ਸਰਵੇ ਦਿਖਾ ਰਿਹਾ ਕਿ ਅਸੀਂ ਸਾਡੀ ਸਰਕਾਰ ਆ ਰਹੀ ਹੈ, ਪਰ ਗਰਾਊਂਡ ਪੱਧਰ ਤੇ ਤਾਂ ਇਹਨਾਂ ਦਾ ਕੋਈ ਜ਼ਿਲ੍ਹੇ ਲੈਵਲ ਤੇ ਕੁਛ ਵੀ ਨਹੀਂ ਹੈ, ਨਹੀਂ ਤਾਂ ਬਿਲਕੁਲ ਸਾਫ਼ ਹੈ। ਕੋਈ ਪ੍ਰਧਾਨ ਆਪੇ ਬਣਦੇ ਆ,
ਆਪੇ ਚਲੇ ਜਾਂਦੇ ਆ। ਉਹ ਤੀਜੇ ਤੇ 3 ਦਿਨ ਬਣਦੇ, ਚੌਥੇ ਦਿਨ ਚਲੇ ਜਾਂਦੇ। ਕੋਈ ਕੈਂਡੀਡੇਟ ਨਹੀਂ ਇਹਨਾਂ ਦਾ ਵੀ ਕਿਹਨੂੰ ਟਿਕਟ ਮਿਲਣੀ ਹੈ ਕਿਹਨੂੰ ਨਹੀਂ ਮਿਲਣੀ। ਹਾਲਾਂਕਿ ਦੂਜੀਆਂ ਪਾਰਟੀਆਂ ਨਾਲੋਂ ਕੁਲਦੀਪ ਸਿੰਘ ਜੀ ਫਿਰ ਵੀ ਇਹਨਾਂ ਤੇ ਰੋਸਾ ਘੱਟ ਹੈ ਲੋਕਾਂ ਨੂੰ। ਲੋਕਾਂ ਨੇ ਕੋਲੋਂ ਪੈਸੇ ਲਾ ਕੇ, ਮੈਨੂੰ ਚੇਤੇ ਹੈ ਕਿ ਕੁਲਵੰਤ ਸਿੰਘ ਪੰਡੋਰੀ ਨੂੰ ਕਿਸੇ ਸੱਜਣ ਨੇ, ਆਪਣਾ ਕੋਈ NRI ਵੀਰ ਸੀ, ਉਹਨੇ 25,000 ਰੁਪਇਆ ਭਿਜਵਾਇਆ ਤੇ ਹੋਰਾਂ ਨੂੰ, ਕੈਂਡੀਡੇਟਾਂ ਨੂੰ, ਮੈਂ ਤਾਂ ਖੈਰੇ ਚ ਨਹੀਂ ਆਇਆ, ਮੇਰਾ ਤੋਂ ਐਡਰੈਸ ਜ਼ਰੂਰ ਲਿਆ ਉਹਨਾਂ ਨੇ ਜਦੋਂ ਮੈਂ ਚੰਨ ਪਰਦੇਸੀ ਤੇ ਸੀ। ਕੁਲਵੰਤ ਸਿੰਘ ਪੰਡੋਰੀ ਕਿਉਂਕਿ ਮੈਨੂੰ ਜਾਣਦੇ ਸੀਗੇ, ਉਹ ਕਹਿੰਦੇ ਜੀ ਕਿੱਦਾਂ, ਉਹਨਾਂ ਨੂੰ ਕਹਿ ਕੇ ਨੰਬਰ, ਮਤਲਬ ਮੇਰੇ ਕਹਿਣ ਦਾ ਮਤਲਬ ਹੈ ਕਿ ਪਤਾ ਨਹੀਂ ਕਿੰਨਾ ਪੈਸਾ ਇਹਨਾਂ ਨੂੰ ਲੋਕਾਂ ਨੇ ਘਰੋਂ ਦਿੱਤਾ। ਇਲੈਕਸ਼ਨ ਲੜਨ ਤੋਂ ਬਾਅਦ ਵੀ ਇਹਨਾਂ ਕੋਲ ਪੈਸਾ ਬਚਿਆ। ਉਹ ਬੀਬੀ ਗੋਮਰ ਸੀਗੀ, ਉਹਦੇ ਕੋਲ ਬਚਿਆ। ਮਸਲਾ ਇੰਨਾ ਸਤਕਾਰ, ਕੱਪੜਾ ਲੱਤਾ ਕੀ, ਗਿਫਟ ਕੀ, ਡਾਲਰ ਕੀ, ਸਪੋਰਟ ਕੀ, NRI ਨੇ ਗੱਡੀਆਂ ਅਰੇਂਜ ਕੀਤੀਆਂ, ਆਪਣਾ ਸਮਾਂ ਖਰਾਬ ਕੀਤਾ, ਪਰ ਇਹਨਾਂ ਨੇ ਗੁਣ ਨਹੀਂ ਜਾਣਿਆ। ਇਹ ਪਤਾ ਨਹੀਂ ਕਿਉਂ, ਇਹ ਸਮਝੋ ਬਾਹਰ ਹੈ। ਅਸਲ ਦੇ ਵਿੱਚ ਇਹ ਸੀਗਾ ਕਿ ਲੋਕ ਇੱਕ ਜੋ ਬਦਲਾਅ ਚਾਹੁੰਦੇ ਸੀਗੇ, ਉਹ ਉਹਨਾਂ ਨੂੰ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਇਹਨਾਂ ਨੇ ਸਰਕਾਰ ਬਣਾਈ ਹੈ ਜਾਂ ਲੋਕਾਂ ਨੇ ਭਰੋਸਾ ਜਤਾਇਆ ਦਿੱਲੀ ਦੇ ਵਿੱਚ, ਤੇ ਉਸ ਨੂੰ ਦੇਖ ਕੇ ਲੋਕਾਂ ਨੇ ਬੜਾ ਸਪੋਰਟ ਕੀਤਾ ਵੀ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਇਹ ਤੋਂ ਕਿਤੇ ਨਾ ਕਿਤੇ ਖੇੜਾ ਛੁੱਟੇ, ਜਾਂ ਇਹ ਕਹਿੰਦੇ ਸੀਗੇ ਵੀ ਅਸੀਂ ਇਹਨਾਂ ਨਾਲੋਂ ਅਲੱਗ ਹੈਗੇ ਆ। ਪਰ 2017 ਦੇ ਵਿੱਚ ਜੋ NRI ਫੰਡ ਇਕੱਠਾ ਹੋਇਆ ਜਾਂ ਪੰਜਾਬ ਦੇ ਲੋਕਾਂ ਨੇ ਪੈਸੇ ਇਕੱਠੇ ਦਿੱਤੇ ਆ, ਇਹ ਉਹਦਾ ਹਿਸਾਬ ਕਿਤਾਬ ਦੇਣ ਤੋਂ ਇਹ ਬਿਲਕੁਲ ਇਨਕਾਰ ਕਰਤਾ ਜਾਂ ਭੱਜ ਗਏ ਆ। ਹੁਣ ਦਿੱਲੀ ਦੇ ਵਿੱਚ ਵੀ ਦੇਖੀਏ ਜਾਂ ਲੋਕਪਾਲ ਦੇ ਨਾਂ ਤੇ ਪਾਰਟੀ ਆਈ ਸੀ, ਪਾਰਟੀ ਆ ਗਈ ਹੈ ਤੇ ਲੋਕਪਾਲ ਗੁੰਮ ਹੋ ਗਿਆ। ਅਸਲ ਦੇ ਵਿੱਚ ਅੱਜ ਕੱਲ੍ਹ ਮੈਨੂੰ ਲੱਗਦਾ ਇਹ ਪਾਰਟੀ ਨਾਲ ਪ੍ਰਵਰਤਨ ਪਾਰਟੀ ਹੋਣਾ ਚਾਹੀਦਾ, ਕਿਉਂਕਿ ਕਾਂਗਰਸ ਅਕਾਲੀ ਇਹਦੇ ਵਿੱਚ ਆ ਰਹੇ ਆ ਤੇ ਇਧਰੋਂ ਜਿਹੜੇ ਹੈ ਉਹ ਕਾਂਗਰਸ ਦੇ ਵਿੱਚ ਜਾ ਰਹੇ ਆ ਤੇ ਹਾਲਾਤ ਜਿਹੜੇ ਇਹਨਾਂ ਦੇ ਬਿਲਕੁਲ ਸਾਫ਼ ਹੋ ਗਏ। ਇਹਦਾ ਅਸਲੀ ਜ਼ਿੰਮੇਦਾਰ ਕੇਜਰੀਵਾਲ ਹੈ, ਜਦਕਿ ਇਹਨਾਂ ਨੇ CM ਦਾ ਜਿਹੜਾ ਚਿਹਰਾ ਨਾ ਐਲਾਨਣਾ ਸਭ ਤੋਂ ਵੱਡੀ ਇਹਨਾਂ ਦੀ ਗਲਤੀ ਹੈ। ਪਹਿਲਾਂ ਵੀ ਸੀ ਤੇ ਹੁਣ ਵੀ ਸੀ, ਇਹਨਾਂ ਕੋਲ ਮੌਕਾ ਸੀਗਾ ਹੁਣ, ਪਰ ਮੈਨੂੰ ਨਹੀਂ ਲੱਗਦਾ ਹੁਣ ਇਹ ਲੋਕਾਂ ਨੂੰ ਲੱਗਣ ਲੱਗ ਗਿਆ ਇਹ ਵੀ ਇਹਨਾਂ ਵਰਗੇ ਹੈਗੇ ਆ, ਇਹਨਾਂ ਵਿੱਚ ਕੋਈ ਕੁਛ ਵੀ ਨਹੀਂ। ਜੀ 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 ਜੀ, ਥੈਂਕ ਯੂ, ਬਿਲਕੁਲ ਮਿਹਰਬਾਨੀ। ਮੋਗਾ ਤੋਂ ਕੁਲਦੀਪ ਸਿੰਘ ਬਾਈ ਜੀ ਜੁੜੇ ਸੀ। ਸੋ ਇਹਦੇ 'ਚ ਕਿਤੇ ਨਾ ਕਿਤੇ ਦਿੱਕਤ ਹੈ। ਫਿਰ ਉਹਨਾਂ ਦਾ ਇਹ ਕਹਿ ਜਾਣਾ ਕਿ ਸਿੱਖ ਚਿਹਰਾ ਦੇਵਾਂਗੇ, ਉਹ ਵੀ ਸ਼ਾਇਦ ਪੂਰਾ ਕਰਨਾ ਔਖਾ ਹੋ ਜਾਂਦਾ। ਹਾਲਾਂਕਿ ਸਿੱਖ ਚਿਹਰੇ ਇਹਨਾਂ ਕੋਲ ਹੈਗੇ ਨੇ, ਕੁਲਤਾਰ ਸਿੰਘ ਸੰਧਵਾ ਹੈਗਾ, ਹੋਰ ਹੈਗੇ ਨੇ, ਤੇ ਪਰ ਉਹ ਭਗਵੰਤ ਮਾਨ ਐਕਸੈਪਟ ਨਹੀਂ ਕਰੇਗਾ। ਭਗਵੰਤ ਮਾਨ ਨੂੰ ਲਾਉਂਦੇ ਆ ਤੇ ਫਿਰ ਉਹਨਾਂ ਨੇ ਕਹਿਣਾ ਜੀ ਇਹ ਸਿੱਖ ਚਿਹਰਾ ਕਿੱਥੇ, ਉਹਦੇ ਨਾਲ ਕਈ ਵਿਵਾਦ ਜੁੜ ਜਾਣੇ ਆ ਤੇ ਇਹ ਦਿੱਕਤ ਆਉਣੀ ਆ ਇਹਨਾਂ ਨੂੰ। ਸੋ ਅੱਜ ਮੈਂ ਸਮਝਦਾ ਕਿ ਆਪਾਂ ਆਮ ਆਦਮੀ ਪਾਰਟੀ ਦੇ ਮੁਤਲਕ ਗੱਲਬਾਤ ਕਰੀਏ ਕਿ ਕੀ ਤੁਸੀਂ ਇਹਨਾਂ ਦਾ ਫਿਊਚਰ ਵੇਖਦੇ ਹੋ, ਕਿਉਂਕਿ ਕਈ ਵਾਰੀ ਵੀਰ ਕਹਿ ਦਿੰਦੇ ਨੇ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦੇ। ਮੈਂ ਕੋਸ਼ਿਸ਼ ਵੀ ਕਰਦਾ ਕਿ ਇਹਨਾਂ ਦੀ ਪਾਰਟੀ ਦੇ ਕਿਸੇ ਨੇਤਾ ਨਾਲ ਅਗਰ ਗੱਲ ਹੋ ਸਕੇ, ਥੋੜਾ ਸਮਾਂ ਆਪਾਂ ਟਰਾਈ ਕਰਦੇ ਹਾਂ ਤੇ ਤੁਸੀਂ ਇਸ ਤੇ ਕੋਈ ਗੱਲਬਾਤ ਕਹਿਣਾ ਚਾਹੋ ਤੇ ਆਪ ਦਾ ਸਵਾਗਤ ਹੈ। ਤੇ ਦੂਸਰਿਆਂ ਨਾਲੋਂ ਇਹਨਾਂ ਤੇ ਘੱਟ ਦੋਸ਼ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਇਹਨਾਂ ਦੀ ਆਪਣੀ ਕਮੀ ਰਹੀ ਹੈ, ਕਾਬਲੀਅਤ ਦੀ ਕਮੀ ਰਹੀ ਹੈ, ਲੀਡਰਸ਼ਿਪ ਦੀ ਕਮੀ ਰਹੀ ਹੈ, ਜਿਸ ਕਰਕੇ ਬੰਦੇ ਟੁੱਟਦੇ ਗਏ ਤੇ ਵਿਰੋਧ ਹੁੰਦਾ ਗਿਆ। ਇਸ ਸੰਬੰਧੀ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਾਬਕਾ MLA ਸੁਖਪਾਲ ਸਿੰਘ ਖਹਿਰਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਲੇ ਧਨ ਦੇ ਮਾਮਲੇ ਦੇ ਵਿੱਚ ਜੋ ਗ੍ਰਿਫਤਾਰ ਕੀਤਾ ਸੀ, ਉਸ ਮੁਤਲਕ ਅੱਜ ਉਸ ਦਾ ਰਿਮਾਂਡ 1 ਦਿਨ ਸੀ ਮੋਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ 7 ਦਿਨਾਂ ਹਿਰਾਸਤ ਤੇ ਭੇਜ ਦਿੱਤਾ। ED ਦੀ ਹਿਰਾਸਤ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਤੇ ਹੋਰ ਪੁੱਛਗਿੱਛ ਹੈ ਜਿਹੜੀ ਕੀਤੀ ਜਾਏਗੀ। ਮੁਕੱਦਰ ਸਵਾਗਤ ਹੈ ਬਾਈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਆਮ ਆਦਮੀ ਪਾਰਟੀ ਦਾ ਜੋ ਹੋਣਾ ਸੀ ਉਹ ਹੋ ਗਿਆ ਜੀ, ਪੂਰਾ ਹੋ ਹੀ ਗਿਆ ਜੀ ਕਲੀਅਰ। ਤੇ ਮੈਨੂੰ ਤੁਸੀਂ ਟਿੱਪਣੀ ਮਾੜਾ ਜਿਹਾ ਕਰਿਓ ਜੀ। ਤੇ ਜਿਹੜੀ ਅਕਾਲੀ ਦਲ ਵਾਲੇ ਵਾਰ-ਵਾਰ ਪ੍ਰੈਸ ਕਾਨਫਰੰਸ ਕਰ ਰਹੇ ਨੇ ਵੀ ਸਾਨੂੰ ਫੜਨ ਦੀ ਤਿਆਰੀ ਹੈ, ਇਹ ਲੱਗਦਾ ਹੈ ਵੀ ਛੇਤੀ ਵੀ ਹੋਣ ਵਾਲਾ ਜੀ ਇਹ ਕੰਮ। ਇਹ ਕਰਨਗੇ ਕੁਛ ਨਾ ਕੁਛ। ਹੁਣ ਸਿੱਧੂ ਤੇ ਚੰਨੀ ਇਕੱਠੇ ਹੋ ਗਏ, ਕਾਰਵਾਈ ਪੈਣੀ ਹੈ। ਹਫ਼ਤੇ 10 ਦਿਨਾਂ ਦੇ ਵਿੱਚ ਹੀ ਇਹ ਕੰਮ ਹੋ ਜਾਣਾ ਜੀ, ਦੇਖ ਲਓ ਤੁਸੀਂ। ਨਹੀਂ ਕੁਛ ਨਾ ਕੁਛ ਕਰਨਗੇ, ਪੱਕੇ ਪੈਰੀ ਕਰਨਗੇ ਜੀ। ਇਹਨਾਂ ਨੂੰ ਵੀ ਪਤਾ ਵੀ ਜੇ ਇਹ ਮੰਨ ਲਓ 1-2 ਦਿਨਾਂ 'ਚ ਛੁੱਟ ਕੇ ਆਉਂਦੇ ਨੇ ਬਾਹਰ ਤਾਂ ਉਹਦਾ ਅਸਰ ਉਲਟਾ ਹੋਊਗਾ ਜੀ ਇਹਨਾਂ ਤੇ ਵੀ। ਉਹ ਹੀਰੋ ਬਣਨਗੇ। ਨਹੀਂ ਪੱਕੇ ਪੈਰੀ ਦੇਖੋ ਮੁਕੱਦਰ ਵੀਰ, ਪੱਕੇ ਪੈਰੀ ਪ੍ਰੂਫ ਕਿੰਨੀ ਕੁ ਦੇਰ ਹੈ। ਪਹਿਲਾਂ ਵੀ ਬਾਦਲ ਸਾਹਿਬ ਵੱਡੇ ਤੇ ਛੋਟੇ ਨੂੰ ਗ੍ਰਿਫਤਾਰ ਕੀਤਾ ਸੀਗਾ ਕੈਪਟਨ ਸਾਹਿਬ ਨੇ। ਇੱਕ ਅਦਾਲਤੀ ਸਿਸਟਮ ਹੈ ਨਾ, ਇੱਕ ਉਹਨਾਂ ਕੋਲ ਪਲੀ ਹੈ, ਪੋਲੀਟੀਕਲ ਵੈਂਡੇਟੇ ਦਾ ਬਹਾਨਾ ਆ। ਜੇ ਪ੍ਰੂਫ ਨਹੀਂ ਤੁਸੀਂ ਲੱਖ, ਜਿਵੇਂ ਕੱਲ ਚੰਨੀ ਸਾਹਿਬ ਨੇ ਉਹ ਚਿੱਟੇ ਦੇ ਵਪਾਰੀ, ਉਹ ਤਸਕਰ, ਉਹ ਚੋਰ ਤੱਕ ਕਹਿ ਦਿੱਤਾ। ਉਹਦੀ ਬਜਾਏ ਜੇ ਉਹਨਾਂ ਨੂੰ ਲੱਗਦਾ ਹੈ ਚੋਰ ਹੈ, ਤਸਕਰ ਹੈ, ਚੱਕ ਕੇ ਅੰਦਰ ਸਿੱਟੋ, ਹੈ ਨਾ। ਗੱਲ ਤਾਂ ਉਹੀ ਹੈ ਵੀ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ।
ਕੱਲ ਸਿੱਧੂ ਨੇ ਵੀ ਇਹ ਗੱਲ ਕਹੀ ਸੀ ਰੰਧਾਵੇ ਨੂੰ, ਤੁਸੀਂ ਇਹ ਜਿਹੜੀ ਇਹਨਾਂ ਦੀ ਉਹ ਆਪਣੀ ਇਹਦੀ ਰਿਪੋਰਟ ਹੈ ਕੋਰਟ ਵਾਲੀ ਜਿਹੜੀ, ਇਹ ਕਿਉਂ ਨਹੀਂ ਤੁਸੀਂ ਜਨਤਕ ਕਰਦੇ ਪਏ ਵੀ ਜੇ ਕੋਰਟ ਨਹੀਂ ਕਰਦਾ? ਕੱਲ ਉੱਥੇ ਵੀ ਕਿਹਾ ਨੇ ਵਿਧਾਨ ਸਭਾ ਦੀ। ਹਾਂ ਬਿਲਕੁਲ। ਅੱਜ ਰੰਧਾਵਾ ਸਾਹਿਬ ਦਾ ਵੀ ਬਿਆਨ ਸੀ ਵੀ ਬੇਅਦਬੀ ਤੇ ਦੋਸ਼ੀਆਂ ਨੂੰ ਵੀ ਆਪਣਾ ਅੰਦਰ ਜਾਣ ਦਾ ਵਕਤ ਆ ਗਿਆ ਜੀ, ਦੇਖੋ ਕੀ ਬਣਦਾ ਬਾਕੀ। ਹਾਂ ਸੁਖਬੀਰ ਬਾਦਲ ਦਾ ਅੱਜ ਬਿਆਨ ਆ ਗਿਆ, ਕਹਿੰਦੇ ਜੀ ਬੇਅਦਬੀ ਦੇ ਮਾਮਲੇ 'ਚ ਸਾਨੂੰ ਕਥਿਤ ਤੌਰ ਤੇ ਉਲਝਾਉਣਾ ਚਾਹੁੰਦੇ ਆ, ਪਰ ਉਹਦੇ 'ਚ ਕਈ ਟੈਕਨੀਕਲ ਟਰਮ ਐਂਡ ਕੰਡੀਸ਼ਨ ਨੇ। ਹੁਣ ਜਾਂ ਤੱਕ ਨਵੇਂ ਸਿਰਿਓਂ ਗੂਗਾ ਪੁੱਜਣਗੇ ਕਿਸੇ ਨਾ ਕਿਸੇ ਤਰ੍ਹਾਂ, ਕਿਉਂਕਿ ਇੰਡੀਆ ਦਾ ਕਾਨੂੰਨ ਹੈ ਕਿ ਤੁਰੇ ਜਾਂਦੇ ਬੰਦੇ ਨੂੰ ਫੜ ਕੇ ਜਿਹਨੂੰ ਮਰਜ਼ੀ ਅੰਦਰ ਕਰ ਦੋ। ਹੁਣ 751 ਜੰਦਾ ਕਰ ਦਿੰਦੇ ਨੇ, ਉਹ ਕਾਨੂੰਨ ਹੈ ਵੀ ਤੂੰ ਸਿੱਧਾ ਨਹੀਂ ਤੁਰਿਆ ਜਾ ਰਿਹਾ। ਲਓ ਜੀ ਦੇਖ ਲਓ ਤੁਸੀਂ ਸ਼ਾਹਰੁਖ ਖਾਨ ਦੇ ਬੇਟੇ ਨੂੰ ਕਿੰਨੇ ਦਿਨ ਰੋਲੀ ਗਏ ਨੇ ਜੀ, ਦੇਖ ਲਓ ਬਿਨਾਂ ਵਜ੍ਹਾ ਤੋਂ, ਕੋਈ ਸਬੂਤ ਨਹੀਂ, ਕੋਈ ਲੈਣੀ ਨਹੀਂ ਦੇਣੀ, ਦੇਖ ਲਓ ਜੀ। ਬਿਲਕੁਲ ਸਟੇਟ ਜਦੋਂ ਮਗਰ ਪੈ ਜੇ ਨਾ, ਤੇ ਫਿਰ ਦੇਖੋ ਤੇਲੰਗਾਨਾ ਉੱਥੇ ਆਪਣਾ ਤ੍ਰਿਪੁਰਾ ਦੇ ਵਿੱਚ 110 ਬੰਦਾ ਦੇਸ਼ ਵਿਰੋਧੀ ਕਾਰਵਾਈਆਂ ਲਾ, ਦੱਸੋ ਕਿਹੜੀ ਤੋਪ ਬੀੜੀ ਆ ਉਹਨਾਂ ਨੇ। ਉਹੀ ਬਸ ਬੁਰਾ ਹਾਲ ਹੈ ਜੀ, ਬਸ ਉਹੀ ਗੱਲ, ਉਹ ਅੰਧੇਰ ਨਗਰੀ ਚੌਪਟ ਰਾਜੇ ਵਾਲੀ ਗੱਲ ਹੈ ਬਸ। ਬਿਲਕੁਲ ਮਿਹਰਬਾਨੀ ਮੁਕੱਦਰ ਜੀ, ਮਿਹਰਬਾਨੀ। ਸੋ ਸਿਆਸਤ ਦੇ ਵਿੱਚ ਇਹ ਜਿਹੜੇ ਇਸ ਤਰ੍ਹਾਂ ਦੇ ਕੁਝ ਧਮਾਕੇ ਹੋਣਗੇ, ਜਿਸ ਤਰ੍ਹਾਂ ਚਰਚਾ ਚੱਲ ਰਹੀ ਹੈ ਕਿ ਸੁਖਬੀਰ ਬਾਦਲ ਦਾ ਬਿਆਨ ਵੀ ਹੈ ਕਿ ਬੇਅਦਬੀ ਦੇ ਮਾਮਲੇ 'ਚ ਸਾਨੂੰ ਕਥਿਤ ਤੌਰ ਤੇ ਫਸਾਉਣ ਦੀ ਸਾਜ਼ਿਸ਼ ਜਿਹੜੀ ਹੈ ਸੱਤਾਧਾਰੀ ਕਾਂਗਰਸ ਪਾਰਟੀ ਕਰ ਰਹੀ ਹੈ, ਉਹਨਾਂ ਦਾ ਸ਼ੰਕਾ ਵੀ ਹੈ ਤੇ ਕਿਆਸ ਰਾਈਆਂ ਵੀ ਨੇ, ਇਹ ਕਿਤੇ ਨਾ ਕਿਤੇ ਸਹੀ ਵੀ ਸਾਬਤ ਹੋ ਜਾਣਗੀਆਂ। ਆਪਣੇ ਨਾਲ ਦੋ ਸਰੋਤੇ ਜੁੜੇ ਨੇ ਯੂਐਸ ਤੋਂ, ਸਿਆਟਲ ਤੋਂ ਬਾਈ ਇਕਬਾਲ ਸਿੰਘ ਸਾਦਕ। ਇਕਬਾਲ ਵੀਰ ਸਵਾਗਤ ਹੈ ਤੁਹਾਡਾ, ਵੈਲਕਮ। ਸਤਿ ਸ਼੍ਰੀ ਅਕਾਲ ਬਾਈ ਟਵਾਣਾ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਕਰ ਰਹੇ ਸੀ ਆਪ ਵਾਲਿਆਂ ਦੇ, ਆਪ ਵਾਲਿਆਂ ਦਾ ਦੇਖੋ ਹੁਣ ਗਰਾਊਂਡ ਲੈਵਲ ਤੇ ਤਾਂ ਜ਼ੀਰੋ ਹੀ ਹੈ ਜੀ ਕੰਮ। ਹੁਣ ਲੋਕਾਂ ਦਾ ਜਿਹੜਾ ਆਪਾਂ ਕਹਿੰਦੇ ਨਹੀਂ ਜੀ ਇਹਨਾਂ ਦਾ ਵਿਰੋਧ ਹੈ ਨਹੀਂਗਾ, ਨਹੀਂ ਜੀ ਬਿਲਕੁਲ ਲੋਕ ਬਹੁਤ ਇਹਨਾਂ ਤੋਂ ਤੰਗ ਹੈ, ਕਿਉਂਕਿ ਲੋਕਾਂ ਨੂੰ ਆਸਾਂ ਬਹੁਤ ਸੀ ਇਹਨਾਂ ਤੋਂ। ਜਿਹੜਾ ਸਾਡਾ ਮਾਲਵਾ ਬੈਲਟ ਹੈ ਨਾ, ਤੁਸੀਂ ਵੀ ਮਾਲਵਾ ਬੈਲਟ 'ਚ ਆ ਜਾਂਦੇ ਹੋ, ਪਰ ਲੇਕਿਨ ਜਿੰਨੀਆਂ ਆਸਾਂ ਸੀ ਨਾ ਇਹਨਾਂ ਤੋਂ, ਉਹ ਉਹਨਾਂ ਤੇ ਪੂਰਾ ਨਹੀਂ ਉਤਰੇ। ਲੋਕਾਂ ਨੇ ਤਨ ਮਨ ਧਨ ਨਾਲ ਦੇਖੋ ਜੀ ਨਾਰਾਜ਼ਗੀ ਹੈ, 100% ਨਾਰਾਜ਼ਗੀ ਹੈ ਜੀ। ਤੁਸੀਂ ਜਦੋਂ ਪਿੰਡਾਂ 'ਚ ਜਾਣਗੇ ਨਾ ਇਹਨਾਂ ਦਾ, ਫਿਰ ਇਹਨਾਂ ਨੂੰ ਪਤਾ ਲੱਗੂਗਾ। ਲੋਕ ਬਹੁਤ ਤੰਗ ਹੈ, ਲੋਕਾਂ ਨੂੰ ਅੱਗੇ ਕੁਝ ਦਿਸ ਹੀ ਨਹੀਂ ਰਿਹਾ। ਅਸਲੀਅਤ ਗੱਲ ਤਾਂ ਹੈਗੀ ਹੈ ਇਹ। ਤੇ ਬਾਕੀ ਗੱਲ ਦੇਖੋ ਜੀ, ਜਿੱਦਾਂ ਅਕਾਲੀ ਦਲ ਦੀ ਗੱਲ ਕਰ ਰਹੇ ਸੀ, ਮੈਂ ਤਾਂ ਇਹ ਸਮਝਦਾ ਜੀ, ਦੇਖੋ ਜੇ ਇਹ ਚੰਨੀ ਉਹਨੂੰ ਹੱਥ ਪਾਉਣਗੇ ਕੱਚੇ ਤੇ ਇਹਨਾਂ ਨੂੰ ਨੁਕਸਾਨਦੇਹ ਹੋਊਗਾ, ਫਾਇਦਾ ਨਹੀਂ ਹੋਊਗਾ, ਹੀਰੋ ਬਣ ਜਾਣਗੇ। ਕਿਉਂਕਿ ਜ਼ਮਾਨਤਾਂ ਤਾਂ ਬਾਈ ਹੋ ਜਾਣੀਆਂ, ਕਿਉਂਕਿ ਅਗਲੇ ਦੀ ਪਹੁੰਚ ਗਈ ਹੈ ਸੈਂਟਰ ਤੱਕ, ਪੈਸਾ ਆ, ਅਪਰੋਚ ਆ, ਵੱਡੇ ਵਕੀਲ ਨੇ। ਦੇਖੋ ਜੀ ਕਹਿਣ ਨੂੰ ਭਾਵੇਂ ਕੁਛ ਸਬੂਤ ਵੀ ਕੁਛ ਨਹੀਂ ਹੈ, ਟੂ ਬੀ ਵੈਰੀ ਫਰੈਂਕ। ਜਵਾਨੀ ਜੋ ਮਰਜ਼ੀ ਕਹੀ ਜੋ, ਸਬੂਤ ਜੇ ਹੁੰਦੇ ਤਾਂ ਕੇਜਰੀਵਾਲ ਮਾਫੀ ਮੰਗ ਕੇ ਖੜਾ ਨਾ ਛਡਾਉਂਦੇ, ਹੈ ਨਾ। ਹਾਂਜੀ ਉਹਦਾ ਤੁਸੀਂ ਬਾਕੀ ਜਿੰਨੇ ਮਰਜ਼ੀ ਐਲੀਗੇਸ਼ਨ ਲਾਈ ਜਾਓ, ਹੈ ਨਾ। ਬਾਕੀ ਟੌਨ ਸਾਹਿਬ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ, ਹੁਣ ਸੁਖਪਾਲ ਸਿੰਘ ਖਹਿਰਾ ਦੇਖ ਲਓ ਕਿੱਡਾ ਕੋਨੇ ਵੱਡਾ ਗੁਨਾਹ ਕੀਤਾ ਵੀ, ਜਿਹੜਾ ਦੇਖੋ ਉਹਨੂੰ ਐ ਅਰੈਸਟ ਕੀਤਾ ਗਿਆ। ਤੇ ਕਿਧਰੇ ਯੂਆਪਾ ਵਾਲੇ ਕੇਸਾਂ 'ਚ ਦੇਖੋ ਕੋਈ ਲੀਡਰ ਬੋਲਿਆ, ਚਲੋ ਚੰਗਾ ਮਾੜਾ ਹਰੇਕ ਬੰਦਾ ਹੋ ਸਕਦਾ, ਉਗਣ ਹਰੇਕ ਬੰਦੇ 'ਚ ਹੋ ਸਕਦੇ ਆ, ਪਰ ਮੈਂ ਸਮਝਦਾ ਵੀ ਜਿਹੜੇ ਉਹਨੇ ਕੰਮ ਕੀਤੇ ਆ, ਜੋ ਯੂਆਪਾ ਵਾਲਾ ਕੰਮ ਕੀਤਾ, ਆਵਾਜ਼ ਠਾਈ, ਹੈ ਨਾ ਜੀ, ਤੇ ਕੋਈ ਇੱਥੇ ਹਾਲ ਨਹੀਂ ਹੈਗਾ ਮੇਰੇ ਹਿਸਾਬ ਨਾਲ। ਹਾਲ ਤਾਂ ਤ੍ਰਿਪੁਰਾ 'ਚ ਵੇਖ ਲਓ, 110 ਬੰਦਾ ਚੱਕ ਕੇ ਟੰਗ ਦਿੱਤਾ, ਪੱਤਰਕਾਰ, ਹੈ ਨਾ, ਸੋਸ਼ਲ ਵਰਕਰ ਆ ਕੇ ਤੁਸੀਂ ਦੇਸ਼ ਵਿਰੋਧੀ ਕਾਰਵਾਈਆਂ ਕਰਦੇ ਹੋ, ਪੁੱਛਣ ਵਾਲਾ ਕੋਈ ਥੋੜੀ ਹੈ। ਆ ਦੂਸਰੇ ਪਾਸੇ ਕੰਗਰਾ ਰਣੌਤ ਹੈ, ਸ਼ਰੇਆਮ ਅਪਮਾਨ ਉਡਾਈ ਜਾਂਦੀ ਆਜ਼ਾਦੀ ਦਾ, ਕਹਿੰਦੀ ਆਜ਼ਾਦੀ ਮੋਦੀ ਸਾਹਿਬ ਲੈ ਕੇ ਆਇਆ 2014 'ਚ, ਉਹਨੂੰ ਪਦਮ ਸ਼੍ਰੀ ਮਿਲ ਰਿਹਾ, ਹਾਲਾਂਕਿ ਪਰਚਾ ਹੋ ਗਿਆ ਬੀਬੀ ਤੇ ਉਹਦੇ ਤੇ ਵੀ ਜੀ। ਥੈਂਕ ਯੂ ਸਾਦਿਕ ਸਾਹਿਬ। ਓਕੇ, ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਸਾਦਿਕ ਸਾਹਿਬ। ਸ਼ੇਰਗਿਲ ਸਾਹਿਬ ਸਵਾਗਤ ਹੈ ਤੁਹਾਡਾ, ਵੈਲਕਮ। ਹੈਲੋ, ਹਾਂਜੀ 43 ਨੰਬਰ ਸਰ, ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਗੁਰਮੀਤ ਸਿੰਘ ਬੋਲਦਾ ਜੀ, ਆਸੇ ਮਾਜਰੇ ਤੋਂ। ਹਾਂਜੀ ਗੁਰਮੀਤ ਸਿੰਘ ਆਸੇ ਮਾਜਰਾ, ਸਵਾਗਤ ਹੈ ਬਾਈ ਜੀ, ਵੈਲਕਮ। ਹੋਰ ਸਰ ਠੀਕ ਹੋ ਜੀ? ਸਭ ਵਧੀਆ, ਚੜ੍ਹਦੀ ਕਲਾ, ਮੇਰਾ ਵਾਹਿਗੁਰੂ ਦੀਆਂ। ਸੁਰਿੰਦਰ ਜੀ ਉਹਦੇ ਟਾਈਮ ਪੂਰੇ ਆਪਣੇ? ਹਾਂ ਸੁਰਿੰਦਰ ਕਾਇਮ ਨੇ ਉਦਾਂ, ਕੱਲ ਥੋੜਾ ਜਿਹਾ ਫੇਰ ਉਹਨਾਂ ਦੀ ਗੱਡੀ ਮਾੜੀ ਜੀ ਪੈਂਚਰ ਹੋ ਗਈ, ਚਲੋ ਜ਼ੋਰ ਲੱਗ ਗਿਆ ਲੱਗਦਾ, ਤਾਂ ਹੀ ਤਾਂ ਮੈਂ ਆਖਿਆ ਸੀ ਮੈਂ ਰਹਿਣ ਦੋ, ਕਹਿੰਦਾ ਨਹੀਂ ਮੈਂ ਆਉਣਾ। ਵੈਸਟ ਕਰਨਗੇ ਜੀ, ਕੋਈ ਪ੍ਰੂਫ ਹੈਗਾ ਸਰਕਾਰ ਕੋਲ ਬੇਅਦਬੀ ਦਾ ਜਾਂ ਹੋਰ ਕੋਈ ਬੰਦਾ ਸਾਹਮਣੇ ਆਇਆ ਵੀ ਬਾਦਲ ਦਾ ਨਾਮ ਲਿਆ ਜਿਹੜੇ ਨੇ? ਨਹੀਂ ਦੇਖੋ ਆਸੇ ਮਾਜਰਾ ਸਾਹਿਬ, ਜਦੋਂ ਸਰਕਾਰ ਨੇ ਕਿਸੇ ਨੂੰ ਟੰਗਣਾ ਨਾ, ਲੋਕ ਮੈਂ ਕਹਿਣਾ ਆਪਾਂ ਮੈਨੂੰ ਸਮਝ ਨਹੀਂ ਆਉਂਦੀ ਹੈਗੀ, ਬੰਦੇ ਕੋਈ ਵੇਸਟ ਹੋਵੇ ਸਬੂਤ ਤੇ ਨਾਲ ਫੜਨਗੇ, ਅਰੈਸਟ ਕਰਨਗੇ, ਕੋਈ ਸਬੂਤ ਹੋਊਗਾ। 4.5 ਪੌਣੇ ਸਾਲ ਤਾਂ ਹੋ ਗਏ ਨੇ ਜੀ, ਜੇ ਪ੍ਰੂਫ ਦੀ ਗੱਡੀ ਕਿਉਂ ਨਹੀਂ ਫੜਿਆ, ਅਰੈਸਟ ਕਿਉਂ ਨਹੀਂ ਕਰੇ ਬਾਦਲ? ਹਾਂਜੀ, ਤੇ ਕੋਈ ਪ੍ਰੂਫ ਨਾਲ ਆਪਾਂ ਚੱਲ ਸਕਦੇ ਨਾ। ਦੇਖੋ
ਸਰਕਾਰ ਦੀ ਪ੍ਰੂਫ ਜੇ ਹੋਊਗਾ ਸਹੀ ਰੈਸਟ ਕਰਦਾ ਜਿਹੜਾ ਪੁਲਿਸ ਹੁਣ ਆਪਾਂ ਆਸੇ ਮਾਜਰਾ ਸਾਹਿਬ ਦੇਖ ਰਹੇ ਹਾਂ ਕਰ ਲੈਣਗੇ ਕੋਰਟਾਂ ਚ ਜਾਣਗੇ ਫਿਰ ਕੀ ਬਣਨਾ ਕੀ ਇਹਦਾ ਕੀ ਫਾਇਦਾ ਹੋਇਆ। ਗੱਲ ਤਾਂ ਬੇਅਦਬੀ ਦੀ ਹੈ ਵੀ ਬਾਦਲ ਦੇ ਕਹਿੰਦੇ ਦੋਸ਼ ਲਾਉਣੇ ਨੇ ਵੀ ਇਹਨਾਂ ਨੇ ਕਰਾਈ ਹੈ ਬਾਦਲਾਂ ਨੇ ਕਰਾਈ ਹੈ ਪਰ ਪ੍ਰੂਫ ਵੀ 5 ਸਾਲਾਂ ਦਾ ਪ੍ਰੂਫ ਤਾਂ ਲੱਭੇ ਨਹੀਂ ਹੁਣ ਤੱਕ। ਹੁਣ ਸੈਣੀ ਦਾ ਕੈਪਟਨ ਨਾਲ ਇੱਟ ਖੜਕਾ ਸੀ ਸਿਟੀ ਸੈਂਟਰ ਘੁਟਾਲੇ ਚ ਸੈਣੀ ਧਿਰ ਬਣ ਗਿਆ ਸੀਗਾ ਤੇ ਸੈਣੀ ਰੈਸਟ ਕਰ ਹੀ ਲਿਆ ਸੀ। ਮਰਜ਼ੀ ਕਰ ਲਓ ਹੁਣ ਬਾਦਲ ਕਰ ਲਿਆ ਸੀ ਪਹਿਲਾਂ 2002 ਚ ਵਿੱਚ ਬਾਦਲ ਕਰ ਲਿਆ ਸੀਗਾ ਬਾਦਲ ਵੀ ਕਰ ਰਹਾ ਅਮਰਿੰਦਰ ਨੂੰ 2007 ਤੋਂ ਬਾਅਦ ਰੈਸਟ ਪਰ ਉਹ ਜ਼ਮਾਨਤ ਲੈ ਕੇ ਚਲੋ ਪਤਾ ਪਹਿਲੇ ਜ਼ਮਾਨਤ ਟਰਾਈ ਕਰਦਾ ਸੀ ਉਹ ਅਮਰਿੰਦਰ ਬਾਦਲ ਗਿਆ ਸੀ ਕੋਰਟ ਤੇ ਕੋਰਟ ਚ ਚਲਾ ਗਿਆ 2007 ਤੋਂ ਬਾਅਦ ਤੇ ਜਮਾਨ ਨੂੰ ਪਤਾ ਹੋਊਗਾ ਉਹਨੇ ਜੇ ਕਰਨਾ ਹੁਣ ਬਾਦਲ ਦਾ ਕਰ ਸਕਦਾ ਸੀ ਬਾਦਲ ਉਹਨੇ ਕਰ ਸਕਦੇ ਸੀ ਉਹਨੂੰ ਪਰ ਨਹੀਂ ਕਰਿਆ। ਠੀਕ ਹੈ ਉਹਨਾਂ ਦੀ ਆਪਣੀ ਪਾਲਿਸੀ ਸੀਗੀ ਉਹਨੇ ਜ਼ਮਾਨਤਾਂ ਵੀ ਲੈ ਲਈਆਂ ਸੀਗੀਆਂ ਪਹਿਲਾਂ ਕੋਰਟਾਂ ਚ ਵਗ ਗਿਆ ਸੀਗਾ ਪ੍ਰੂਫ ਤੋਂ ਬਗੈਰ ਪਤਾ ਨਹੀਂ ਆਪਾਂ ਟੱਕਰਾਂ ਮਾਰੀ ਇਹਨਾਂ ਲੋਕ ਕੀ ਕਹੀ ਜਾਂਦੇ ਕਿਵੇਂ ਕਰਨਗੇ ਮੈਨੂੰ ਸਮਝ ਆਉਂਦੀ ਨਹੀਂ ਹੁਣ ਟੱਕਰਾ ਪ੍ਰੂਫ ਦਾ ਕੋਈ ਦਿਖਿਆ ਸਾਨੂੰ ਤਾਂ ਦੇਖਿਆ ਨਹੀਂ। ਅਸੀਂ ਰੋਜ਼ ਮੀਡੀਆ ਦਿਖਾਉਂਦੇ ਹਾਂ ਖਬਰਾਂ ਪੜ੍ਹਦੇ ਹਾਂ ਇਹਨਾਂ ਬੇਅਦਬੀ ਕਰਾਈ ਹੈ ਸਾਹਮਣੇ ਤਾਂ ਆਵੇ ਨਾ ਵੀ ਕੋਈ ਬੰਦਾ ਵੀ ਬੇਅਦਬੀ ਸਾਨੂੰ ਭੇਜਿਆ ਸੀਗਾ ਅਸੀਂ ਕਰਵਾਈ ਬਾਦਲ ਦਾ ਨਾਮ ਤਾਂ ਲਵੇ ਨਾ। ਥੈਂਕ ਯੂ ਗੁਰਮੀਤ ਸਿੰਘ ਜੀ ਥੈਂਕ ਯੂ ਮਿਹਰਬਾਨੀ ਸਤਿ ਸ਼੍ਰੀ ਅਕਾਲ। ਗੱਲ ਇਹ ਹੈ ਨਾ ਕਿ ਲੋਕ ਖੁਸ਼ ਹੋਣੇ ਨੇ ਨਾ ਲੋਕ ਤਾਂ ਹੁਣ ਚੰਨੀ ਤੋਂ ਵੀ ਖੁਸ਼ ਨੇ ਕਿ ਚੰਨੀ ਨੇ ਵਧੀਆ ਕੀਤਾ ਸੈਟੀਸਫਾਈ ਹੁੰਦਾ ਵੋਟਰ। ਸਵਾਗਤ ਹੈ ਗੁਰਵੀਰ ਤੁਹਾਡਾ ਕੰਟਰੀ ਤੋਂ। ਹਾਂਜੀ ਸਤਿ ਸ਼੍ਰੀ ਅਕਾਲ ਟਵਾਣਾ ਸਤਿ ਸ਼੍ਰੀ ਅਕਾਲ ਗੁਰਵੀਰ। ਹਾਂਜੀ ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ ਮੈਂ ਤੇ ਇਹੀ ਕਹਿਣਾ ਸੀਗਾ ਹੁਣ ਸੁਖਬੀਰ ਬਾਦਲ ਦਾ ਹਾਲ ਉਹ ਡਰਾਤਾ ਜਿੱਦਾਂ ਕਹਿੰਦੇ ਮਾਰੇ ਨਾਲੋਂ ਡਰਾਇਆ ਚੰਗਾ ਉਹ ਹਾਲ ਸੁਖਬੀਰ ਬਾਦਲ ਦਾ ਥੋੜਾ ਜਿਹਾ ਕਰਤਾ ਇਹਨਾਂ ਨੇ। ਸੋ ਦੂਸਰੀ ਜਿਹੜੀ ਕੰਗਣਾ ਦੀ ਗੱਲ ਕੀਤੀ ਤੁਸੀਂ ਹੁਣ ਕੰਗਣਾ ਨੂੰ ਬੰਦਾ ਪੁੱਛੇ ਵੀ ਜੇ ਤੈਨੂੰ ਇੰਨੀ ਅਕਲ ਆ ਫੇਰ ਚੱਲ ਤੂੰ ਫਿਲਮਾਂ ਕੀਤੀਆਂ ਸਭ ਕੁਝ। ਹੁਣ ਜਿਹੜੇ ਮੋਦੀ ਸਾਹਿਬ ਆ ਉਹ ਅਸਲ ਵਿੱਚ ਕੋਈ ਲੋਕਤੰਤਰ ਡੈਮੋਕ੍ਰੇਟਿਕ ਬੰਦੇ ਲੱਗੇ। ਮੈਂ ਇੱਕ ਦਿਨ ਕਿਹਾ ਸੀ ਜਿਹੜੇ ਹੁਣ ਕਿਸੇ ਦੇ ਨਿਆਣੇ ਖਿਲਾ ਰਹੇ ਕਰ ਰਹੇ ਜਾ ਕੇ ਮਾਨੀਆਂ ਅਡਾਨੀਆਂ ਦੇ ਜਾਂ ਉਹਨਾਂ ਲਈ ਜਾ ਕੇ ਆਸਟ੍ਰੇਲੀਆ ਦੇ ਵਿੱਚ ਉੱਧਰਲੀਆਂ ਕੋਲੇ ਲਈ ਜੋ ਕੁਛ ਵੀ ਜਿੱਦਾਂ ਆਪਣਾ ਇੱਕ ਇੰਨਾ ਅਹੁਦਾ ਸਿੱਟ ਰਹੇ ਆ ਅੱਜ ਤੱਕ ਕਿਸੇ ਪ੍ਰਾਈਮ ਮਿਨਿਸਟਰ ਨੇ ਇਹ ਕੰਮ ਕੀਤਾ ਨਹੀਂ। ਸੋ ਇਸ ਕਰਕੇ ਉਹ ਕਿਹੜੀ ਉਹ ਤਾਂ ਡੈਮੋਕ੍ਰੇਸੀ ਨੇ ਵੀ ਡੈਮੋਕ੍ਰੇਸੀ ਵੀ ਨਹੀਂ ਅਸੀਂ ਉਹਨੂੰ ਕਹਿ ਸਕਦੇ ਤਾਂ ਉਹ ਆਜ਼ਾਦੀ ਦੀ ਗੱਲ ਕਰ ਰਹੇ ਆ। ਸੋ ਬਾਕੀ ਜਿਹੜਾ ਹੁਣ ਸੁਖਬੀਰ ਬਾਦਲ ਦਾ ਥੋੜਾ ਜਿਹਾ ਪਤਾ ਨਹੀਂ ਬੰਦਾ ਹੋ ਤਾਂ ਜਾਂਦਾ ਆ ਕਿਤੇ ਨਾ ਕਿਤੇ। ਚਲੋ ਜੀ ਅਸੀਂ ਇਹ ਕਹੀਏ ਸੁਖਬੀਰ ਬਾਦਲ ਚਾਂਸ ਹੈਗੇ ਆ ਪੰਗਾ ਲੈਣਗੇ ਸਿੱਧੂ ਤੇ ਚੰਨੀ ਇਕੱਠੇ ਹੋ ਗਏ ਇੱਕ ਵਾਰੀ ਮਨ ਆਈ ਤਾਂ ਕਰਨਗੇ। ਹਾਂਜੀ ਲੈਣਗੇ। ਚਲੋ ਸੁਖਬੀਰ ਹੁਣ ਜਿਹੜੇ ਵੱਡੇ ਬਾਦਲ ਉਹ ਤਾਂ ਬਜ਼ੁਰਗ ਹੋ ਗਏ ਮੈਨੂੰ ਲੱਗਦਾ ਨਹੀਂ ਉਹਨਾਂ ਦਾ ਕੋਈ ਰਿਮਾਂਡ ਵੀ ਲੈਣਗੇ ਕਰਨਗੇ। ਨਹੀਂ ਮਜੀਠਾ ਜਾਂ ਸੁਖਬੀਰ ਤੇ ਅੱਖ ਜ਼ਿਆਦਾ ਮਜੀਠਾ ਤੇ ਜ਼ਿਆਦਾ ਕਿਉਂਕਿ ਜਿਹੜਾ ਭੋਲਾ ਡਰੱਗ ਕੇਸ ਹੈ ਨਾ ਉਹ ਕਿਉਂਕਿ ਮਜੀਠੇ ਪ੍ਰਤੀ ਲੋਕਾਂ ਨੂੰ ਰੰਜ ਜ਼ਿਆਦਾ ਸੁਖਬੀਰ ਨਾਲੋਂ ਮਜੀਠੇ ਤੇ ਰੰਜ ਜ਼ਿਆਦਾ ਲੋਕਾਂ ਨੂੰ ਇਹ ਵੀ ਕਰ ਹਾਂਜੀ ਹੁਣ ਕੈਪਟਨ ਸਾਹਿਬ ਤੇ ਇੱਕ ਪਾਸੇ ਬਹਿ ਕੇ ਤਮਾਸ਼ਾ ਦੇਖਣਗੇ। ਬਾਕੀ ਕੈਪਟਨ ਸਾਹਿਬ ਦੇ ਜਿਹੜੇ ਬਾਦਲ ਸੀਗੇ ਨਾ ਜਿਹੜੇ ਅਸਲ ਵਿੱਚ ਵੱਡੇ ਬਾਦਲ ਆ ਉਹਨਾਂ ਦੀ ਥੋੜੀ ਰਾਜਨੀਤੀ ਕਰਨ ਦੀ ਸਕੀਮ ਹੀ ਵੱਖਰੀ ਸੀਗੀ। ਉਹ ਬੰਦੇ ਨੂੰ ਅੰਦਰ ਦੇਣਾ ਕਰਨਾ ਉਹ ਥੋੜਾ ਇਹਨਾਂ ਗੱਲਾਂ 'ਚ ਯਕੀਨ ਘੱਟ ਕਰਦੇ ਤਾਂ ਹੀ ਉਹ ਰਾਜ ਕਰ ਗਏ। ਉਹ ਵੈਸੇ ਖਤਮ ਕਰਦੇ ਸੀਗੇ ਉਹ ਤਾਂ ਮਤਲਬ ਵਿਰੋਧੀਆਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਾ ਕੇ ਨਾ ਗੋਡੀ ਹੱਥ ਲਵਾਈ ਮਾਰ ਦਿੰਦੇ ਸੀ ਬਸ ਹਾਂਜੀ ਇਹ ਗੱਲ ਉਹਨਾਂ ਨੂੰ ਸਾਰੀ ਪੋਲੀਟਿਕਸ ਪਤਾ ਸੀ। ਬਾਕੀ ਸੁਖਬੀਰ ਵੀ ਅਮਰੀਕਾ ਦੇ ਵਿੱਚ ਵੱਡਿਆਂ ਜੰਮਿਆ ਪੜਿਆ ਅੱਛਾ ਕਰਦਾ ਸੁਖਬੀਰ ਵੀ ਆਈ ਹੈ। ਹੁਣ ਜਦੋਂ ਮਨਪ੍ਰੀਤ ਅੱਡ ਹੋਇਆ ਚਰਨਜੀਤ ਬਰਾੜ ਹੋਰੀ ਉਹਦੇ ਨਾਲ ਚਲੇ ਗਏ ਤੇ ਕਿਵੇਂ ਘੇਰ ਕੇ ਲਿਆਂਦੇ ਹੈਨਾ। ਇਹ ਮਤਲਬ ਗੋਡੇ ਸਤਿੰਦਰਪਾਲ ਸਿੰਧਵਾ ਸੀਗਾ ਕਿੰਨਾ ਬੋਲਦਾ ਹੁੰਦਾ ਸੀ ਸੁਖਬੀਰ ਦੇ ਖਿਲਾਫ ਤੇ ਉਹੀ ਸੁਖਬੀਰ ਨੂੰ ਦਮ ਦਵਾਉਂਦਾ। ਜਦੋਂ ਸੁਖਬੀਰ ਨੇ ਦਮ ਲੈਣਾ ਹੁੰਦਾ ਸੀ ਸਤਿੰਦਰਪਾਲ ਸਿੰਧਵਾ ਬੋਲੇ ਸੋਹਣੇ ਹਾਲ ਸਤਿ ਸ੍ਰੀ ਅਕਾਲ ਦਾ ਨਾਰਾ ਲਾਉਂਦਾ ਸੀ ਜੈਕਾਰਾ ਲਾਉਂਦਾ ਸੀ। ਬੋਲੇ ਸੋਹਣੇ ਹਾਲ ਤਾਂ ਇਹ ਚਲੋ ਬੁਲਾਉਂਦੇ ਹੀ ਰਹਿੰਦੇ ਭਾਵੇਂ ਗੱਲ ਕੋਈ ਸਮਝ ਲੱਗੇ ਚਾਹੇ ਨਾ ਲੱਗੇ। ਫਿਰ ਉਹਦਾ ਨੀਲਾ ਬਾਬਾ ਕਹਿੰਦਾ ਜਕਾਰੇ ਵਾਲੀ ਤਾਂ ਗੱਲ ਹੀ ਨਹੀਂ ਉਹ ਕੰਮ ਮੇਰਾ ਤਾਂ ਹੋਇਆ। ਤੇ ਬਾਕੀ ਜਿਹੜੇ ਹੁਣ ਕੈਪਟਨ ਸਾਹਿਬ ਆ ਉਹ ਤੇ ਤੁਸੀਂ ਅੱਗੇ ਵੀ ਕਈ ਵਾਰੀ ਕਹਿੰਦੇ ਉਹ ਤਾਂ ਬਹੁਤ ਡਰਦੇ ਆ ਅੰਦਰ ਜਾਣ ਤੋਂ ਬਹੁਤ ਘਬਰਾਉਂਦੇ ਆ। ਮੈਨੂੰ ਨਹੀਂ ਲੱਗਦਾ ਕੈਪਟਨ ਸਾਹਿਬ ਨੂੰ ਭਾਵੇਂ ਉਹ ਅੰਦਰ ਜਿੰਨੀ ਮਰਜ਼ੀ ਵੀ ਦੇ ਦੇਣ ਅੰਦਰ ਸਹੂਲਤ ਪਰ ਕੈਪਟਨ ਸਾਹਿਬ ਨਹੀਂ ਰਹਿ ਸਕਦੇ ਐਵੇਂ ਕਹਿ ਲਾ ਨਹੀਂ ਅੰਦਰ ਜਾਣ ਤੋਂ ਡਰਦੇ ਨੇ ਤੇ ਉਹਨਾਂ ਨੇ ਬੀਜੇਪੀ ਦਾ ਹੌਲਾ ਪੱਕਿਆ ਹੈ ਨਾ। ਹਾਂਜੀ ਉਹ ਤਾਂ ਗੱਲ ਹੈਗੀ ਆ। ਹਾਂਜੀ ਠੀਕ ਹੈ ਤੁਹਾਡਾ ਸਾਹਿਬ ਥੈਂਕ ਯੂ ਮਿਹਰਬਾਨੀ। ਹੁਣ ਤੁਸੀਂ ਵੇਖੋ ਕਿ ਇੱਕ ਪਾਸੇ ਦੇਸ਼ ਭਗਤੀ ਦੀ ਗੱਲ ਕਰਦੀ ਹੈ ਕੰਗਣਾ ਰਣੌਤ ਇਹਦੇ ਖਿਲਾਫ ਜੈਪੁਰ ਤੇ ਜੋਧਪੁਰ 'ਚ ਕੇਸ ਦਰਜ ਹੋ ਗਿਆ ਉਹਦੇ ਪਰ ਤੇ ਚੂਰੂ ਪੁਲਿਸ ਕੋਲ ਵੀ ਇਹਦੀ ਸ਼ਿਕਾਇਤ ਦਰਜ ਹੋਈ ਹੈ। ਸੋ ਕਈ ਪਾਸਿਆਂ ਤੋਂ ਘੇਰ ਰਹੀ ਹੈ ਜਿਹੜੀ ਕਹਿੰਦੀ ਸੀ 47 'ਚ ਆਜ਼ਾਦੀ ਜੁਦੀ ਕੋਈ ਨਹੀਂ ਮਿਲੀ ਭੀਖ ਮਿਲੀ ਆਜ਼ਾਦੀ ਤਾਂ 2014 'ਚ ਮਿਲੀ ਹੈ। ਮਸਲਨ ਧਰਮ ਦਾ ਐਡਾ ਬੇਵਕੂਫਾਨਾ ਜਾਲ ਸਾਡੇ ਲੋਕਾਂ ਤੇ ਪਿਆ ਹੋਇਆ ਸਿੱਖਾਂ ਨੂੰ ਸਿੱਖ ਚੰਗੇ ਲੱਗਦੇ ਨੇ ਹਿੰਦੂਆਂ ਨੂੰ ਹਿੰਦੂ ਮੁਸਲਿਮ ਨੂੰ ਮੁਸਲਿਮ ਮਤਲਬ ਇਨਸਾਨੀਅਤ ਵਾਲੀ ਤਾਂ ਗੱਲ ਹੀ ਨਹੀਂ ਕੋਈ ਇੱਥੇ। ਹਾਲਾਂਕਿ ਕੀ ਸਿੱਖ ਦਾ ਵੈਰੀ ਨਹੀਂ ਕੀ ਹਿੰਦੂ ਨਾਲ ਜਾਤੀ ਨਹੀਂ ਕਰਦਾ। ਆ ਜਾਟ ਅੰਦੋਲਨ 'ਚ ਕੀ ਹੋਇਆ ਸੀ
ਹੋਰ ਕੀ ਕੁਛ ਹੋ ਰਿਹਾ ਰੋਜ਼, ਹੈ ਨਾ। ਆਪਾਂ ਸਵੇਰੇ ਗੱਲ ਕੀਤੀ ਸੀ, ਇੱਕ ਗਨੀ ਰਾਮ ਬਾਬੇ ਨੇ ਕੀ ਕੀਤਾ ਫਲੋਰ ਦੇ ਵਿੱਚ ਇੱਕ ਬੀਬੀ ਨਾਲ, ਇਹ ਰੋਜ਼ ਹੋ ਰਿਹਾ। ਪਰ ਅਸੀਂ ਕਹਿਣਾ ਨਾ ਜੀ, ਆਪਣਾ ਮਾਰੂ ਛਾਵੇਂ ਸੁੱਟੂ। ਇਹ ਹੁਣ ਜਿਵੇਂ ਕੰਗਣਾ ਰਣੌਤ ਵਰਗੇ ਬੇਵਕੂਫ ਲੋਕਾਂ ਨੂੰ ਪਦਮ ਸ਼੍ਰੀ ਨਵਾਜਿਆ ਜਾ ਰਿਹਾ, ਤੇ ਉਧਰ ਹਾਲਾਤ ਕੀ ਹੈ ਦੇਸ਼ ਦੀ। ਇੱਕ ਪਾਸੇ ਗਰੀਬ ਦੀ ਝੁੱਗੀ ਝੋਪੜੀ ਹੈ ਜਿਹੜੀ, ਉਹਦੇ 'ਚ ਰੌਣਕ ਨਹੀਂ ਹੈ। ਦੂਜੇ ਪਾਸੇ ਗੌਤਮ ਅਡਾਨੀ ਮੋਦੀ ਸਾਹਿਬ ਦੀ ਕਿਰਪਾ ਨਾਲ 24ਵੇਂ ਰੈਂਕ ਤੇ ਸੀ ਦੁਨੀਆ ਦੇ ਅਮੀਰਾਂ 'ਚੋਂ। ਅੱਜ ਰਿਪੋਰਟਾਂ ਫਿਰ ਨਸ਼ਰ ਹੋਈਆਂ ਨੇ। ਸੋ ਗੌਤਮ ਅਡਾਨੀ ਦੀ ਨੈਟਵਰਕ ਗਰੋਥ ਜਿਹੜੀ ਹੋਈ ਹੈ ਨਾ, 81 ਅਰਬ ਡਾਲਰ ਹੋਈ ਹੈ। ਅਡਾਨੀ ਗਰੁੱਪ ਦੀਆਂ ਕੰਪਨੀਆਂ ਦਾ ਮਾਰਕੀਟ ਕੈਪ 10 ਲੱਖ ਕਰੋੜ ਦੇ ਕਰੀਬ ਹੈ। ਅਡਾਨੀ ਦੇ ਸ਼ੇਅਰਾਂ 'ਚ ਬਹੁਤ ਜ਼ਬਰਦਸਤ ਤੇਜ਼ੀ ਹੈ ਤੇ ਮੁਕੇਸ਼ ਦੇ ਬਿਲਕੁਲ ਨੇੜੇ ਪਹੁੰਚ ਗਏ ਨੇ। ਮੁਕੇਸ਼ ਅੰਬਾਨੀ ਦੁਨੀਆ ਦੇ 11ਵੇਂ ਨੰਬਰ ਤੇ ਨੇ ਤੇ ਗੌਤਮ ਅਡਾਨੀ ਦੁਨੀਆ ਦੇ 24ਵੇਂ ਨੰਬਰ ਤੇ ਸੀ। 10 ਸਟੈਪ ਛਾਲ ਮਾਰ ਕੇ 14ਵੇਂ ਨੰਬਰ ਤੇ ਆ ਗਿਆ। ਕੀ ਅਕਲ ਸਾਰੀ ਇਹਨਾਂ ਗੁਜਰਾਤੀਆਂ ਕੋਲ ਹੀ ਹੈ? ਗੁਜਰਾਤੀਆਂ 'ਚੋਂ ਵੀ ਅੰਬਾਨੀ ਤੇ ਅਡਾਨੀ ਕੋਲ ਹੀ ਹੈ। ਕਿਹੜੀ ਗਿੱਦੜ ਸਿੰਘੀ ਹੈ ਮੋਦੀ ਸਾਹਿਬ? ਕੀ ਪ੍ਰਚਾਰ ਨਹੀਂ ਤੁਸੀਂ ਕਰ ਰਹੇ? ਜੀਓ ਜੀਓ ਲਾਈਏ ਸਾਰਾ ਦਿਨ। ਤੇ ਬਾਕੀ ਜਿਹੜੇ ਸ਼੍ਰੀ ਰਾਮ ਲੱਲਾ ਦੇ ਬੱਚੇ ਨੇ, ਉਹ 5-6 ਹਜ਼ਾਰ ਬੱਚਾ ਪਰਸੋਂ ਵੀ ਮਰਿਆ ਤੇ ਕੱਲ ਨੂੰ ਵੀ ਮਰੇਗਾ ਤੇ ਅੱਜ ਵੀ ਮਰਿਆ। ਉਹ ਮਨਮੋਹਨ ਸਿੰਘ ਦੇ ਵਕਤ ਵੀ ਇਹੀ ਹਾਲਾਤ ਸੀ ਤੇ ਹੁਣ ਤੁਹਾਡੇ 7 ਸਾਲਾਂ ਦੇ ਰਾਜ 'ਚ ਵੀ ਇਹੀ ਹਾਲਾਤ ਨੇ। ਕੀ ਨਿਆਣੇ ਸਿਰਫ ਰਿਲਾਇੰਸ ਦੇ ਖਿਡੌਣੇ ਨੇ? ਬਾਕੀ ਸ਼੍ਰੀ ਰਾਮ ਲੱਲਾ ਦੇ ਬਾਕੀ ਵੰਸ਼ਜ ਦਾ ਕੀ ਹਾਲ ਹੈ? ਪੁੱਛੋ ਕਿਸੇ ਹਰਦੋਈ ਜਾ ਕੇ ਉਸ ਭੋਗੀ ਲਾਲ ਕਿਸਾਨ ਨੂੰ ਜਿਹੜਾ 2 ਦਿਨ ਲਾਈਨ 'ਚ ਲੱਗਿਆ ਖੜਾ ਰਿਹਾ ਡੀਏਪੀ ਖਾਦ ਦੇ ਵਾਸਤੇ, ਮੌਤ ਹੋ ਗਈ ਹੈ। ਪੁੱਛੋ ਲਖਨਊ ਜਾ ਕੇ ਉਸ ਸਵਾਈ ਸੇਵਕ ਨੂੰ ਜਿਹੜਾ ਕੁੱਟ ਕੇ ਮਾਰ ਦਿੱਤਾ ਯੋਗੀ ਦੀ ਪੁਲਿਸ ਨੇ। ਕੀ ਨਹੀਂ ਹੋ ਰਿਹਾ ਯਾਰ? ਅਡਾਨੀ ਗਰੁੱਪ ਦਾ ਮਾਰਕੀਟ ਕੈਪ 1 ਸਾਲ ਦੇ ਵਿੱਚ ਟੌਪ ਤੇ ਪਹੁੰਚ ਗਿਆ। ਇਸ ਗਰੁੱਪ ਦੀ ਜਿਹੜੀ ਲਿਸਟਡ ਕੁੱਲ 6 ਕੰਪਨੀਆਂ ਦਾ ਮਾਰਕੀਟ ਕੈਪ 9.91 ਲੱਖ ਕਰੋੜ ਨੂੰ ਟੱਪ ਚੁੱਕਾ ਹੈ। ਇਸ ਗਰੁੱਪ ਦੇ ਮਾਲਕ ਗੌਤਮ ਅਡਾਨੀ ਦੁਨੀਆ ਦੇ 14ਵੇਂ ਨੰਬਰ ਦੇ ਸਭ ਤੋਂ ਅਮੀਰ ਬਿਜ਼ਨਸਮੈਨ ਬਣ ਗਏ ਨੇ, ਜਿਹੜਾ ਕਿ 24ਵੇਂ ਨੰਬਰ ਤੇ ਸੀਗਾ। 3 ਮਹੀਨਿਆਂ ਦੇ ਵਿੱਚ ਇਸ ਦੇ ਸ਼ੇਅਰਾਂ ਦੀਆਂ ਕੀਮਤਾਂ ਦੇ ਵਿੱਚ ਬੇਤਹਾਸ਼ਾ ਇਜ਼ਾਫਾ ਹੋਇਆ। ਇਹਦੇ ਵਿੱਚ ਕਿਹਾ ਗਿਆ ਕਿ ਕਈ ਵਿਦੇਸ਼ੀ ਨਿਵੇਸ਼ਕਾਂ ਦਾ ਕੋਈ ਅਤਾ ਪਤਾ ਨਹੀਂ ਤੇ ਅਡਾਨੀ ਦੇ ਸ਼ੇਅਰ ਦੇ ਵਿੱਚ ਨਿਵੇਸ਼ ਕਰਨ ਵਾਲੀਆਂ ਸਾਰੀਆਂ ਵਿਦੇਸ਼ੀ ਕੰਪਨੀਆਂ ਦੇ ਇੱਕ ਹੀ ਪਤੇ ਤੇ ਰਜਿਸਟਰਡ ਨੇ। ਕਿ ਕਿਹਦਾ ਪੈਸਾ ਇਹਨਾਂ ਕੰਪਨੀਆਂ 'ਚ ਲੱਗ ਰਿਹਾ? ਕੀ ਇਹ ਦੇਸ਼ ਨੂੰ ਬਗਾਨੇ ਹੱਥ ਵੇਚਣ ਵਾਲਾ ਸਿਲਸਿਲਾ ਨਹੀਂ ਹੈ? ਤੇ ਤੁਹਾਡਾ ਜਿਹੜਾ ਈਡੀ ਵਾਲੇ ਚੱਕ ਲੈਂਦੇ ਨੇ ਮਾਤੜ ਨੂੰ, ਕਿਸੇ ਨੂੰ 4 ਪੈਸੇ ਆ ਜਾਣਗੇ, ਕਿੱਥੋਂ ਆਇਆ ਪੈਸਾ? ਇਹਦੇ ਸ਼ੇਅਰਾਂ 'ਚ ਜਿਹੜੀਆਂ ਵਿਦੇਸ਼ੀ ਕੰਪਨੀਆਂ ਨਿਵੇਸ਼ ਕਰ ਰਹੀਆਂ ਨੇ ਉਹਨਾਂ ਦਾ ਇੱਕੋ ਹੀ ਥੋਹ ਪਤਾ ਰਜਿਸਟਰਡ ਹੈ। ਇਸ ਤੋਂ ਬਾਅਦ ਇਸ ਗਰੁੱਪ ਦੇ ਸ਼ੇਅਰਾਂ ਦੀਆਂ ਕੀਮਤਾਂ ਦੇ ਵਿੱਚ ਜੰਮ ਕੇ ਗਿਰਾਵਟ ਆਈ ਤੇ ਫਿਰ ਤੇਜ਼ੀ ਆਈ। ਇਸ ਗਿਰਾਵਟ ਦੀ ਵਜ੍ਹਾ ਦੇ ਨਾਲ ਇਸ ਗਰੁੱਪ ਦੀ ਕੁੱਲ ਮਾਰਕੀਟ ਕੈਪ 3 ਜੁਲਾਈ ਨੂੰ 7.8 ਲੱਖ ਕਰੋੜ ਸੀ। ਹਾਲਾਂਕਿ 11 ਜੂਨ ਨੂੰ ਇਸ ਕੰਪਨੀ ਦਾ ਮਾਰਕੀਟ ਕੈਪ 9.42 ਲੱਖ ਕਰੋੜ ਤੇ ਆ ਗਿਆ ਸੀ। ਇਹ ਅੰਕੜਾ ਹੁਣ 9.91 ਲੱਖ ਕਰੋੜ ਰੁਪਏ ਹੋ ਗਿਆ। ਯਾਨੀ ਕਿ ਜੁਲਾਈ ਮਹੀਨੇ ਦੀ ਤੁਲਨਾ ਦੇ ਵਿੱਚ ਇਸ ਦੇ ਵਿੱਚ 2.83 ਲੱਖ ਕਰੋੜ ਦਾ ਵਾਧਾ ਹੋਇਆ। ਇਸ ਵਜ੍ਹਾ ਨਾਲ ਅਡਾਨੀ ਜੁਲਾਈ ਦੇ ਵਿੱਚ ਦੁਨੀਆ ਦੇ ਅਮੀਰ ਬਿਜ਼ਨਸਮੈਨਾਂ ਦੀ ਰੈਂਕਿੰਗ ਦੇ ਵਿੱਚ 24 ਨੰਬਰ ਤੇ ਫਿਸਲ ਗਏ ਸੀਗੇ। ਤੇ ਜੁਲਾਈ ਤੋਂ ਬਾਅਦ ਕਿਹੜੀ ਗਿੱਦੜ ਸਿੰਘੀ ਆਈ? 14 ਜੂਨ ਤੋਂ 30 ਜੂਨ ਤੱਕ ਇਸ ਦੀਆਂ ਕੰਪਨੀਆਂ ਦੇ ਸ਼ੇਅਰ ਦੇ ਵਿੱਚ ਫਿਰ 50% ਦੀ ਗਿਰਾਵਟ ਸੀ। ਅਡਾਨੀ ਦਾ ਟੋਟਲ ਗੈਸ ਦਾ ਸ਼ੇਅਰ 1 ਸਾਲ ਦੇ ਵਿੱਚ ਟੌਪ ਤੇ ਰਿਹਾ। 12 ਨਵੰਬਰ ਦਾ ਮਾਰਕੀਟ ਕੈਪ ਦੇਖਿਓ ਤਾਂ ਅਡਾਨੀ ਟੋਟਲ ਗੈਸ ਦਾ ਸ਼ੇਅਰ 1 ਸਾਲ ਦੇ ਵਿੱਚ ਉੱਪਰੀ ਪੱਧਰ ਤੇ 1.715 ਰੁਪਏ ਤੇ ਪਹੁੰਚ ਗਿਆ, ਜਾਣੀ ਕਿ 1715 ਰੁਪਏ ਤੇ ਪਹੁੰਚ ਗਿਆ। ਮਾਰਕੀਟ ਕੈਪ 1,85,118 ਕਰੋੜ ਰੁਪਏ ਹੋ ਗਿਆ। 3 ਜੁਲਾਈ ਨੂੰ ਇਹ 1,01,226 ਕਰੋੜ ਤੇ ਪਹੁੰਚ ਗਿਆ ਤੇ ਇਸ ਦੇ ਵਿੱਚ 83,892 ਕਰੋੜ ਦਾ ਵਾਧਾ ਹੋਇਆ। ਅਡਾਨੀ ਇੰਟਰਪ੍ਰਾਈਜ਼ ਦਾ ਸ਼ੇਅਰ ਵੀ 1 ਸਾਲ ਦੇ ਵਿੱਚ ਟੌਪ ਤੇ ਰਿਹਾ। ਇਹਦਾ ਮਾਰਕੀਟ ਕੈਪ 1.56 ਲੱਖ ਕਰੋੜ ਤੋਂ ਵੱਧ ਕੇ 1.90 ਲੱਖ ਕਰੋੜ ਰੁਪਏ ਹੋ ਗਿਆ ਤੇ 34,000 ਕਰੋੜ ਦਾ ਵਾਧਾ ਹੋਇਆ। ਇਸ ਸੰਬੰਧੀ ਇਹ ਜਿਹੜਾ ਵਾਧਾ ਹੋ ਰਿਹਾ, ਇਸ ਸੰਬੰਧੀ ਅਡਾਨੀ ਪੋਰਟ ਹੈ ਜਿਹੜੀ, ਜਿੱਥੇ 3,000 ਕਰੋੜ ਦੀ ਡਰੱਗ ਫੜੀ ਗਈ ਹੈ, ਜਿਹਦਾ ਕੋਈ ਬਾਲੀ ਵਾਰਸ ਨਹੀਂ। ਇਸ ਤਰ੍ਹਾਂ ਅਡਾਨੀ ਪੋਰਟ ਦਾ ਜਿਹੜਾ ਸ਼ੇਅਰ ਹੈ ਉਹ 700 ਰੁਪਏ ਦਾ 750 ਰੁਪਏ ਦਾ ਸੀ। ਇਹਦਾ ਮਾਰਕੀਟ ਕੈਪ 1.53 ਲੱਖ ਕਰੋੜ ਦਾ ਸੀਗਾ ਤੇ ਇਹਦੇ ਵਿੱਚ 8,000 ਕਰੋੜ ਦਾ ਵਾਧਾ ਹੋਇਆ। ਅਡਾਨੀ ਪਾਵਰ ਦਾ ਸ਼ੇਅਰ 109 ਰੁਪਏ ਦਾ ਸੀ। ਇਹਦਾ ਮਾਰਕੀਟ ਕੈਪ 43,000 ਕਰੋੜ ਦਾ ਸੀ। ਅਡਾਨੀ ਟਰਾਂਸਮਿਸ਼ਨ ਦਾ ਸ਼ੇਅਰ 1 ਸਾਲ ਦੇ ਵਿੱਚ ਟੌਪ ਤੇ 1995 ਰੁਪਏ ਦੇ ਕਾਰੋਬਾਰ ਤੇ ਰਿਹਾ। ਇਹਦਾ ਮਾਰਕੀਟ ਕੈਪ 1.5 ਲੱਖ ਕਰੋੜ ਤੋਂ ਵੱਧ ਕੇ 2.19 ਲੱਖ ਕਰੋੜ ਹੋ ਗਿਆ, ਜਾਣੀ ਕਿ ਇਹਦੇ ਮਾਰਕੀਟ ਕੈਪ ਦੇ ਵਿੱਚ 1,13
ਕਰੋੜ ਰੁਪਏ ਦੀ ਜਿਹੜੀ ਆ ਤੇਜ਼ੀ ਆਈ, ਵਾਧਾ ਹੋਇਆ, ਇਜ਼ਾਫਾ ਹੋਇਆ। ਇਸੇ ਤਰ੍ਹਾਂ ਇਹਦੀ ਗ੍ਰੀਨ ਐਨਰਜੀ ਹੈ, ਇਹਦਾ ਜਿਹੜਾ ਸ਼ੇਅਰ ਸੀ 1286 ਰੁਪਏ ਦਾ ਕਾਰੋਬਾਰ ਕਰ ਰਿਹਾ ਸੀ। ਇਹਦਾ ਮਾਰਕੀਟ ਕੈਪ 1.57 ਲੱਖ ਕਰੋੜ ਤੋਂ ਵੱਧ ਕੇ 2 ਲੱਖ ਕਰੋੜ ਹੋ ਗਿਆ। ਇਹਦੇ ਵਿੱਚ 43,000 ਕਰੋੜ ਦਾ ਵਾਧਾ ਹੋਇਆ। ਗਰੁੱਪ ਕੰਪਨੀਆਂ ਦੀਆਂ ਸ਼ੇਅਰ ਕੀਮਤਾਂ ਦੇ ਵਿੱਚ ਤੇਜ਼ੀ, ਅਡਾਨੀ ਦੀ ਨਾਲ ਨਿੱਜੀ ਉਹਦੀ ਜਾਇਦਾਦ ਵੱਧ ਗਈ। ਫੋਰਬਸ ਦੀ ਸੂਚੀ ਦੇ ਮੁਤਾਬਕ ਉਸਦੀ ਨੈਟ ਵਰਥ 81.2 ਅਰਬ ਡਾਲਰ ਹੈ। ਉਹ ਦੁਨੀਆ ਦੇ ਅਮੀਰ ਬਿਜ਼ਨਸਮੈਨਾਂ ਦੀ ਰੈਂਕਿੰਗ ਦੇ ਵਿੱਚ 14ਵੇਂ ਸਥਾਨ ਤੇ ਆ ਗਿਆ, ਜਦੋਂ ਕਿ ਮੁਕੇਸ਼ ਅੰਬਾਨੀ ਰਿਲਾਇੰਸ ਇੰਡਸਟਰੀ ਵਾਲਾ ਦੁਨੀਆ ਦੇ ਅਮੀਰਾਂ ਦੀ ਲਿਸਟ ਦੇ ਵਿੱਚ 11ਵੇਂ ਨੰਬਰ ਤੇ ਹੈ। ਹਮ ਦੋ ਹਮਾਰੇ ਦੋ ਨੇ ਨਾ, ਉਧਰ ਅਮਿਤ ਸ਼ਾਹ ਤੇ ਮੋਦੀ ਤੇ ਇਧਰ ਅਡਾਨੀ ਤੇ ਅੰਬਾਨੀ। ਬਾਕੀ ਦੁਨੀਆ ਜਾਵੇ ਢੱਠੇ ਖੁੱਚ। ਬਾਕੀ ਰਾਮ ਲੱਲਾ ਦੇ ਨਾਂ ਤੇ ਰਾਮ ਦਾ ਨਾਮ ਜਪਦੇ ਰਹੋ, ਮੁੜ ਕੇ ਰਾਮ ਨਾਮ ਸੱਤ ਹੋ ਜਾਣਾ। ਚਲੋ ਰਾਮ ਲੋਕ 'ਚ ਪਹੁੰਚ ਜਾਓਗੇ ਤੁਸੀਂ। ਵਜਾਓ ਟੱਲੀਆਂ, ਪਾਓ ਮੋਦੀ ਨੂੰ ਵੋਟਾਂ। ਆਮ ਲੋਕਾਂ ਦੇ ਹਾਲਾਤ ਕੀ ਨੇ? ਆਮ ਲੋਕਾਂ ਦੀ ਆਮਦਨ ਕਿੱਥੇ ਹੈ? ਕਿਸਾਨ ਦੀ ਆਮਦਨ ਕਿੱਥੇ ਹੈ? ਛੋਟੇ ਕਾਰੋਬਾਰੀ ਦੀ ਆਮਦਨ ਕਿੱਥੇ ਹੈ? ਤੁਸੀਂ ਛੋਟਿਆਂ ਮੋਟਿਆਂ ਨੂੰ ਛੱਡੋ, ਜਿਹੜੇ ਕਰੋੜਪਤੀ ਸੀ ਉਹ ਰੋਡ ਤੇ ਆ ਗਏ ਨੇ। ਹਾਲਾਤ ਇਹ ਬਣਾ ਛੱਡੀ ਹੈ। ਸਿਰਫ ਇਹ ਈਸਟ ਇੰਡੀਆ ਕੰਪਨੀ ਦਾ ਬਗਾਨੀ ਸੀ, ਉਹਨਾਂ ਨੇ ਫਿਰ ਵੀ ਪੁਲ ਬਣਾਏ, ਸਹੂਲਤਾਂ ਦਿੱਤੀਆਂ, ਤੇ ਇਹਨਾਂ ਨੇ ਦਿੱਤਾ ਕੀ ਹੈ? ਇਸ ਦੇ ਵਿੱਚ ਹੁਣ ਲੋਕਾਂ ਦਾ ਧਿਆਨ ਭਟਕਾਉਣ ਦੇ ਵਾਸਤੇ ਹੋ ਕੀ ਰਿਹਾ? ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਹੁਣ ਬੰਬ ਧਮਾਕੇ। ਲਸ਼ਕਰ ਵੱਲੋਂ ਇੱਕ ਟੁੱਚੂ ਜੀ ਚਿੱਠੀ ਹੈ ਜਿਹੜੀ ਰੇਲਵੇ ਸਟੇਸ਼ਨ ਅੰਬਾਲਾ ਪਹੁੰਚ ਗਈ ਹੈ, ਉਰਦੂ 'ਚ ਲਿਖੀ ਹੈ ਤੇ ਸਾਈਨ ਨੇ ਕਿਸੇ ਮੌਲਵੀ ਦੇ, ਮੁਸਲਮ ਦੇ। ਤੇ ਇਸ ਸੰਬੰਧੀ ਜਿਹੜਾ ਅੰਬਾਲਾ DRM ਨੂੰ ਇੱਕ ਲਸ਼ਕਰ ਤੈਅਬਾ ਵੱਲੋਂ ਪੱਤਰ ਆਇਆ। 26 ਨਵੰਬਰ ਨੂੰ ਕਿਉਂਕਿ ਕਿਸਾਨ ਸਰਗਰਮ ਹੋ ਗਏ ਨੇ ਉਧਰ, 29 ਨੂੰ ਉਹਨਾਂ ਦਾ ਮਾਰਚ ਹੈ। ਅਖੇ 26 ਨਵੰਬਰ ਤੋਂ 6 ਦਸੰਬਰ ਤੱਕ ਬੰਬ ਧਮਾਕੇ ਅਸੀਂ ਕਰਾਂਗੇ, ਲਸ਼ਕਰ ਤੈਅਬਾ ਕਹਿੰਦੀ। ਹਾਲਾਂਕਿ ਇਹ ਪੱਤਰ 29 ਅਕਤੂਬਰ ਦਾ ਆਇਆ ਹੋਇਆ ਤੇ ਪਰਚਾ ਹੁਣ ਦਰਜ ਹੋਇਆ। ਅੱਜ 12 ਨਵੰਬਰ ਹੋ ਗਈ ਹੈ, 29 ਅਕਤੂਬਰ ਦਾ ਪਰਚਾ ਆਇਆ ਤੇ ਅੱਜ ਉਹਦੇ ਤੇ ਪਰਚਾ ਦਰਜ ਹੋ ਗਿਆ ਅੰਬਾਲੇ ਦੇ ਵਿੱਚ। ਤੇ ਇਸ ਮੁਤਲਕ ਕਹਿੰਦੇ ਲਸ਼ਕਰ ਤੈਅਬਾ ਨੇ ਆਖਿਆ ਕਿ ਅਸੀਂ 26 ਤੋਂ 6 ਦਸੰਬਰ ਤੱਕ ਧਮਾਕੇ ਕਰਾਂਗੇ, ਰੇਲਵੇ ਸਟੇਸ਼ਨਾਂ ਤੇ, ਗੁਰਦੁਆਰੇ, ਮੰਦਰ ਉਡਾਵਾਂਗੇ। ਯਾਨੀ ਲੋਕਾਂ ਦੇ ਵਿੱਚ ਨਾ ਤਾਂ ਲੋਕ ਗੁਰਪੁਰਬ ਮਨਾਉਣ ਤੇ ਨਾ ਲੋਕ ਰਾਮ ਮੰਦਰਾਂ 'ਚ ਜਾਣ। ਡਰ, ਇੱਕ ਦਹਿਸ਼ਤ ਪੈਦਾ ਕਰਨਾ, ਤੇ ਹਰੇਕ ਮੁਸਲਮ ਪਹਿਰਾਵੇ ਵਾਲਾ ਤੁਹਾਨੂੰ ਲਸ਼ਕਰ ਤੈਅਬਾ ਦਾ ਬੰਦਾ ਨਜ਼ਰ ਆਉਣਾ। ਇੱਕ ਟੁੱਚੂ ਜੀ ਚਿੱਠੀ ਕਿਹਨੇ ਪਾਈ ਆ? ਇਦਾਂ ਦੀਆਂ ਚਿੱਠੀਆਂ ਕਦੇ ਸਨੌਰ ਤੋਂ ਛਪ ਜਾਂਦੀ, ਕਦੇ ਪੁੱਛੋਂ ਤੋਂ, ਤੇ ਕਦੇ ਡੱਬ ਵਾਲੀ ਤੋਂ। ਇਸ ਮੁਤਾਬਕ ਹੁਣ ਹੋਏਗਾ ਕਿ ਰੇਲਵੇ ਸਟੇਸ਼ਨਾਂ ਦੇ ਸਖਤੀ ਹੋਏਗੀ। ਪੁਲਿਸ ਹੈ ਜਿਹੜੀ ਜਿਹਨੇ ਲੋਕਾਂ ਦੀ ਹਿਫਾਜ਼ਤ ਕਰਨੀ ਹੈ, ਉਹ ਉੱਥੇ ਠੰਡ 'ਚ ਮਰੇਗੀ, ਸਿਕਿਉਰਿਟੀ ਲਾ ਦਿੱਤੀ ਜਾਏਗੀ। ਇਹਦੇ 'ਚ ਚਿੱਠੀ 'ਚ ਆਖਿਆ ਗਿਆ ਕਿ ਅੰਬਾਲਾ ਕੈਂਟ, ਯਮੁਨਾਨਗਰ, ਕਰਨਾਲ, ਰੇਵਾੜੀ, ਸੋਨੀਪਤ, ਸ਼ਿਮਲਾ, ਚੰਡੀਗੜ੍ਹ, ਸਹਾਰਨਪੁਰ, ਇਹ ਜਿਹੜੇ ਰੇਲਵੇ ਸਟੇਸ਼ਨ ਬੰਬਾਂ ਨਾਲ ਉਡਾ ਦਿੱਤੇ ਜਾਣਗੇ। ਇਸੇ ਨਾਲ ਰੇਵਾੜੀ, ਹਿਸਾਰ, ਸਿਰਸਾ ਦੇ ਵਿੱਚ ਰੇਲਵੇ ਪੁਲ, ਹਰਿਆਣਾ ਦੇ ਮੁੱਖ ਮੰਤਰੀ ਤੇ ਰਾਜਪਾਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਯਾਨੀ ਇਹਦੀ ਸਿਕਿਉਰਿਟੀ ਹੋਰ ਸਖਤ ਕਰ ਦਿਓ। 6 ਦਸੰਬਰ ਨੂੰ ਅੰਬਾਲਾ ਦੇ ਪ੍ਰਮੁੱਖ ਮੰਦਰ, ਗੁਰਦੁਆਰੇ, ਹਿਮਾਚਲ ਦੇ ਕਈ ਮੰਦਰ ਤੇ ਗੁਰਦੁਆਰੇ ਤੇ ਹਵਾਈ ਅੱਡੇ ਨਿਸ਼ਾਨਾ ਬਣਾਵਾਂਗੇ। ਇੱਕ ਲਾਈਨਦਾਰ ਕਾਗਜ਼ ਹੈ, ਹਿੰਦੀ 'ਚ ਲਿਖਿਆ ਖੁਦਾ ਹਾਫਿਜ਼, ਤੇ ਅੰਤ ਦੇ ਵਿੱਚ ਪੱਤਰ ਲਿਖਣ ਵਾਲੇ ਨੇ ਆਪਣੇ ਆਪ ਨੂੰ ਏਰੀਆ ਕਮਾਂਡਰ ਦੱਸਿਆ ਲਸ਼ਕਰ ਤੈਅਬਾ ਦਾ, ਤੇ ਨਾਂ ਦੱਸਿਆ ਜਨਾਬ ਨੇ ਉਮੀਮ ਸ਼ੇਖ। ਹੁਣ ਜਾਂ ਤਾਂ ਜਿਹੜੇ ਲਸ਼ਕਰ ਤੈਅਬਾ ਵਾਲੇ ਲਾਹਨਤੀ ਨੇ ਉਹਨਾਂ ਨੂੰ ਚਾਹੀਦਾ ਕਿ ਭਰੋਸਾ ਦੇਣ ਕਿ ਸਾਡੀ ਚਿੱਠੀ ਚੁੱਠੀ ਕੋਈ ਨਹੀਂ ਹੈ, ਜੇ ਕਿਸੇ ਨੇ ਕਾਰਵਾਈ ਕਰਨੀ ਹੈ ਤਾਂ ਦੱਸ ਕੇ ਕਰੂਗਾ। ਇਸ ਸੰਬੰਧੀ DRM ਨੂੰ ਜੋ ਲੈਟਰ ਆਈ ਹੈ ਉਸ ਸੰਬੰਧੀ ਇੰਸਪੈਕਟਰ ਅੰਬਾਲੇ ਦੇ ਸ਼ਾਮ ਸੁੰਦਰ ਨੇ ਜਿਹੜਾ ਇਸ ਨੂੰ ਲਸ਼ਕਰ ਤੈਅਬਾ ਦੇ ਉਮੀਮ ਸ਼ੇਖ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਇਹ ਪੱਤਰ ਭਾਵੇਂ 29 ਅਕਤੂਬਰ ਨੂੰ ਆਇਆ ਪਰ ਮਾਮਲਾ ਹੁਣ ਦਰਜ ਹੈ। ਹੁਣ ਇਹਦੇ 'ਚ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਤੇ ਉਧਰੋਂ ਗੋਦੀ ਮੀਡੀਆ ਨੇ, ਮੋਦੀ ਮੀਡੀਆ ਨੇ ਐਨ ਠੋਕ ਕੇ ਦੇਣਾ, ਆਇਆ ਬੰਬ ਧਮਾਕੇ ਦੀ ਖਬਰ, ਲੋਕਾਂ ਨੇ ਇਹਦੇ ਦਾ ਹੌਲ ਕੇ ਖੂਨ ਸੁਕਾ ਲੈਣਾ ਮਾੜੇ ਦਲ ਵਾਲਿਆਂ ਨੇ। ਉਹਨਾਂ ਨੂੰ ਹਰ ਕੋਈ ਗਰੀਬ ਮੁਸਲਮ, ਕੋਈ ਮਾਤੜ, ਕੋਈ ਕਸ਼ਮੀਰੀ ਜਿਹੜਾ ਕੋਈ ਘਾੜਾ ਚੱਕੀ ਫਿਰਦਾ, ਲੱਕੜਾਂ ਪਾੜਨ ਆਉਂਦਾ। ਅੱਜ ਕੱਲ੍ਹ ਕਸ਼ਮੀਰੀ ਬੱਚੇ ਰੁਜ਼ਗਾਰ ਹੈ ਨਹੀਂ। ਪਿਛਲੇ ਕਈ ਸਾਲਾਂ ਤੋਂ ਇਹ ਗੋਰੇ ਨਸ਼ੋ ਬੱਚੇ ਇੱਥੇ ਮੈਰਿਜ ਪੈਲਸਾਂ ਦੇ ਵਿੱਚ ਵੇਟਰ ਦੇ ਤੌਰ ਤੇ ਕੰਮ ਕਰ ਰਹੇ ਨੇ। ਹੋਰ ਤੇ ਹੋਰ ਇੱਥੇ ਰਹਿਣ ਉਹਨਾਂ ਨੂੰ ਖਾਣ ਨੂੰ ਮਿਲ ਜਾਂਦਾ, ਨਾਲ ਉਹ ਸ਼ਰਾਬ ਦੇ ਵੀ ਆਦੀ ਹੋ ਰਹੇ ਨੇ। ਹਾਲਾਂਕਿ ਇਸਲਾਮ ਦੇ ਵਿੱਚ ਸ਼ਰਾਬ ਬਹੁਤ ਮਾੜੀ ਮੰਨੀ ਗਈ ਹੈ, ਪਰ ਮਿਲਦੀ ਹੈ। ਨਵੇਂ ਮੁੰਡੇ ਨੇ, ਉਹਨਾਂ ਨੂੰ ਸ਼ਰਾਬ ਦੀ ਲੱਤ ਲੱਗ ਗਈ ਹੈ।
ਹੈ ਤਾਂ ਡਰੱਗ ਮਾੜੀ ਹੋਇਆ ਭਾਵੇਂ ਕਿਸੇ ਵੀ ਕਿਸਮ ਦੀ ਹੈ। ਜਿੰਨੇ ਵੇਟਰ ਨੇ ਅੱਗੇ ਹਿਮਾਚਲੀ ਹੁੰਦੇ ਸੀਗੇ ਜਾਂ ਪਹਾੜੀਏ ਹੁੰਦੇ ਸੀਗੇ ਗੜਵਾਲ ਦੇ, ਉਹ ਆਉਣੋਂ ਹਟ ਗਏ, ਉਹਨਾਂ ਦੇ ਕੰਮਕਾਰ ਬਦਲ ਗਏ। ਹੁਣ ਬੇਰੁਜ਼ਗਾਰ ਨੇ। ਇਹ ਪਹਿਲਾਂ ਲੱਕੜਾਂ ਚੀਰਨ ਆਉਂਦੇ ਹੁੰਦੇ ਸੀ ਘੁਆੜੇ ਲੈ ਕੇ, ਜਾਂ ਕਾਬਲੀ ਵਾਲਾ ਹੁੰਦਾ ਸੀ ਕਾਜੂ ਗਿਰੀਆਂ ਵੇਚਦੇ ਹੁੰਦੇ ਸੀ, ਤੇ ਹੁਣ ਇਹ ਗੁਰਬਤ ਮਾਰੇ ਲੋਕ ਕੰਮ ਰਿਹਾ ਨਹੀਂ। ਪੜ੍ਹੇ ਲਿਖੇ ਗੋਰੇ ਨਸ਼ੋ ਸੋਹਣੇ ਸੁਨੱਖੇ ਬੱਚੇ ਇੱਥੇ ਮੈਂ ਦੇਖਿਆ, ਇੱਥੋਂ ਗਲੋਬਲ ਤੋਂ ਆਉਂਦਾ ਹੁੰਦਾ ਸੀ ਸਵੇਰੇ ਸਵੇਰੇ, ਟਰੱਕਾਂ ਦੇ ਟਰੱਕ ਭਰ ਕੇ ਚੜ੍ਹਦੇ ਨੇ, ਐਂ ਵਿਚਾਰੇ ਠੰਡ 'ਚ ਠੁੱਠ ਠੁੱਠ ਕਰਦੇ ਆਉਣਗੇ। ਤੇ ਕੋਈ BA ਕਰਦਾ, ਕੋਈ MA ਕਰਦਾ, ਪੜ੍ਹੇ ਲਿਖੇ ਬੱਚੇ, ਕੋਈ +2 ਕਰਦਾ। ਕਹਿਣਗੇ ਜੀ ਹਾਲਾਤ ਮਾੜੇ, ਪਤਾ ਨਹੀਂ ਕਿੱਥੇ ਚੱਕ ਲੈਣਾ। ਜਿਵੇਂ ਪਹਿਲਾਂ ਪੰਜਾਬ ਦੇ ਮੁੰਡੇ ਭੱਜਦੇ ਸੀਗੇ, ਹੈ ਨਾ, ਇੱਕ ਅੱਤਵਾਦੀਆਂ ਦਾ ਡਰ ਤੇ ਦੂਸਰਾ ਸਰਕਾਰੀ ਤਸ਼ੱਦਦ ਦਾ ਡਰ। ਕਿਵੇਂ ਮਾਵਾਂ ਸਿਰ ਤੇ ਹੱਥ ਰੱਖ ਕੇ ਇਹਨਾਂ ਨੂੰ ਭੇਜਦੀਆਂ ਨੇ, ਸੀਨੇ ਤੇ ਪੱਥਰ ਰੱਖ ਕੇ ਰੋਂਦੀਆਂ ਨੇ ਪਿੱਛੋਂ। ਜਬਰੀ ਪ੍ਰਵਾਸ। ਸੋ ਇਸ ਦੇ ਵਿੱਚ ਹੁਣ ਪਤਾ ਨਹੀਂ ਕਿਹੜੇ ਮਾਤੜ ਤੇ ਮਾਰ ਪੈਣੀ ਹੈ। ਰਾਜ ਸੱਤਾ ਇਹਨਾਂ ਅੰਬਾਨੀਆਂ ਅਡਾਨੀਆਂ ਦੀ। ਸਰਕਾਰ ਭਾਵੇਂ ਰਿਲਾਇੰਸ ਦੀ ਆਵੇ ਤੇ ਭਾਵੇਂ ਮਨਮੋਹਨ ਸਿੰਘ ਦੀ ਆਵੇ, ਜਾਂ ਇਹਨਾਂ ਦੀ ਆਵੇ ਮੋਦੀ ਸਾਹਿਬ ਦੀ, ਜਾਂ ਬਾਦਲ ਸਾਹਿਬ ਦੀ ਆਵੇ, ਜਾਂ ਕੈਪਟਨ ਸਾਹਿਬ ਦੀ ਆਵੇ, ਜਾਂ ਚੰਨੀ ਦੀ ਆਵੇ, ਵੱਡਿਆਂ ਦੀਆਂ ਮੌਜਾਂ। ਗਰੀਬ ਐਸੇ 'ਚ ਖੁਸ਼ ਨੇ ਕਿ ਸਾਡੀ ਸਰਕਾਰ ਬਣ ਗਈ। ਉਹ ਰਾਮ ਮੰਦਿਰ ਤੇ ਖੁਸ਼ ਨੇ ਤੇ ਸਾਡੇ ਵਾਲੇ ਚੰਨੀ ਤੇ ਖੁਸ਼ ਨੇ। ਪਹਿਲਾਂ ਕੈਪਟਨ ਸਾਹਿਬ ਤੇ ਖੁਸ਼ ਸੀਗੇ ਕਿ ਮਹਾਰਾਜਾ ਸਾਹਿਬ। ਹਰਦੀਪ ਸਿੰਘ ਜੋਸ਼ਨ ਕਹਿੰਦੇ ਜੀ, ਮੈਂ ਜਿਸ UP ਖੇਤਰ ਦੀ ਗੱਲ ਤੁਸੀਂ ਕਰ ਰਹੇ ਹੋ, ਮੈਂ ਵੀ ਉੱਥੋਂ ਦਾ ਨਿਵਾਸੀ ਹਾਂ। ਇਹ ਕੰਜਰ ਭੁੱਖੇ ਮਰ ਰਹੇ ਨੇ ਪਰ ਅਜੇ ਵੀ ਮੋਦੀ ਦੇ ਗੁਣ ਗਾ। ਚਲੋ ਇਦਾਂ ਤਾਂ ਨਾ ਲਿਖੋ ਤੁਸੀਂ ਜੋਸ਼ਨ ਸਾਹਿਬ, ਪਰ ਗੱਲ ਉਹੀ ਹੈ ਨਾ ਵੀਰ, ਹੁਣ ਧਰਮ ਇਸ ਤੋਂ ਬਿਨਾਂ ਕੋਈ ਕਰਮ ਹੀ ਨਹੀਂ ਸਾਨੂੰ। ਉਹਨਾਂ ਨੇ ਮੰਦਿਰ ਵਧੀਆ ਬਣਾਤਾ, ਬਾਦਲ ਸਾਹਿਬ ਨੇ ਹੈਰੀਟੇਜ ਬਣਾ ਦਿੱਤੀ, 100-150 ਕਰੋੜ ਰੁਪਏ ਖਰਚ ਦਿੱਤਾ ਉਦੋਂ। ਮਹਾਰਾਜਾ ਰਣਜੀਤ ਸਿੰਘ ਨੇ ਸੋਨਾ ਲਾਤਾ ਸੀ ਦਰਬਾਰ ਸਾਹਿਬ ਤੇ ਉਹਦੀ ਬੱਲੇ ਬੱਲੇ ਚੱਲ ਰਹੀ ਹੈ ਰਹਿੰਦੀ ਦੁਨੀਆ ਤੱਕ। ਤੇ ਹੈਰੀਟੇਜ ਸਟਰੀਟ ਦੇ ਜਿਹੜੇ ਗੋਗੇ ਨੇ ਉਹ ਅਕਾਲੀ ਗਾਉਂਦੇ ਨੇ। ਤੇ ਕਪਤਾਨ ਨੇ ਵੀ ਬਣਾਇਆ ਸੀਗਾ ਮਨਾਰੇ ਖਾਲਸਾ ਬਣਾਇਆ ਸੀ 40 ਮੁਕਤਿਆਂ ਦਾ, ਅਕਾਲੀਆਂ ਨੇ ਉਦਘਾਟਨ ਵੀ ਨਹੀਂ ਸੀ ਕਰਿਆ, ਰੁਲ ਗਿਆ ਸੀ ਜਿਹੜਾ 40 ਮੁਕਤਿਆਂ ਦੇ ਮਨਾਰ ਮੁਕਤਸਰ ਬਣਾਏ ਸੀ, ਹੈ ਨਾ। ਤੇ ਇਸ ਕਰਕੇ ਅਗਲਾ ਕਹਿੰਦਾ ਅਸੀਂ ਸਾਡੀ ਸਰਕਾਰ ਪੰਥਕ ਜੀ। ਮਹਾਰਾਜਾ ਰਣਜੀਤ ਸਿੰਘ ਦਾ ਦਿਨ ਮਨਾ ਰਹੇ ਨੇ। ਰਿਪੋਰਟ ਤੁਹਾਨੂੰ ਸੁਣਾ ਦਾਂਗੇ ਕਿ ਇੰਨੇ ਸਾਲ ਹੋ ਗਏ ਨੇ। ਬਾਦਲ ਸਾਹਿਬ ਵੀ ਕਹਿੰਦੇ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਸ਼ੇਰੇ ਪੰਜਾਬ ਦਾ ਰਾਜ, ਅਜੇ ਤੱਕ ਉਹਦਾ ਬੁੱਤ ਨਹੀਂ ਲੱਗ ਸਕਿਆ ਬਡਰੁੱਖਾਂ 'ਚ। ਕੱਲ੍ਹ ਨੂੰ ਉਹਨਾਂ ਦਾ ਜਨਮ ਦਿਨ ਹੈ। ਢੀਂਡਸਾ ਸਾਹਿਬ ਵੀ ਵਜ਼ੀਰ, ਉਹਨਾਂ ਦਾ ਮੁੰਡਾ ਵੀ ਵਜ਼ੀਰ ਰਹਿ ਕੇ ਤੁਰ ਗਏ ਨੇ। ਵਿਜੇ ਇੰਦਰ ਸਿੰਗਲਾ ਵੀ ਤੁਰ ਗਏ ਨੇ। ਉਹ ਕਦੇ ਸੀਮੈਂਟਡ ਲੈ ਆਉਂਦੇ ਨੇ, ਕਦੇ ਪਲਾਸਟਿਕ ਦਾ ਲੈ ਆਉਂਦੇ ਨੇ। ਉਹ ਬੁੱਤ ਨੂੰ ਲੈ ਕੇ ਰੌਲਾ ਪਿਆ ਬਡਰੁੱਖਾਂ ਪਿੰਡ ਦੇ ਵਿੱਚ ਆ ਕੇ ਮਹਾਰਾਜਾ ਰਣਜੀਤ ਸਿੰਘ ਦਾ ਵਾਅਦਾ ਕੀਤਾ ਸੀ ਬੁੱਤ ਲਾਉਣ ਦਾ। ਸੋ ਇਸ ਕਰਕੇ ਬਣੂ ਕੀ ਇੰਡੀਆ ਦਾ? ਹਰਜੀਤ ਰੰਧਾਵਾ ਕਹਿੰਦੇ ਬਣੂ ਕੀ ਇੰਡੀਆ ਦਾ? ਅਸੀਂ ਧਰਮਾਂ ਮਜ਼ਹਬਾਂ ਦੇ ਵਿੱਚ ਫਸ ਕੇ ਵੋਟਾਂ ਪਾਈ ਜਾਂਦੇ, ਅਗਲੇ ਸਾਨੂੰ ਬੇਵਕੂਫ ਬਣਾਈ ਜਾ ਰਹੇ ਨੇ, ਅਸੀਂ ਬਣੀ ਜਾ ਰਹੇ ਹਾਂ। ਸੋ ਇਸ ਮਾਮਲੇ ਦੇ ਵਿੱਚ ਦੇਖੋ ਏਡੇ ਰੈਂਕ ਵਧ ਰਹੇ ਨੇ। ਦੱਸ ਦੋ ਕਿ ਇੱਕ ਪਾਸੇ ਕਰੋਨਾ ਦਾ ਮੰਦੀ ਹਾਲ ਹੈ, ਬੁਰਾ ਹਾਲ ਹੈ, ਬੌਂਕੇ ਦਿਹਾੜੇ ਨੇ, ਕਿਸਾਨਾਂ ਨੂੰ ਖਾਦ ਨਹੀਂ ਮਿਲਦੀ, ਗਰੀਬਾਂ ਨੂੰ ਰੋਟੀ ਟੁੱਕ ਨਹੀਂ ਮਿਲਦਾ, ਮਰੀਜ਼ਾਂ ਨੂੰ ਦਵਾਈਆਂ ਨਹੀਂ ਮਿਲਦੀਆਂ, ਤੇ ਇਹਨਾਂ ਦੀਆਂ ਜਾਇਦਾਦਾਂ 14ਵੇਂ ਰੈਂਕ ਤੋਂ ਦੁਨੀਆ 'ਚ 24ਵੇਂ ਰੈਂਕ ਤੋਂ 14ਵੇਂ ਰੈਂਕ ਤੇ ਆ ਗਏ। 10 ਛੜੱਪੇ ਮਾਰਿਆ ਸਿੱਧੇ। ਕਿਹੜੀ ਗਿੱਦੜ ਸਿੰਘੀ ਆ ਮੋਦੀ ਸਾਹਿਬ? ਗਰੀਬਾਂ ਨੂੰ ਵੀ ਦੱਸ ਦਿਓ ਮਾੜਾ ਜਿਹਾ ਨੁਕਤਾ। ਤੁਸੀਂ ਕਹਿੰਦੇ ਸੀ ਕਿਸਾਨ ਦੀ ਜਾਇਦਾਦ ਦੁੱਗਣੀ ਕਰਨੀ ਆ, ਕਿਸਾਨ ਦੀ ਆਮਦਨ ਦੁੱਗਣੀ ਕਰਨੀ ਆ। ਉਹ ਮਾੜਾ ਜਿਹਾ ਟੋਟਕਾ ਇਹਨਾਂ ਨੂੰ ਵੀ ਸਮਝਾ ਦਿਓ, ਇਹ ਵੀ ਮਾੜੀ ਜਿਹੀ ਠੰਡੀ ਰੋਟੀ ਖਾ ਲੈਣ, ਹੈ ਨਾ। ਭੁੱਖਮਰੀ ਦੀ ਹਾਲਾਤ ਇਹ ਆ ਕਿ ਵਰਲਡ ਹੰਗਰ ਇੰਡੈਕਸ ਦੇ ਵਿੱਚ ਅਸੀਂ ਬਰਬਾਦ ਹੋ ਰਹੇ ਹਾਂ, ਥੱਲੇ ਨੂੰ ਜਾ ਰਹੇ ਹਾਂ। ਪਾਕਿਸਤਾਨ ਵਰਗੇ ਮੁਲਕ ਨਾਲੋਂ ਵੀ ਸਾਡੇ ਹਾਲਾਤ ਬਦਤਰ ਨੇ ਭੁੱਖਮਰੀ ਦੇ ਵਿੱਚ। ਰਹਿੰਦੀ ਖੂੰਦੀ ਕਸਰ ਹੁਣ ਬੀਬੀ ਨਿਰਮਲਾ ਸੀਤਾਰਮਨ ਫਾਈਨਾਂਸ ਮਿਨਿਸਟਰ ਇੰਡੀਆ ਕੱਢੀ ਜਾਂਦੀ ਹੈ। ਇਹਨਾਂ ਨੇ ਅੱਜ ਸਾਰੇ ਹੀ ਇੰਡੀਆ ਦੇ ਜਿਹੜੇ ਚੀਫ ਮਿਨਿਸਟਰ ਨੇ ਤੇ ਵਿੱਤ ਮੰਤਰੀ ਨੇ ਉਹਨਾਂ ਦੇ ਨਾਲ ਬੈਠਕ ਕਰਨ ਦੀ ਗੱਲ ਆਖੀ ਹੈ। ਸੋਮਵਾਰ ਨੂੰ ਮੀਟਿੰਗ ਰੱਖਣਗੇ ਜਿੰਨੀਆਂ ਵੀ ਸਟੇਟਾਂ ਦੇ ਚੀਫ ਮਿਨਿਸਟਰ ਨੇ ਤੇ ਯੂਨੀਅਨ ਟੈਰੀਟਰੀ ਦੇ ਚੀਫ ਨੇ, ਤਾਂ ਜੋ ਜਿਹੜੇ ਵਪਾਰੀ ਨੇ, ਵਪਾਰੀਆਂ ਨੂੰ ਜ਼ਮੀਨ ਸਸਤੇ ਰੇਟ ਤੇ ਕਿਵੇਂ ਮੁਹੱਈਆ ਹੋਵੇ। ਮੁਹੱਈਆ ਕਿਹਨੂੰ ਹੋਣੀ? ਅੰਬਾਨੀ ਅਡਾਨੀ ਨੂੰ ਹੋਣੀ ਹੈ। ਮਾਤੜ ਤਾਂ ਜਿੰਦੇ ਲਾਲਾ ਭੱਜੀ ਜਾਂਦੇ ਨੇ। ਪਿਛਲੇ ਸਾਲ ਕਰੋਨਾ ਦੇ ਦੌਰਾਨ ਇੰਡੀਆ ਦਾ 7000 ਰੱਜਦਾ ਪੁੱਜਦਾ ਬੰਦਾ ਜਿਹੜਾ ਕਰੋੜਪਤੀ ਸੀ ਮਾਈਗ੍ਰੇਟ ਹੋ ਗਿਆ ਵਿਦੇਸ਼ਾਂ ਨੂੰ।
ਕਰੋਗੇ ਕੀ? ਹੱਲ ਕੀ ਹੈ? ਆਖੇ ਹੁਣ ਜ਼ਮੀਨ ਨੂੰ ਜਿਹੜਾ ਅਕਵਾਇਰ ਕਰਨ ਦਾ ਸਿਲਸਿਲਾ ਉਹ ਸਖਾਲਾ ਬਣਾਉਣਾ, ਜ਼ਮੀਨ ਤੇ ਪਾਣੀ ਸੰਬੰਧੀ ਨਿਯਮਾਂ ਨੂੰ ਸੌਖਾ ਕਰਨਾ ਤੇ ਹੋਰ ਕਿ ਇੰਡਸਟਰੀਅਲਿਸਟ ਨੂੰ, ਵਪਾਰੀਆਂ ਨੂੰ ਜ਼ਮੀਨ ਸਸਤੀ ਤੋਂ ਸਸਤੀ, ਸਖਾਲੀ ਤੋਂ ਸਖਾਲੀ ਕਿਵੇਂ ਮਿਲੇ, ਇਸ ਬਾਰੇ ਨਿਰਮਲਾ ਸੀਤਾਰਮਨ ਨੇ ਮੀਟਿੰਗ ਰੱਖ ਲਈ ਹੈ ਸਾਰੀਆਂ ਸਟੇਟਾਂ ਦੇ ਚੀਫ ਮਿਨਿਸਟਰ ਅਤੇ ਯੂਟੀ ਦੇ ਪ੍ਰਮੁੱਖ ਦੇ ਨਾਲ, ਵਿੱਤ ਮੰਤਰੀਆਂ ਦੇ ਨਾਲ। ਚਲੋ ਯੂਟੀ ਵਾਲੇ ਤਾਂ ਆਪਣੇ ਹੀ ਹੁੰਦੇ ਨੇ, ਗਵਰਨਰ ਇਹਨਾਂ ਦੇ ਅੰਡਰ ਹੁੰਦੇ ਨੇ, ਪਰ ਸੂਬਿਆਂ ਦੇ ਮੁੱਖ ਮੰਤਰੀ ਜੇ ਨਹੀਂ ਹੋਣਗੇ ਕਾਨੂੰਨ ਬਣਾ ਕੇ ਚੇਪ ਦੇਣਗੇ। ਇਹ ਪਹਿਲਾਂ ਮਨਮੋਹਨ ਸਿੰਘ ਸਰਕਾਰ ਵਕਤ ਵੀ ਹੋਇਆ ਸੀ ਕਿ ਜਿਹੜਾ ਸੇਜ ਬਣਾਇਆ ਸੀ ਨਾ ਉਹਨਾਂ ਨੇ ਸਪੈਸ਼ਲ ਇਕਨੋਮਿਕ ਜ਼ੋਨ, ਉਹਦਾ ਵੀ ਬੜਾ ਰੌਲਾ ਪਿਆ ਸੀਗਾ ਤੇ ਹਾਲਾਂਕਿ ਉਹ ਸੇਜ ਨੇਪਰੇ ਨਹੀਂ ਸੀ ਚੜੇ। ਤੇ ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਨੂੰ 7 ਦਿਨਾਂ ਵਾਸਤੇ ਈਡੀ ਦੀ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਮੁੜ ਉਹਨਾਂ ਨੂੰ 7 ਦਿਨਾਂ ਨੂੰ ਫਿਰ ਪੇਸ਼ ਕੀਤਾ ਜਾਵੇਗਾ, ਪੁੱਛਗਿੱਛ ਉਹਨਾਂ ਦੀ ਕੀਤੀ ਜਾਵੇਗੀ। ਹਾਲਾਂਕਿ ਬਚਾਅ ਧਰਦੇ ਖਹਿਰੇ ਦੇ ਵਕੀਲ ਦਾ ਕਹਿਣਾ ਸੀ ਕਿ ਉਹਨਾਂ ਦੀ ਗ੍ਰਿਫਤਾਰੀ ਸਿਆਸਤ ਤੋਂ ਪ੍ਰੇਰਿਤ ਹੈ ਤੇ ਇਸ ਕਰਕੇ 14 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ, ਪਰ ਅਦਾਲਤ ਨੇ 7 ਦਿਨਾਂ ਵਾਸਤੇ ਉਹਨਾਂ ਨੂੰ ਈਡੀ ਦੀ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। ਦੂਜੇ ਬੰਨੇ ਆਮ ਆਦਮੀ ਪਾਰਟੀ ਨੇ ਆਪਣੇ 10 MLA ਐਲਾਨੇ ਨੇ ਤੇ ਇਸ ਦੇ ਨਾਲ ਅਕਾਲੀ ਦਲ ਨੇ ਵੀ ਆਪਣੇ 2 ਉਮੀਦਵਾਰਾਂ ਦਾ ਅੱਜ ਐਲਾਨ ਕਰ ਦਿੱਤਾ। ਮਾਨਸਾ ਸਰਦੂਲਗੜ੍ਹ ਇਲਾਕੇ ਤੋਂ ਬਲਵਿੰਦਰ ਸਿੰਘ ਭੁੰਦੜ ਦੇ ਬੇਟੇ ਨੇ ਦਿਲਰਾਜ ਸਿੰਘ ਭੁੰਦੜ ਤੇ ਘਨੌਰ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਹਲਕਾ ਘਨੌਰ ਤੋਂ ਉਮੀਦਵਾਰ ਬਣਾ ਦਿੱਤਾ ਹੈ। ਤੇ ਇਸੇ ਦੌਰਾਨ ਕਰੋਨਾ ਦੇ ਕਾਰਨ ਜਿਹੜਾ ਹੁਣ ਥੋੜਾ ਮਾਹੌਲ ਦਰੁਸਤ ਹੋਣ ਲੱਗਿਆ ਤੇ ਇਸ ਕਰਕੇ ਜਿਹੜੇ NRI ਵੀ ਆਉਂਦੇ ਨੇ, ਸੋ ਫਲਾਈਟਸ ਕੁਝ ਸ਼ੁਰੂਆਤ ਹੋ ਗਈਆਂ ਨੇ ਅੱਜ, ਜਿਸ ਮੁਤਲਕ ਜਿਹੜੀਆਂ ਅੰਮ੍ਰਿਤਸਰ 에ਅਰਪੋਰਟ ਤੋਂ ਜਿਹੜੀ ਗੋ ਫਸਟ ਹਵਾਬਾਜ਼ੀ ਕੰਪਨੀ ਹੈ, ਡੋਮੈਸਟਿਕ 에ਅਰਲਾਈਨ ਹੈ, ਇਹਦੀਆਂ 6 ਫਲਾਈਟਾਂ ਨੇ ਜਿਹੜੀਆਂ ਉਹ ਅੰਮ੍ਰਿਤਸਰ ਤੋਂ ਉੱਡਣਗੀਆਂ। 3 ਫਲਾਈਟਾਂ ਦਿੱਲੀ ਵਾਸਤੇ ਤੇ 2 ਮੁੰਬਈ ਦੇ ਵਾਸਤੇ ਤੇ 1 ਸ਼੍ਰੀਨਗਰ ਦੇ ਵਾਸਤੇ, ਜਿਨ੍ਹਾਂ ਦੀ ਸ਼ੁਰੂਆਤ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੱਲ ਕੀਤੀ ਹੈ। ਤੇ ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਡੋਮੈਸਟਿਕ 에ਅਰਲਾਈਨ ਹੈ ਇਹਦਾ ਕਾਰੋਬਾਰ ਕਾਫੀ ਜਿਹੜਾ ਤੇਜ਼ੀ ਦੇ ਵਿੱਚ ਚੱਲ ਰਿਹਾ ਤੇ ਪਿਛਲੇ ਵਰੇ ਦੀਆਂ ਰਿਪੋਰਟਸ ਨੇ, ਇਸ ਵਾਰੀ ਕਰੋਨਾ ਦੇ ਕਾਰਨ ਤਾਂ ਅੰਕੜੇ ਨਹੀਂ ਆਏ, ਫਲਾਈਟਸ ਘੱਟ ਚੱਲੀਆਂ ਨੇ, ਪਰ ਇਸ ਮੁਤਲਕ ਪਿਛਲੇ ਵਰੇ 2019 ਦੇ ਵਿੱਚ ਇਹਨਾਂ ਦੇ ਵਿੱਚ 23% ਇਜ਼ਾਫਾ ਹੋਇਆ ਸੀ। ਜਾਣੀ ਕਿ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਇਹ ਜਿਹੜੀ ਰਿਪੋਰਟ ਦਿੱਤੀ ਸੀ ਕਿ ਇੰਡੀਆ ਦੇ ਵਿੱਚ ਡੋਮੈਸਟਿਕ 에ਅਰਲਾਈਨ ਦਾ ਜਿਹੜਾ ਕਾਰੋਬਾਰ ਹੈ ਉਸ ਦੇ ਵਿੱਚ 23% ਇਜ਼ਾਫਾ ਹੋ ਗਿਆ। ਇਸ ਦੇ ਨਾਲ ਪ੍ਰਦੂਸ਼ਣ ਨੂੰ ਲੈ ਕੇ ਕਿਉਂਕਿ ਇਨੀ ਦਿਨੀ ਤਾਂ ਕੁਝ ਮੌਸਮ ਦੀ ਮਿਹਰ ਰਹੀ ਤੇ ਕੁਝ ਨਾਲ ਮਿਹਰ ਰਹੀ, ਆਪਣਾ ਰੱਬ ਤੁਹਾਡਾ ਭਲਾ ਕਰੇ, ਕਿਸਾਨਾਂ ਨੇ ਵੀ ਥੋੜਾ ਜਿਹਾ ਸੰਜੀਦਗੀ ਨਾਲ ਕੰਮ ਕੀਤਾ ਤੇ ਇਸ ਸਿਲਸਿਲੇ ਵਿੱਚ ਇਸ ਮੁਤਲਕ ਇਸ ਵਾਰੀ ਪ੍ਰਦੂਸ਼ਣ ਥੋੜਾ ਘੱਟ ਹੈ ਜਿਸ ਸਿਲਸਿਲੇ ਵਿੱਚ, ਪਰ ਫਿਰ ਵੀ NCR ਖੇਤਰ ਦੇ ਵਿੱਚ ਦਿੱਲੀ ਦੇ ਵਿੱਚ ਜਿਹੜਾ ਪ੍ਰਦੂਸ਼ਣ ਵਧਿਆ ਉਸ ਦੇ ਮੱਦੇਨਜ਼ਰ ਸੁਪਰੀਮ ਕੋਰਟ ਇਸ ਦੀ ਸੁਣਵਾਈ ਕਰ ਰਿਹਾ। ਸੋ NCR ਖੇਤਰ ਦੇ ਵਿੱਚ ਜਿਹੜਾ ਨੈਸ਼ਨਲ ਕੈਪੀਟਲ ਰੀਜਨ ਹੈ ਉਸ ਦੇ ਵਿੱਚ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਕੱਲ੍ਹ ਨੂੰ ਭਾਰਤੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ। ਤੇ ਇਸ ਦੇ ਨਾਲ ਇਹ ਸਨ ਕੁਝ ਖਾਸ ਖਬਰਾਂ ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਾਈ ਬਲਬੀਰ ਸਿੰਘ ਉਸਮਾਨਪੁਰ ਪਰਿਵਾਰ ਨੇ, ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ ਜਿਸ ਦੌਰਾਨ ਉੱਥੇ ਤੁਸੀਂ ਫ੍ਰੀ ਕਾਫੀ, ਈਮੇਲ ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਦਾ ਲੁਤਫ ਲੈ ਸਕਦੇ ਹੋ। ਇਸ ਤੋਂ ਇਲਾਵਾ ਉੱਥੇ ਟਰੱਕਾਂ ਦਾ ਸਮਾਨ ਸਮੱਗਰੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਦੂਜੀ ਲੋਕੇਸ਼ਨ ਹੈ ਇਹਨਾਂ ਦੀ ਕੈਲੀਫੋਰਨੀਆ ਦੇ ਵਿੱਚ ਹੈ, ਲਾਸਟਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ ਲਾਸਟਲ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਤੁਹਾਨੂੰ ਫ੍ਰੀ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ ਤੇ ਨਾਲ ਟਰੱਕਾਂ ਦਾ ਸਮਾਨ ਸਮੱਗਰੀ ਵੀ ਇੱਥੇ ਖਰੀਦ ਸਕਦੇ ਹੋ। ਇੱਥੇ ਲਿਕਰ ਸ਼ਾਪ ਹੈ, ਉਹ ਫ੍ਰੀ ਨਹੀਂ ਹੈ, ਸਦ ਉਪਯੋਗ ਕਰੋ। ਲਾਸਟਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ ਲਾਸਟਲ ਐਗਜ਼ਿਟ 278। ਇਸ ਲੋਕੇਸ਼ਨ ਤੇ ਫ੍ਰੀ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ, ਨਾਲ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦ ਉਪਯੋਗ ਕਰੋ। ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਫਿਊਲ ਕੰਪਨੀਆਂ ਦਾ ਵੀ ਕਾਰੋਬਾਰ ਹੈ। ਮਸਲਨ ਇਹਨਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਤੋਂ ਗੈਸ ਸਟੇਸ਼ਨ ਓਨਰ ਆਪਰੇਟਰ ਵੀਰ ਨੇ ਉਹ ਜਿਹੜਾ ਇੱਥੋਂ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ।
ਤੇ ਕੋਈ ਡੀਲ ਬਣਾਉਣੀ ਹੈ ਤਾਂ ਉਸ ਦੇ ਵਾਸਤੇ ਨੰਬਰ ਨੋਟ ਕਰ ਲਓ। ਬਲਵੀਰ ਸਿੰਘ ਸਮਾਨਪੁਰ ਹੋਰਾਂ ਦੇ ਭਰਾ ਸਾਰ ਜਾਫਸਨ ਦਾ ਨੰਬਰ ਹੈ 425 232 84 13 425 232 8413। ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੁਤਲਕ ਗੁਰੂ ਘਰਾਂ ਦੇ ਵਿੱਚ ਸੰਗਤਾਂ ਕਾਫੀ ਉਤਸ਼ਾਹ ਦੇ ਨਾਲ ਨਤਮਸਤਕ ਹੋ ਰਹੀਆਂ ਨੇ। ਲੜੀਆਂ ਲਾਈਟਾਂ ਫਿਰ ਲੋਕਾਂ ਨੇ ਲਾਉਣੀਆਂ ਪੰਜਾਬ ਦੇ ਵਿੱਚ ਸ਼ੁਰੂ ਕੀਤੀਆਂ ਨੇ। ਪਰ ਇਸ ਤਰ੍ਹਾਂ ਜਿਹੜੀ ਸਥਿਤੀ ਆਮ ਮਜ਼ਦੂਰਾਂ ਦੀ ਹੈ, ਗਰੀਬਾਂ ਦੀ ਹੈ, ਉਸ ਮੁਤਲਕ ਵੀ ਗੱਲ ਕਰਨੀ ਜ਼ਰੂਰੀ ਹੈ। ਸੋ ਮਜ਼ਦੂਰਾਂ ਦੀ ਕਨਵੈਨਸ਼ਨ ਵੱਲੋਂ ਇਸ ਜਿਹੜਾ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਉਸ ਮੁਤਲਕ ਕੌਮੀ ਪੱਧਰ ਤੇ ਹੜਤਾਲ ਕਰਨ ਦਾ ਸੱਦਾ ਦਿੱਤਾ ਗਿਆ। ਸੋ ਮਜ਼ਦੂਰਾਂ ਦੀ ਕੌਮੀ ਕਨਵੈਨਸ਼ਨ ਜੰਤਰ ਮੰਤਰ ਦੇ ਵਿੱਚ ਹੋਵੇਗੀ। ਸੋ ਨਵੀਂ ਦਿੱਲੀ ਦੀਆਂ ਟ੍ਰੇਡ ਯੂਨੀਅਨ ਤੇ ਸੁਤੰਤਰ ਸੈਂਟਰਲ ਇੰਡੀਆ ਫੈਡਰੇਸ਼ਨਾਂ ਦੇ ਸਾਂਝੇ ਪਲੇਟਫਾਰਮ ਨੇ ਦਿੱਲੀ ਦੇ ਵਿੱਚ ਇਕੱਤਰਤਾ ਕਰਦਿਆਂ ਇਸ ਗੱਲ ਦਾ ਐਲਾਨ ਕੀਤਾ ਕਿ ਜਿਸ ਤਰ੍ਹਾਂ ਭਾਰਤ ਭਰ ਦੇ ਵਿੱਚ ਜੋ ਮਜ਼ਦੂਰਾਂ ਨੂੰ ਦਿੱਕਤਾਂ ਨੇ ਇਸ ਸੰਬੰਧੀ ਉਹ ਇਸ ਚੱਲ ਰਹੇ ਸੈਸ਼ਨ ਦੇ ਮੁਤਲਕ ਜੋ ਸੁਪਰੀਮ ਜਿਹੜਾ ਸੰਸਦ ਦਾ ਭਾਰਤ ਦੀ ਸੰਸਦ ਦਾ ਸੈਸ਼ਨ ਸ਼ੁਰੂ ਹੋ ਰਿਹਾ ਉਸ ਮੁਤਲਕ ਉਹ ਵੀ ਬਜਟ ਸੈਸ਼ਨ ਦੇ ਦੌਰਾਨ ਕੌਮੀ ਹੜਤਾਲ ਦਾ ਸੱਦਾ ਦੇਣਗੇ ਕਿ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਸਰਕਾਰ ਉਹਨਾਂ ਤੇ ਗੌਰ ਫਰਮਾਵੇ। ਤੇ ਦੋਸਤੋ ਇਸ ਦੇ ਨਾਲ ਅੱਜ ਤੁਹਾਨੂੰ ਥੋੜੇ ਜਿਹੇ ਰਾਜੇ ਮਹਾਰਾਜਿਆਂ ਦੇ ਕਿੱਸੇ ਸੁਣਾਵਾਂਗੇ ਕਿ ਕਿਸ ਤਰ੍ਹਾਂ ਉਦੋਂ ਆਮ ਲੋਕਾਂ ਦੇ ਹਾਲਾਤ ਸੀ ਤੇ ਇਹਨਾਂ ਰਾਜਿਆਂ ਮਹਾਰਾਜਿਆਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ। ਉਸ ਮੁਤਲਕ ਗੱਲਬਾਤ ਤੁਹਾਨੂੰ ਅੱਜ ਥੋੜੀ ਸੁਣਾਵਾਂਗੇ। ਅੱਜ ਥੋੜਾ ਜਿਹਾ ਸਮਾਂ ਵੀ ਆਪਾਂ ਘੱਟ ਲਾਵਾਂਗੇ ਕਿਉਂਕਿ ਸਿਹਤ ਮੇਰੀ ਥੋੜੀ ਜਿਹੀ ਸਿਰ ਦਰਦ ਜਿਹਾ ਹਲਕਾ ਹਲਕਾ ਹੋ ਜਾਂਦਾ ਕੱਲ ਦਾ ਹੀ, ਤੇ ਇਸ ਮੁਤਲਕ ਆਪਾਂ ਸਮਾਂ ਥੋੜਾ ਜਿਹਾ ਅੱਜ ਸੰਖੇਪ ਚ ਲਾਵਾਂਗੇ। ਸੋ ਕਿਸ ਤਰ੍ਹਾਂ ਭਾਰਤ ਦੇ ਵਿੱਚ ਬ੍ਰਿਟਿਸ਼ ਰਾਜ ਦੇ ਦੌਰਾਨ ਇਹ ਤੁਸੀਂ ਸੁਣ ਸਕਦੇ ਹੋ, ਕੋਈ ਇਹਦੇ 'ਚ ਐਸੀ ਵੈਸੀ ਗੱਲ ਨਹੀਂ ਹੈ ਕਿਉਂਕਿ ਵੈਸੇ ਤਾਂ ਇਹਨਾਂ ਦੇ ਕਿੱਸੇ ਦੇ ਵਿੱਚ ਅਸ਼ਲੀਲਤਾ ਬਹੁਤ ਹੈ ਕਿਉਂਕਿ ਦੀਵਾਨ ਜਰਮਨੀ ਦਾਸ ਨੇ ਬਹੁਤ ਨਿੱਠ ਕੇ ਇਹਨਾਂ ਦੇ ਮੁਤਲਕ ਲਿਖਿਆ ਕਿ ਕਿਸ ਤਰ੍ਹਾਂ ਦੇ ਇਹਨਾਂ ਦੇ ਹਾਲਾਤ ਸਨ। ਪਰ ਫਿਰ ਵੀ ਭਾਰਤ ਦੀਆਂ ਇਹ ਜਿਹੜੀਆਂ 542 ਦੇ ਕਰੀਬ ਰਿਆਸਤਾਂ ਸੀ, ਇਹਨਾਂ ਰਿਆਸਤਾਂ ਦੇ ਜਿਹੜੇ ਹਾਲਾਤ ਸੀ ਕਿ ਕਿਸ ਤਰ੍ਹਾਂ ਉਸ ਮੁਤਲਕ ਲੋਕਾਂ ਦੇ ਨਾਲ ਜ਼ਬਰਦਸਤੀਆਂ ਹੁੰਦੀਆਂ ਸੀ, ਜਬਰ ਜਨਾਹ ਹੁੰਦੇ ਸੀ। ਹਾਲਾਤ ਹੁਣ ਵੀ ਕੋਈ ਬਹੁਤੇ ਬਿਹਤਰ ਨਹੀਂ ਹੈ, ਆਮ ਲੋਕਾਂ ਦੇ ਹਾਲਾਤ ਉਹੀ ਨੇ। ਅੱਗੇ ਰਾਜੇ ਮਹਾਰਾਜੇ ਸੀ ਤੇ ਹੁਣ ਇਹ ਰਾਜਨੇਤਾ ਇਹ ਕੁਛ ਕਰਦੇ ਨੇ। ਅੱਜ ਵੀ ਜਿਸ ਤਰ੍ਹਾਂ ਰਾਜਿਆਂ ਮਹਾਰਾਜਿਆਂ ਦਾ ਸ਼ਹਿਰ ਲਖਨਊ ਹੈ, ਉੱਥੇ ਇੱਕ ਸਮੂਹਿਕ ਜਬਰ ਜਨਾਹ ਦੇ ਮਾਮਲੇ ਦੇ ਵਿੱਚ ਸਾਬਕਾ ਮੰਤਰੀ ਨੇ ਯੂਪੀ ਦੇ ਗਾਇਤਰੀ ਪ੍ਰਸਾਦ ਪ੍ਰਜਾਪਤੀ, ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਤੇ ਇਸ ਦੌਰਾਨ ਇਹ ਜਿਹੜਾ ਸਮੂਹਿਕ ਜਬਰ ਜਨਾਹ ਹੋਇਆ ਸੀ ਇਸ ਮਾਮਲੇ ਦੇ ਵਿੱਚ MP ਨੇ, MLA ਨੇ, ਵਿਸ਼ੇਸ਼ ਅਦਾਲਤ ਨੇ ਅੱਜ ਉਸ ਨੂੰ ਇਹ ਸਜ਼ਾ ਸੁਣਾਈ ਹੈ। ਤੇ ਇਸ ਮੁਤਲਕ ਗਾਇਤਰੀ ਇਸ ਦਾ ਨਾਂ ਹੈ ਗਾਇਤਰੀ ਪ੍ਰਸਾਦ ਪ੍ਰਜਾਪਤੀ ਤੇ ਉਸਦੇ ਹੋਰ ਦੋ ਸਾਥੀ ਸਨ ਆਸ਼ੀਸ਼ ਸ਼ੁਕਲਾ ਤੇ ਅਸ਼ੋਕ ਤਿਵਾੜੀ। ਇਹਨਾਂ ਨੂੰ ਵੀ ਉਮਰ ਕੈਦ ਸੁਣਾਈ ਗਈ ਤੇ ਇਹਨਾਂ ਨੂੰ 2 ਲੱਖ ਰੁਪਏ 2-2 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਵਿਸ਼ੇਸ਼ ਜੱਜ ਪਵਨ ਕੁਮਾਰ ਨੇ ਇਹ ਫੈਸਲਾ ਸੁਣਾਇਆ ਜਿਸ ਦੇ ਵਿੱਚ ਇਹ ਤਿੰਨੇ ਦੋਸ਼ੀ ਕਰਾਰ ਦਿੱਤੇ ਗਏ ਨੇ। ਇਸ ਮਾਮਲੇ ਦੇ ਵਿੱਚ ਇਸ ਨੇਤਾ ਗਾਇਤਰੀ ਪ੍ਰਸਾਦ ਦੇ ਜਿਹੜੇ ਗਨਮੈਨ ਚੰਦਰਪਾਲ, PRO ਰੂਪੇਸ਼ਵਰ ਉਰਫ ਰੂਪੇਸ਼ ਤੇ ਇੱਕ ਸੀਨੀਅਰ PCS ਅਧਿਕਾਰੀ ਸੀ ਉੱਥੋਂ ਯੂਪੀ ਦਾ, ਉਸ ਦਾ ਬੇਟਾ ਸੀ ਵਿਕਾਸ ਸ਼ਰਮਾ ਤੇ ਅਮਰਿੰਦਰ ਸਿੰਘ ਪਿੰਟੂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕੀਤਾ ਹੈ। ਕਾਬਲੇ ਜ਼ਿਕਰ ਹੈ ਕਿ 2017 ਦਾ ਇਹ ਮਾਮਲਾ ਹੈ। ਯੂਪੀ ਦੇ ਵਿੱਚ 18 ਫਰਵਰੀ 2017 ਨੂੰ ਗੌਤਮਪੱਲੀ ਦੇ ਵਿੱਚ ਸਮੂਹਿਕ ਜਬਰ ਜਨਾਹ ਦੇ ਵਿੱਚ ਜਾਨ ਮਾਲ ਦੀ ਧਮਕੀ ਤੇ ਪੋਕਸੋ ਐਕਟ ਦੇ ਅਧੀਨ ਇੱਕ ਮੁਕੱਦਮਾ ਦਰਜ ਹੋਇਆ ਸੀ ਗਾਇਤਰੀ ਪ੍ਰਸਾਦ ਪ੍ਰਜਾਪਤੀ ਦੇ ਖਿਲਾਫ। ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਨੇ ਪੀੜਤ ਨੇ ਉਸਨੇ ਅਰਜ਼ੀ ਦਿੱਤੀ ਸੀ ਕਿ ਜਬਰ ਜਨਾਹ ਪੀੜਤਾਂ ਨੇ ਗਾਇਤਰੀ ਪ੍ਰਜਾਪਤੀ ਤੇ ਉਹਨਾਂ ਦੇ ਸਾਥੀਆਂ ਤੇ ਜਬਰ ਜਨਾਹ ਦੇ ਦੋਸ਼ ਲਾਉਂਦੇ ਹੋਏ ਜਿਹੜੀ ਨਾਬਾਲਗ ਬੇਟੀ ਨਾਲ ਵੀ ਮਾੜਾ ਕੰਮ ਕਰਨ ਦਾ ਦੋਸ਼ ਲਾਇਆ ਸੀ। ਸੋ ਗਾਇਤਰੀ ਸਮੇਤ ਇਹ ਸਾਰੇ ਦੋਸ਼ੀਆਂ ਨੂੰ 2017 ਦੇ ਵਿੱਚ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਸੀ। ਹਾਲਾਂਕਿ ਤੁਸੀਂ ਵੇਖੋ ਕਿ ਇਸ ਤਰ੍ਹਾਂ ਦੇ ਜਿਹੜੇ ਇਹ ਵੱਡੇ ਲੋਕ ਨੇ ਤੇ ਕਿਸ ਤਰ੍ਹਾਂ ਇਹ ਜ਼ੋਰ ਜ਼ਬਰਦਸਤੀਆਂ ਆਮ ਲੋਕਾਂ ਤੇ ਕਰਦੇ ਨੇ, ਇਹ ਨਾ ਕੋਈ ਪਹਿਲੇ ਦਿਨ ਦੀ ਕਹਾਣੀ ਹੈ ਤੇ ਨਾ ਇੰਡੀਆ ਦੀ ਆਖਰੀ ਕਹਾਣੀ ਹੈ। ਤੇ ਇਸ ਮੁਤਲਕ ਹਾਲਾਂਕਿ ਉੱਚ ਅਦਾਲਤਾਂ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮਾਮਲੇ 'ਚ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਰਾਹਤ ਕਈ ਤਰ੍ਹਾਂ ਦੇ ਕੇਸਾਂ 'ਚ ਦੇ ਦਿੰਦੀਆਂ ਨੇ, ਪਰ ਰਾਜ ਸੱਤਾ ਨਾਲ ਜੁੜੇ ਲੋਕ ਹਮੇਸ਼ਾ ਆਪਣਾ ਰਾਜ ਸੁੱਖ ਭੋਗਦੇ ਨੇ। ਤੇ ਇਸ ਮੁਤਲਕ ਇਹ ਜਿਹੜੇ ਯੂਪੀ ਦੇ ਸਾਬਕਾ ਮੰਤਰੀ ਸੀ, ਸਮਾਜਵਾਦੀ ਪਾਰਟੀ ਦੇ ਖਨਨ ਮੰਤਰੀ ਸੀ ਗਾਇਤਰੀ ਪ੍ਰਸਾਦ ਪ੍ਰਜਾਪਤੀ,
ਜਿਨ੍ਹਾਂ ਨੂੰ ਇਹ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਗਾਇਤਰੀ ਪ੍ਰਜਾਪਤੀ ਫੈਸਲੇ ਤੋਂ ਬਾਅਦ ਅਦਾਲਤ ਦੇ ਵਿੱਚ ਧਾਹਾਂ ਮਾਰ ਕੇ ਰੋਂਦੇ ਰਹੇ। ਚਿੱਤਰਕੂਟ ਦੀ ਮਹਿਲਾ ਸੀ ਜਿਸ ਨੇ ਇਸ ਤੇ ਆਪਣੇ ਅਤੇ ਆਪਣੀ ਬੇਟੀ ਦੇ ਗੈਂਗ ਰੇਪ ਦੀ ਜਿਹੜੇ ਦੋਸ਼ ਲਾਏ ਸਨ। ਇਸ ਮਾਮਲੇ 'ਚ ਜਿਹੜੇ ਨੇ ਆਸ਼ੀਸ਼ ਸ਼ੁਕਲਾ ਤੇ ਅਸ਼ੋਕ ਤਿਵਾਰੀ ਨੂੰ ਵੀ ਉਮਰ ਕੈਦ ਮਿਲੀ ਹੈ ਤੇ ਗਾਇਤਰੀ ਪ੍ਰਸਾਦ ਸਮਾਜਵਾਦੀ ਪਾਰਟੀ ਦੀ ਅਖਿਲੇਸ਼ ਯਾਦਵ ਦੀ ਸਰਕਾਰ ਦੇ ਦੌਰਾਨ ਮੰਤਰੀ ਸਨ ਤੇ ਗਾਇਤਰੀ ਨੇ ਹੱਥ ਜੋੜ ਕੇ ਮੀਡੀਆ ਨੂੰ ਵੀ ਆਖਿਆ ਕਿ ਜੋ ਫੈਸਲਾ ਆਇਆ ਗਲਤ ਹੈ। ਰਾਜਨੀਤਿਕ ਵਿਰੋਧੀਆਂ ਦੁਆਰਾ ਸਾਜ਼ਿਸ਼ ਦੇ ਤਹਿਤ ਮੈਨੂੰ ਫਸਾਇਆ ਗਿਆ। ਮੈਂ ਨਿਰਦੋਸ਼ ਹਾਂ। ਮੇਰਾ ਬਿਆਨ ਨਹੀਂ ਲਿਆ ਗਿਆ। ਮੇਰੀ ਮੰਗ ਹੈ ਕਿ ਨਾਰਕੋ ਟੈਕਸ ਵੀ ਮੇਰਾ ਠੀਕ ਨਹੀਂ ਕਰਾਇਆ ਗਿਆ। ਮੈਂ ਅਮੇਠੀ ਦੇ ਵਿੱਚ ਚੋਣ ਨਾ ਲੜ ਸਕਾਂ, ਇਸ ਲਈ ਮੈਨੂੰ ਫਸਾਇਆ ਗਿਆ ਤੇ ਮੈਨੂੰ ਯੋਗੀ ਸਰਕਾਰ ਨੇ ਫਸਾਇਆ ਤੇ ਮੈਨੂੰ ਸੁਪਰੀਮ ਕੋਰਟ ਤੇ ਵਿਸ਼ਵਾਸ ਹੈ, ਹਾਈ ਕੋਰਟ ਤੇ ਵਿਸ਼ਵਾਸ ਹੈ ਕਿ ਮੈਂ ਬਾਇਜ਼ਤ ਬਰੀ ਹੋਵਾਂਗਾ। ਕਾਬਲੇ ਜ਼ਿਕਰ ਹੈ ਕਿ ਪੀੜਤ ਮਹਿਲਾ ਨੇ 2013 ਦੇ ਵਿੱਚ ਚਿੱਤਰਕੂਟ ਦੀ ਗੰਗਾ ਆਰਤੀ ਦੇ ਦੌਰਾਨ ਇਸ ਮੰਤਰੀ ਗਾਇਤਰੀ ਪ੍ਰਜਾਪਤੀ ਨੂੰ ਇੱਕ ਕੰਮ ਦੇ ਸਿਲਸਿਲੇ ਦੇ ਵਿੱਚ ਮਿਲੀ ਸੀ ਤੇ ਫਿਰ ਉਸ ਦੇ ਕਰੀਬੀ ਨੇ ਉਸ ਨੂੰ ਗਾਇਤਰੀ ਨੂੰ ਮਿਲਾਇਆ ਸੀ ਤੇ ਇਸ ਤੋਂ ਬਾਅਦ ਗਾਇਤਰੀ ਦੇ ਜਿਹੜੀ ਲਖਨਊ ਰਿਹਾਇਸ਼ ਤੇ ਉਹ ਆਉਣ ਜਾਣ ਲੱਗੀ ਸੀ ਉਹ ਮਹਿਲਾ ਤੇ ਫਿਰ ਅਕਤੂਬਰ 2014 ਤੋਂ 2016 ਤੱਕ ਉਹ ਇਸ ਦੇ ਨਾਲ ਇਸ ਤਰ੍ਹਾਂ ਰੇਪ ਕਰਦਾ ਰਿਹਾ। ਮੰਤਰੀ ਦੇ ਡਰ ਕਾਰਨ ਉਹ ਚੁੱਪ ਰਹੀ ਤੇ ਜਦੋਂ ਫਿਰ ਇਸ ਦੇ ਮੰਤਰੀ ਤੇ ਦੋਸ਼ੀਆਂ ਨੇ ਉਸ ਦੀ ਬੇਟੀ ਨੂੰ ਵੀ ਆਪਣੇ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰੀ ਤਾਂ ਉਹ ਬਰਦਾਸ਼ਤ ਨਾ ਕਰ ਸਕੀ ਤੇ ਫਿਰ ਉਸਨੇ 18 ਫਰਵਰੀ 2017 ਨੂੰ ਇਸ ਮੰਤਰੀ ਤੇ ਉਸਦੇ ਸਾਥੀਆਂ ਤੇ ਇਹ ਕੇਸ ਦਰਜ ਕਰਾਇਆ ਸੀ। ਸੋ ਨਾਬਾਲਗ ਦੇ ਨਾਲ ਰੇਪ ਦੀ ਕੋਸ਼ਿਸ਼ ਦੇ ਮੁਤਲਕ ਇਹਨਾਂ ਦੋਸ਼ੀਆਂ ਤੇ ਪੋਕਸੋ ਐਕਟ ਵੀ ਲੱਗਿਆ ਜਿਸ ਦੇ ਵਿੱਚ ਜਿਹੜੀ ਉਮਰ ਕੈਦ ਜਾਂ ਮੌਤ ਦੀ ਸਜ਼ਾ ਦਾ ਪ੍ਰਾਵਧਾਨ ਹੈ। ਸੋ ਗਾਇਤਰੀ ਪ੍ਰਜਾਪਤੀ 15 ਮਾਰਚ 2017 ਤੋਂ ਜੇਲ੍ਹ ਦੇ ਵਿੱਚ ਬੰਦ ਹੈ ਤੇ ਇਸ ਉਮਰ ਕੈਦ ਦੀ ਸਜ਼ਾ ਤੋਂ ਬਾਅਦ ਉਸ ਦਾ ਛੁੱਟਣਾ ਹੋਰ ਔਖਾ ਹੋ ਗਿਆ। ਇਸ ਸੰਬੰਧੀ 10 ਨਵੰਬਰ ਨੂੰ ਗਾਇਤਰੀ ਪ੍ਰਜਾਪਤੀ ਨੂੰ ਦੋਸ਼ੀ ਜਦੋਂ ਠਹਿਰਾਇਆ ਗਿਆ ਸੀ ਤਾਂ ਉਸ ਦੌਰਾਨ ਪੀੜਤਾ ਨੇ ਕਟਹਿਰੇ ਦੇ ਵਿੱਚ ਆ ਕੇ ਇਹ ਬਿਆਨ ਦਿੱਤਾ ਸੀ। ਬਾਰ-ਬਾਰ ਬਿਆਨ ਬਦਲਣ ਦੇ ਕਾਰਨ ਕੋਰਟ ਨੇ ਉਸ ਪੀੜਤਾ ਨੂੰ ਤੇ ਉਸ ਪਕਸ਼ ਦੇ ਗਵਾਹ ਸੀ ਜਿਹੜਾ ਰਾਮ ਸਿੰਘ ਰਾਜਪੂਤ ਤੇ ਅੰਸ਼ੂ ਗੋੜ ਦੇ ਖਿਲਾਫ ਵੀ ਜਾਂਚ ਦੇ ਆਦੇਸ਼ ਦਿੱਤੇ ਨੇ। ਕੋਰਟ ਨੇ ਆਖਿਆ ਕਿ ਕਿਸ ਵਜ੍ਹਾ ਦੇ ਨਾਲ ਉਹ ਵਾਰ-ਵਾਰ ਆਪਣੇ ਬਿਆਨ ਬਦਲ ਰਹੀ ਹੈ। ਇਸ ਜਾਂਚ ਦੇ ਵਿੱਚ ਲਖਨਊ ਹੁਣ ਪੁਲਿਸ ਜਾਂਚ ਕਰੇਗੀ। ਇਸ ਕੇਸ ਦੇ ਵਿੱਚ 4 ਦੋਸ਼ੀ ਚੰਦਰਪਾਲ, ਵਿਕਾਸ ਸ਼ਰਮਾ, ਰੁਪੇਸ਼ਵਰ ਤੇ ਅਮਰਿੰਦਰ ਸਿੰਘ ਪਿੰਟੂ ਨੂੰ ਨਿਰਦੋਸ਼ ਐਲਾਨਿਆ ਗਿਆ। ਸੁਪਰੀਮ ਕੋਰਟ ਦੇ ਵਿੱਚ ਪੀੜਤਾ ਦੀ ਜਿਹੜੀ ਐਪਲੀਕੇਸ਼ਨ ਆਈ ਸੀ ਉਸ ਦੇ ਵਿੱਚ ਗਾਇਤਰੀ ਪ੍ਰਜਾਪਤੀ ਸਮੇਤ 7 ਦੋਸ਼ੀਆਂ ਦੇ ਖਿਲਾਫ ਐਫਆਈਆਰ ਦਰਜ ਕਰਨ ਦੇ ਆਦੇਸ਼ ਦਿੱਤੇ ਗਏ ਸੀ। ਪੀੜਤਾ ਨੇ ਦੋਸ਼ ਲਾਇਆ ਸੀ ਕਿ 2014 ਦੇ ਵਿੱਚ ਗਾਇਤਰੀ ਦੇ ਨਿਵਾਸ ਸਥਾਨ ਤੇ ਉਸ ਦੇ ਨਾਲ ਗੈਂਗ ਰੇਪ ਹੋਇਆ ਤੇ ਫਿਰ ਉਸ ਤੋਂ ਬਾਅਦ ਇਹ ਸਿਲਸਿਲਾ ਚੱਲਦਾ ਗਿਆ। 18 ਫਰਵਰੀ 2017 ਨੂੰ ਥਾਣਾ ਗੌਤਮਪੱਲੀ ਲਖਨਊ ਦੇ ਵਿੱਚ ਉਸ ਨਾਲ ਗੈਂਗ ਰੇਪ ਕੀਤਾ ਗਿਆ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਤੇ ਉਸ ਦੀ ਬੇਟੀ ਨਾਲ ਵੀ ਜ਼ਿਆਦਤੀ ਕੀਤੀ ਗਈ ਜਿਸ ਬਿਨਾਂ ਤੇ ਉਸ ਤੇ ਇਹ ਪੋਕਸੋ ਐਕਟ ਦੇ ਅਧੀਨ ਮਾਮਲਾ ਦਰਜ ਹੋਇਆ ਸੀ ਜੋ ਬਲਾਤਕਾਰ ਦੇ ਮਾਮਲੇ ਦੇ ਵਿੱਚ ਉਮਰ ਕੈਦ ਤੇ ਫਾਂਸੀ ਦੀ ਸਜ਼ਾ ਵੀ ਦਿੰਦਾ। ਇਹ ਬਹੁਤ ਸਖਤ ਕਾਨੂੰਨ ਆ ਪੋਕਸੋ ਤੇ ਇਹਨਾਂ ਸਾਰਿਆਂ ਨੂੰ ਫਿਰ 2017 ਦੇ ਵਿੱਚ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਸੀ। ਸੋ 15 ਮਾਰਚ 2017 ਤੋਂ ਇਹ ਗਾਇਤਰੀ ਪ੍ਰਸਾਦ ਪ੍ਰਜਾਪਤੀ ਜੇਲ੍ਹ ਦੇ ਵਿੱਚ ਹੈ। ਹਾਲਾਂਕਿ ਇਸ ਦੌਰਾਨ ਇਹ ਅੱਗੇ ਸੁਣਵਾਈ ਕਰ ਸਕਦੇ ਨੇ, ਇਹ ਦੇਖਣਾ ਹੋਏਗਾ। ਉਧਰ ਯੂਪੀ ਦੀ ਸਿਆਸਤ ਦੇ ਵਿੱਚ ਜਿਹੜੀ ਪ੍ਰਿਯੰਕਾ ਗਾਂਧੀ ਪੂਰੀ ਸਰਗਰਮੀ ਦੇ ਨਾਲ ਵਿਚਰ ਰਹੀ ਹੈ। ਖੈਰ ਇਹ ਸੀ ਸਿਆਸੀ ਗੱਲਬਾਤ ਤੇ ਹੁਣ ਆਪਾਂ ਥੋੜੀ ਇਤਿਹਾਸਕ ਗੱਲਬਾਤ ਕਰਦੇ ਹਾਂ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੋਂ ਲੈ ਕੇ ਸਮਾਂ ਆਪਣਾ ਚੇਂਜ ਹੋ ਗਿਆ। ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮ ਨੂੰ 7:30 ਤੋਂ 9:30। ਪਟਿਆਲਾ ਸਟੂਡੀਓ ਤੋਂ ਮੈਂ ਪਰਮਿੰਦਰ ਸਿੰਘ ਤੁਹਾਡੇ ਨਾਲ ਜੁੜਦਾ ਤੇ ਰਾਜਨੀਤਿਕ ਚਰਚਾ ਦੇ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਹੋਰੀ ਆਉਂਦੇ ਨੇ ਤੇ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਾਡੀ ਵੈਬਸਾਈਟ tivanaradio.com ਦੇ ਜ਼ਰੀਏ ਸੁਣ ਸਕਦੇ ਹੋ ਜਿੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ। ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਤੇ YouTube ਪੇਜ ਦਾ ਲਿੰਕ ਮਿਲੇਗਾ। ਲਾਈਕ ਕਰੋ, ਬੈਲ ਆਈਕਨ ਦਬਾਵੋ ਤੇ ਅੱਗੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰੋ। ਸਾਡੀ ਵੈਬਸਾਈਟ ਤੇ ਪ੍ਰੋਗਰਾਮ ਲਾਈਵ ਸੁਣਿਆ ਜਾ ਸਕਦਾ ਹੈ tivanaradio.com ਤੇ। ਜੇ ਕੋਈ ਦਿੱਕਤ ਆਉਂਦੀ ਹੈ ਤੇ ਉੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਨੇ ਜਿਹੜੀਆਂ ਉਹਨਾਂ ਦੇ ਲਿੰਕ ਮਿਲਦੇ ਆ, ਇੰਸਟਾਲ ਕਰੋ। ਤੇ ਜੇ ਅਮਰੀਕਾ ਦੇ ਵਿੱਚੋਂ ਤਾਂ ਆਪਣਾ ਕਾਲ ਟੂ ਲਿਸਨ ਨੰਬਰ ਹੈ 667-930-9260। ਉਸ ਨੰਬਰ ਤੇ ਡਾਇਲ ਕਰਕੇ ਵੀ ਇਹ ਪ੍ਰੋਗਰਾਮ ਸੁਣੇ ਜਾ ਸਕਦੇ ਨੇ।
ਜੇ ਪ੍ਰੋਗਰਾਮਾਂ ਨੂੰ WhatsApp ਦੇ ਜ਼ਰੀਏ ਮੰਗਵਾਉਣਾ YouTube ਲਿੰਕ ਤਾਂ ਆਪਣਾ WhatsApp ਗਰੁੱਪ ਤੇ ਮੇਰਾ ਸੰਪਰਕ ਨੰਬਰ ਇਹੀ ਹੈ, ਇੰਡੀਆ ਸਟੂਡੀਓ ਦਾ ਨੰਬਰ ਹੈ 9876309655 9876309655। ਇਸ ਨੰਬਰ ਦੇ ਜ਼ਰੀਏ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਲਓ ਦੋਸਤੋ, ਹੁਣ ਤੁਹਾਨੂੰ ਸੁਣਾਉਂਦੇ ਆ ਕਿ ਕਿਸ ਤਰ੍ਹਾਂ ਉਸ ਵਕਤ ਬ੍ਰਿਟਿਸ਼ ਰਾਜ ਨੇ ਹੁਕਮਰਾਨਾਂ ਦੇ ਵਿੱਚ ਫੁੱਟ ਪਾ ਕੇ ਆਪਣਾ ਰਾਜ ਪਾ ਕੀਤਾ। ਇਹ ਭਾਰਤ ਦੀ ਬਰਤਾਨਵੀ ਰਾਜ ਦੇ ਦੌਰਾਨ ਦੀ ਸਥਿਤੀ ਹੈ, ਜਦੋਂ ਰਿਆਸਤਾਂ ਦੇ ਰਾਜਿਆਂ ਨੂੰ ਕਿਸ ਤਰ੍ਹਾਂ ਵੰਡਿਆ ਜਾਂਦਾ ਸੀ ਤੇ ਆਮ ਲੋਕਾਂ ਦੀ ਤੇ ਰਿਆਸਤਾਂ ਦੀ ਤੇ ਰਾਜਿਆਂ ਦੀ ਤੇ ਬ੍ਰਿਟਿਸ਼ ਅਧਿਕਾਰੀਆਂ ਦੀ ਕੀ ਸਥਿਤੀ ਸੀ। ਭਾਰਤ ਦੇ ਵਿੱਚ ਬਰਤਾਨਵੀ ਰਾਜ ਦੇ ਦੌਰਾਨ ਮੈਸੂਰ ਰਿਆਸਤ ਸਭ ਤੋਂ ਪ੍ਰਗਤੀਸ਼ੀਲ ਰਿਆਸਤ ਸੀ। ਇਸ ਦਾ ਉਚਿਤ ਸੰਵਿਧਾਨ ਸੀ ਤੇ ਚੁਣੇ ਹੋਏ ਮੈਂਬਰਾਂ ਦੀ ਵਿਧਾਨ ਸਭਾ ਸੀ, ਜੋ ਮੈਸੂਰ ਰਿਆਸਤ ਦੀਆਂ ਸਰਕਾਰੀ ਨੀਤੀਆਂ ਨੂੰ ਨਿਰਧਾਰਤ ਕਰਦੀ ਸੀ। ਮੈਸੂਰ ਦਾ ਮਹਾਰਾਜਾ ਕ੍ਰਿਸ਼ਨ ਰਾਜਾ ਵਡਿਆਰ ਬੜਾ ਹੀ ਸੰਤ ਸੁਭਾਅ ਦਾ ਸ਼ਾਸਕ ਸੀ। ਉੱਥੋਂ ਦੀ ਪ੍ਰਜਾ ਨੂੰ ਉਸ ਤੇ ਬੜਾ ਵਿਸ਼ਵਾਸ ਸੀ। ਉਹ ਇੱਕ ਆਦਰਸ਼ਕ ਰਾਜਾ ਵੀ ਮੰਨਿਆ ਜਾਂਦਾ ਸੀ। ਉਸਨੇ ਰਿਆਸਤ ਦਾ ਸਾਰਾ ਰਾਜ ਪ੍ਰਬੰਧ ਆਪਣੇ ਦੀਵਾਨ ਤੇ ਪਾਇਆ ਹੋਇਆ ਸੀ। ਇਸ ਲਈ ਅਸਲ ਦੇ ਵਿੱਚ ਹਕੂਮਤ ਰਾਜਾ ਮੈਸੂਰ ਨਹੀਂ ਬਲਕਿ ਦੀਵਾਨ ਹੀ ਕਰਦਾ ਸੀ। ਪ੍ਰਸਿੱਧ ਇੰਜੀਨੀਅਰ ਡਾਕਟਰ M ਵਿਸ਼ਵੇਸ਼ਵਰਈਆ, ਸਰ ਏਲ ਬਿਜ਼ਨ ਬੈਨਰਜੀ ਤੇ ਅੰਤਮ ਦੀਵਾਨ ਮਿਰਜ਼ਾ ਮੁਹੰਮਦ ਇਸਮਾਇਲ ਜਿਹੇ ਕਾਬਲ ਵਿਅਕਤੀ ਇਸ ਰਿਆਸਤ ਦੇ ਦੀਵਾਨ ਵੀ ਰਹੇ ਨੇ। ਇਹਨਾਂ ਦੀਵਾਨਾਂ ਦੇ ਵਿੱਚੋਂ ਹਰ ਕਿਸੇ ਨੇ ਰਾਜ ਪ੍ਰਬੰਧ ਆਪਣੇ ਤਰੀਕੇ ਨਾਲ ਚਲਾਇਆ ਸੀ। ਇਹਨਾਂ ਕੋਲ ਵੀ ਪੂਰੀ ਤਾਕਤ ਸੀ। ਮਹਾਰਾਜਾ ਤਾਂ ਨਾਂ ਦਾ ਹੀ ਸ਼ਾਸਕ ਰਹਿ ਗਿਆ ਸੀ। ਵਿਧਾਨ ਸਭਾ ਦੀ ਆੜ ਦੇ ਵਿੱਚ ਦੀਵਾਨ ਨੇ ਸੱਤਾ ਹਥਿਆ ਲਈ ਸੀ ਤੇ ਉਹ ਇਸ ਹੱਦ ਤੱਕ ਤਾਕਤਵਰ ਹੋ ਗਿਆ ਸੀ ਕਿ ਰਾਜਾ ਜਾਂ ਰਾਜ ਪਰਿਵਾਰ ਦਾ ਕੋਈ ਵੀ ਵਿਅਕਤੀ ਉਸ ਦੇ ਖਿਲਾਫ ਚੀਪੈ ਨਹੀਂ ਸੀ ਕਰ ਸਕਦਾ, ਕੋਈ ਹੀਲ ਹੁਜਤ ਨਹੀਂ ਸੀ ਕਰ ਸਕਦਾ। ਤੇ ਇਸ ਸਾਰੇ ਸਿਲਸਿਲੇ ਦੇ ਦੌਰਾਨ ਮੈਸੂਰ ਦੇ ਵਿੱਚ ਜਾਣੀ ਅਣਐਲਾਨੀ ਉਸ ਦੀਵਾਨ ਦੀ ਹੀ ਰਿਆਸਤ ਚੱਲਦੀ ਸੀ। ਜਿਸ ਸਿਲਸਿਲੇ ਨੂੰ ਲੈ ਕੇ ਰਾਜ ਸੱਤਾ ਦੇ ਵਿੱਚ ਕਾਫੀ ਸਾਜ਼ਿਸ਼ਾਂ ਦਾ ਸਿਲਸਿਲਾ ਵੀ ਚੱਲਦਾ ਸੀ, ਕਿਉਂਕਿ ਮਹਾਰਾਜਾ ਤਾਂ ਨਾਂ ਦਾ ਸ਼ਾਸਕ ਸੀ, ਨਿਰਬਲ ਸੀ। ਸੋ ਇਸ ਦੌਰਾਨ ਇਹ ਜਿਹੜਾ ਦੀਵਾਨ ਵਿਧਾਨ ਸਭਾ ਦੀ ਆੜ ਦੇ ਵਿੱਚ ਤਾਕਤਵਰ ਹੋ ਗਿਆ ਸੀ। ਜਿਵੇਂ ਕੋਈ ਸੰਵਿਧਾਨ ਹੀ ਨਾ ਹੋਵੇ, ਵਿਧਾਨ ਸਭਾ ਦੀ ਕੋਈ ਹੋਂਦ ਹੀ ਨਾ ਹੋਵੇ। ਵਿਧਾਨ ਸਭਾ ਨੇ ਸੁਧਾਰ ਲਈ ਕਈ ਮਤੇ ਪਾਸ ਕੀਤੇ ਜਿਨ੍ਹਾਂ ਨੂੰ ਕਿ ਕਾਨੂੰਨ ਦਾ ਰੂਪ ਦਿੱਤਾ ਗਿਆ। ਬ੍ਰਿਟਿਸ਼ ਹਕੂਮਤ ਦੇ ਸਿਖਰ ਤੇ ਉਹਨਾਂ ਦਿਨਾਂ ਦੇ ਵਿੱਚ ਮੈਸੂਰ ਰਿਆਸਤ ਨੂੰ ਲੋਕਤੰਤਰਵਾਦੀ ਰਿਆਸਤ ਦਾ ਰੂਪ ਮੰਨਿਆ ਜਾਂਦਾ ਸੀ। ਇਹ ਸਮਝਿਆ ਜਾਂਦਾ ਸੀ ਕਿ ਮੈਸੂਰ ਦੀ ਜਨਤਾ ਦੀ ਆਵਾਜ਼ ਸੁਣੀ ਜਾਂਦੀ ਹੈ, ਪਰ ਅਸਲ ਦੇ ਵਿੱਚ ਹਾਲਤ ਇਹ ਸੀ ਕਿ ਦੀਵਾਨ ਦੀ ਤਾਨਾਸ਼ਾਹੀ ਅਕਸਰ ਜਨਤਾ ਦੀ ਆਵਾਜ਼ ਨੂੰ ਕੁਚਲਦੀ ਸੀ। ਜੋ ਦਿਖਦਾ ਸੀ ਉਹ ਨਹੀਂ ਸੀ। ਸਰ ਮਿਰਜ਼ਾ ਇਸਮਾਇਲ ਬੜਾ ਹੀ ਚਤਰ ਸਿਆਸਤਦਾਨ ਸੀ। ਉਸ ਨਾਲ ਮੇਰਾ ਨਿੱਜੀ ਜੋੜ ਮੇਲ ਵੀ ਸੀ। ਜਰਮਨੀ ਦਾ ਲਿਖਦਾ, ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸਾਂ। ਲੰਡਨ ਦੇ ਵਿੱਚ ਹੋਈ ਗੋਲਮੇਜ਼ ਕਾਨਫਰੰਸ ਦੇ ਦੌਰਾਨ ਮੈਂ ਤੇ ਮਿਰਜ਼ਾ ਇਸਮਾਇਲ ਇਕੱਠੇ ਸਾਂ। ਪੈਰਿਸ ਦੀਆਂ ਰੰਗੀਨੀਆਂ ਦੇ ਵਿੱਚ ਅਸੀਂ ਕੁਝ ਸਮਾਂ ਇਕੱਠ ਗੁਜ਼ਾਰਿਆ। ਪਿੱਛੋਂ ਮੈਂ ਅਕਸਰ ਉਸ ਨੂੰ ਮੈਸੂਰ, ਬੰਗਲੌਰ, ਜੈਪੁਰ ਤੇ ਦਿੱਲੀ ਦੇ ਵਿੱਚ ਮਿਲਦਾ ਰਿਹਾ। 15 ਵਰ੍ਹੇ ਉਸਨੇ ਰਿਆਸਤ ਦੇ ਉੱਤੇ ਬੜੀ ਸਖਤੀ ਨਾਲ ਹਕੂਮਤ ਕੀਤੀ ਤੇ ਰਾਜ ਪ੍ਰਬੰਧ ਸੰਬੰਧੀ ਉਸ ਕੋਲ ਪੂਰੇ ਅਧਿਕਾਰ ਸਨ। ਮਹਾਰਾਜੇ ਤੇ ਰਾਜ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਰਾਜਕਾਜ ਦੇ ਮਾਮਲਿਆਂ ਦੇ ਵਿੱਚ ਦਖਲ ਦੇਣ ਦੀ ਆਗਿਆ ਨਹੀਂ ਸੀ। ਇਸ ਲਈ ਉਹ ਤਾਨਾਸ਼ਾਹ ਬਣ ਬੈਠਾ ਸੀ। ਮਹਾਰਾਜੇ ਦੀ ਮਦਦ ਤੇ ਵਿਧਾਨ ਸਭਾ ਦੀ ਆੜ ਦੇ ਵਿੱਚ ਉਹ ਆਪਣੀ ਦੀਵਾਨਗੀ ਚਲਾਉਂਦਾ ਸੀ ਤੇ ਇਸ ਦੀਵਾਨਗਿਰੀ ਦੇ ਦੌਰਾਨ ਉਹ ਪੂਰੀ ਮਨਮਾਨੀ ਵੀ ਕਰਦਾ ਸੀ। ਮੈਸੂਰ ਤੇ ਬੰਗਲੌਰ ਨੂੰ ਖੂਬਸੂਰਤ ਬਣਾਉਣਾ, ਕਿਉਂਕਿ ਬੜੇ ਖੂਬਸੂਰਤ ਸ਼ਹਿਰ ਨੇ ਅੱਜ ਵੀ ਤੁਸੀਂ ਵੇਖੋ, ਇਹ ਉਸ ਦਾ ਜਨੂਨ ਸੀ, ਸ਼ੌਕ ਸੀ। ਆਏ ਦਿਨ ਨਵੀਆਂ ਸੜਕਾਂ ਤੇ ਸੜਕਾਂ ਦੇ ਉੱਤੇ ਬਾਗ ਬਗੀਚੇ ਉਹ ਸ਼ਿੰਗਾਰਦਾ ਰਹਿੰਦਾ ਹੈ ਤੇ ਜਿਸ ਦੇ ਵਿੱਚ ਜਿਸ ਵੀ ਰਿਆਸਤ ਦਾ ਉਹ ਦੀਵਾਨ ਰਿਹਾ, ਉੱਥੋਂ ਦੀਆਂ ਰਾਜਧਾਨੀਆਂ ਨੂੰ ਨਵਾਂ ਰੂਪ ਦੇਣ ਲਈ ਉਸਨੇ ਉਹ ਢੰਗ ਅਪਣਾਇਆ। ਜੈਪੁਰ ਦੇ ਵਿੱਚ ਤਾਂ ਉਹ ਤਰੱਕੀ ਕਰਕੇ ਦੀਵਾਨ ਤੋਂ ਪ੍ਰਧਾਨ ਮੰਤਰੀ ਬਣ ਗਿਆ ਸੀ ਤੇ ਜੈਪੁਰ ਨੂੰ ਇਸੇ ਕਰਕੇ ਗੁਲਾਬੀ ਨਾਗਰਿਕ ਵੀ ਕਿਹਾ ਜਾਂਦਾ ਸੀ। ਤੇ ਇਸ ਦੇ ਵਿੱਚ ਉਸ ਨੂੰ ਗੁਲਾਬੀ ਰੰਗ ਦੇਣ ਦੇ ਵਿੱਚ ਵੀ ਇਸ ਦੀਵਾਨ ਦਾ ਕਿਤੇ ਨਾ ਕਿਤੇ ਬਹੁਤ ਰੋਲ ਸੀ। ਤੇ
ਇਹ ਕੰਮ ਵੀ ਜੈਪੁਰ ਨੂੰ ਗੁਲਾਬੀ ਬਣਾਉਣ ਦਾ ਕੰਮ ਵੀ ਸਰ ਮਿਰਜ਼ਾ ਇਸਮਾਇਲ ਦਾ ਸੀ। ਉਸਨੇ ਇੱਥੋਂ ਦੀਆਂ ਸੜਕਾਂ ਦਾ ਨਿਰਮਾਣ ਬੜੇ ਯੋਜਨਾਬੱਧ ਤਰੀਕੇ ਨਾਲ ਕਰਵਾਇਆ ਸੀ। ਅੱਜ ਵੀ ਤੁਸੀਂ ਜੈਪੁਰ ਨੂੰ ਵੇਖੋ ਤੇ ਉਸ ਵਕਤ ਦੀ ਤਕਨੀਕ ਤੇ ਬੰਦਾ ਆਸ਼-ਆਸ਼ ਕਰ ਉੱਠਦਾ ਜੋ ਉਸ ਵਕਤ ਇਸ ਦੀਵਾਨ ਮਿਰਜ਼ਾ ਇਸਮਾਇਲ ਨੇ ਨਿਭਾਈ ਸੀ। ਤੇ ਜੈਪੁਰ ਦੀ ਸੜਕ ਦਾ ਨਾਂ ਵੀ ਇਸਨੇ ਆਪਣੇ ਨਾਂ ਉੱਤੇ ਰੱਖਿਆ ਸੀ। ਬੰਗਲੌਰ ਦੇ ਵਿੱਚ ਆਏ ਦਿਨ ਵੱਡੀ ਗਿਣਤੀ ਦੇ ਵਿੱਚ ਅੰਗਰੇਜ਼ ਅਫਸਰ ਦੌਰੇ ਲਾਉਂਦੇ ਰਹਿੰਦੇ ਸਨ। ਇਹਨਾਂ ਦੇ ਵਿੱਚ ਫੌਜੀ ਅਫਸਰ ਵੀ ਹੁੰਦੇ ਤੇ ਦੂਜੇ ਉੱਚ ਅਧਿਕਾਰੀ ਵੀ ਹੁੰਦੇ। ਮੈਸੂਰ ਰਿਆਸਤ ਦੇ ਵਿੱਚ ਦੁਸਹਿਰੇ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਸੀ। ਮੈਸੂਰ ਵੈਸੇ ਵੀ ਮੌਸਮ ਦੇ ਪੱਖੋਂ ਵੀ ਬੜੀ ਦਿਲਕਸ਼ ਜਗ੍ਹਾ ਸੀ। ਸੋ ਦੁਸਹਿਰੇ ਦੇ ਦਿਨਾਂ ਦੇ ਵਿੱਚ ਭਾਰਤ ਦਾ ਕਲਚਰ, ਭਾਰਤ ਦੀ ਵਿਰਾਸਤ, ਸੱਭਿਆਚਾਰ ਜਾਂ ਰੰਗੀਨੀਆਂ ਮਾਣਨ ਦੇ ਲਈ ਬਹੁਤ ਸਾਰੇ ਵਪਾਰੀ ਕਾਰੋਬਾਰੀ ਵੀ ਮੈਸੂਰ ਆਉਂਦੇ। ਇਸ ਮੌਕੇ ਦੇਸ਼ੀ ਵਿਦੇਸ਼ੀ ਯਾਤਰੀਆਂ ਦਾ ਉੱਥੇ ਇੱਕ ਤਰੀਕੇ ਨਾਲ ਹੜ ਜਿਹਾ ਆ ਜਾਂਦਾ। ਇਸ ਮੌਕੇ ਮੈਸੂਰ ਦੇ ਰਾਜ ਮਹਿਲ, ਇੱਥੋਂ ਦੀਆਂ ਪ੍ਰਮੁੱਖ ਅਟਾਰੀਆਂ, ਸੜਕਾਂ, ਬਾਗ ਬਗੀਚੇ, ਉਹਨਾਂ ਤੇ ਇੱਕ ਨਵੀਂ ਦਿੱਖ ਦਾ ਰੰਗ ਚੜ੍ਹਿਆ ਹੁੰਦਾ। ਉਹਨਾਂ ਨੂੰ ਬੜੀਆਂ ਰੌਸ਼ਨੀਆਂ ਨਾਲ, ਸ਼ਾਨੋ ਸ਼ੌਕਤ ਨਾਲ ਸ਼ਿੰਗਾਰਿਆ ਜਾਂਦਾ। ਤੇ ਇਸੇ ਦੌਰਾਨ ਇਸ ਮੌਕੇ ਸੜਕਾਂ ਦੀ ਪਹਾੜੀ ਤੇ ਬਣੇ ਚੁਮੰਡੀ ਮੰਦਰ ਨੂੰ ਖਾਸ ਤੌਰ ਤੇ ਰੌਸ਼ਨੀਆਂ ਨਾਲ ਸਜਾਇਆ ਜਾਂਦਾ ਸੀ। ਤੇ ਮਹਾਰਾਜਾ ਮੈਸੂਰ ਆਪਣੀ ਸ਼ਾਨੋ ਸ਼ੌਕਤ ਨਾਲ ਹਾਥੀ ਤੇ ਸਵਾਰ ਹੋ ਕੇ ਉਸ ਦੁਸਹਿਰੇ ਦੇ ਜਲੂਸ ਦੀ ਅਗਵਾਈ ਕਰਦਾ ਤੇ ਉਸ ਦੇ ਵਿੱਚ ਆਪਣੀ ਸ਼ਾਨੋ ਸ਼ੌਕਤ ਤੇ ਧਰਮ ਧਜਾ ਦੇ ਨਾਲ ਉਹ ਵਿਚਰਦਾ। ਤੇ ਦੇਸੀ ਤੇ ਅੰਗਰੇਜ਼ੀ ਫੌਜੀ ਬੈਂਡ ਬਾਜੇ ਵੱਜਦੇ ਤੇ ਉਹ ਜਲੂਸ ਤੇ ਇਸ ਤਰ੍ਹਾਂ ਸਵਾਰ ਹੋ ਕੇ ਰਾਜਾ ਲੰਘਦਾ ਜਿਵੇਂ ਸ਼੍ਰੀ ਰਾਮ ਰਾਵਣ ਦੀ ਵੱਧ ਕਰਨ ਤੋਂ ਬਾਅਦ, ਉਸ ਦੀ ਹੱਤਿਆ ਤੋਂ ਬਾਅਦ ਯਾਦ ਮਨਾਉਣ ਦੇ ਲਈ ਜਿਹੜਾ ਆਉਂਦਾ। ਇਸੇ ਤਰ੍ਹਾਂ ਲੰਕਾਪਤੀ ਰਾਵਣ ਦਾ ਪੁਤਲਾ ਵੀ ਸਾੜਿਆ ਜਾਂਦਾ। ਮੈਸੂਰ ਦੇ ਵਿੱਚ ਹਰ ਪਾਸੇ ਖੁਸ਼ੀਆਂ ਦਾ ਉਤਸ਼ਾਹ ਹੁੰਦਾ। ਦੁਸਹਿਰਾ ਉੱਥੋਂ ਦਾ, ਜਿਵੇਂ ਹੁਣ ਆਪਣੇ ਕੁੱਲੂ ਦਾ ਦੁਸਹਿਰਾ ਬੜਾ ਮਸ਼ਹੂਰ ਹੈ, ਇਸ ਤਰ੍ਹਾਂ ਮੈਸੂਰ ਦਾ ਦੁਸਹਿਰਾ ਵੀ ਉਸ ਵਕਤਾਂ ਤੋਂ ਹੀ ਬੜਾ ਮਸ਼ਹੂਰ ਸੀ, ਕਿਉਂਕਿ ਦੇਸ਼ੀ ਵਿਦੇਸ਼ੀ ਨਾਗਰਿਕ ਭਾਰਤ ਦੇ ਰੰਗਵਾਨ ਨੂੰ ਵੇਖਣ ਦੇ ਲਈ, ਕਿਉਂਕਿ ਉੱਥੋਂ ਦੀਆਂ ਇਮਾਰਤਾਂ, ਆਲਾ ਦੁਆਲਾ ਬਹੁਤ ਖੂਬਸੂਰਤ ਸੀ, ਲੋਕਾਂ ਦੇ ਵਿੱਚ ਸਦਾਕਤ ਸੀ, ਸਲੀਕਾ ਸੀ, ਇਸ ਕਰਕੇ ਉਹ ਇੱਕ ਸ਼ਾਨੋ ਸ਼ੌਕਤ ਦਾ ਪ੍ਰਤੀਕ ਜਿਹਾ ਬਣਿਆ ਹੋਇਆ ਸੀ। ਤੇ ਇਸ ਦੁਸਹਿਰੇ ਦੇ ਅਹਿਮ ਸਮਾਗਮਾਂ ਦੇ ਦੌਰਾਨ ਜਿਹੜੇ ਨੇ ਉੱਚ ਅੰਗਰੇਜ਼ ਅਫਸਰਾਂ ਨੂੰ, ਵੱਡੇ ਵੱਡੇ ਹੋਰ ਗੁਆਂਢੀ ਸੂਬਿਆਂ ਦੇ ਰਾਜੇ ਮਹਾਰਾਜੇ ਤੇ ਵਿਸ਼ਵ ਪੱਧਰ ਦੇ ਵਿੱਚ ਵੀ ਹੋਰ ਮਹਿਮਾਨਾਂ ਨੂੰ ਉਚੇਚਾ ਸੱਦਾ ਪੱਤਰ ਦੇ ਕੇ ਮੈਸੂਰ ਦੇ ਦੁਸਹਿਰੇ ਦੇ ਵਿੱਚ ਸੱਦਿਆ ਜਾਂਦਾ। ਤੇ ਇਸ ਸੰਬੰਧੀ ਤਰ੍ਹਾਂ ਤਰ੍ਹਾਂ ਦੇ ਭਾਰਤੀ ਸਾਜ਼ਾਂ ਦੀਆਂ ਧੁਨੀਆਂ, ਜਲ ਤਰੰਗਾਂ ਦੇ ਵਿੱਚ ਮਿੱਠੀਆਂ ਤਰੰਗਾਂ ਤੇ ਸਰਕਾਰੀ ਬੈਂਡ ਦੀਆਂ ਆਵਾਜ਼ਾਂ ਮੈਸੂਰ ਦੇ ਵਾਤਾਵਰਣ ਨੂੰ ਹੋਰ ਰੰਗੀਨ ਬਣਾ ਦਿੰਦੀਆਂ। ਬੰਗਲੌਰ ਬੜਾ ਸ਼ਾਨਦਾਰ ਸ਼ਹਿਰ ਸੀ। ਇੱਥੋਂ ਦਾ ਵਾਤਾਵਰਣ ਬੜਾ ਰੋਮਾਂਸ-ਪੂਰਨ ਸੀਗਾ। ਘੋੜ ਰੇਸ, ਘੋੜ ਦੌੜ, ਬਾਲਰੂਮ ਡਾਂਸ, ਜਿਹੜਾ ਉਸ ਵਕਤ ਅੱਜ-ਕੱਲ੍ਹ ਦਾ ਬਾਲਰੂਮ ਡਾਂਸ ਤੁਹਾਨੂੰ ਪਤਾ ਹੀ ਹੈ, ਤੇ ਹੋਰ ਉਤਸਵਾਂ ਦੇ ਵਿੱਚ ਭਾਗ ਲੈਣ ਦੇ ਲਈ ਅੰਗਰੇਜ਼ ਗੋਰੀਆਂ ਤੇ ਮਰਦ ਇਕੱਠੇ ਹੁੰਦੇ। ਅਜਿਹੇ ਮੌਕਿਆਂ ਦੇ ਉੱਤੇ ਮੈਸੂਰ ਰਿਆਸਤ ਦੇ ਰਾਜਕੁਮਾਰਾਂ ਨੂੰ ਅੰਗਰੇਜ਼ ਔਰਤਾਂ ਨਾਲ ਸੰਬੰਧ ਬਣਾਉਣ ਦਾ ਮੌਕਾ ਮਿਲਦਾ, ਯਾਨੀ ਕਿ ਇੱਕ ਘੁਸਪੈਠ ਅੰਗਰੇਜ਼ ਇਸ ਦੌਰਾਨ ਕਰਦੇ ਸ਼ਹਿਜ਼ਾਦਿਆਂ ਨੂੰ, ਰਾਜਿਆਂ ਨੂੰ ਆਪਣੇ ਗੁਲਾਮ ਬਣਾਉਣ ਦੀ। ਜਿਵੇਂ ਮੈਂ ਪਹਿਲਾਂ ਕਿਹਾ ਕਿ ਭਾਰਤੀ ਇਤਿਹਾਸ ਦੇ ਵਿੱਚ ਇਹ ਸਮਾਂ ਸੀ ਜਦੋਂ ਅੰਗਰੇਜ਼ ਔਰਤਾਂ ਨੇ ਭਾਰਤੀ ਰਾਜਕੁਮਾਰਾਂ ਤੇ ਉੱਚ ਅਧਿਕਾਰੀਆਂ, ਮੰਤਰੀਆਂ ਨਾਲ ਬੇਝਿਜਕ ਮੇਲਜੋਲ ਵਧਾਉਣਾ ਸ਼ੁਰੂ ਕੀਤਾ ਸੀ। ਅਜਿਹੇ ਸਮੇਂ ਆਪਸੀ ਪਿਆਰ ਸੰਬੰਧਾਂ ਦਾ, ਸਰੀਰਕ ਸੰਬੰਧਾਂ ਦਾ ਕਾਇਮ ਹੋਣਾ ਆਮ ਗੱਲ ਸੀ। ਮੈਸੂਰ ਦੇ ਇਸ ਮਹਾਰਾਜੇ ਦਾ ਕੋਈ ਪੁੱਤਰ ਨਹੀਂ ਸੀ, ਇਸ ਲਈ ਉਸਨੇ ਆਪਣੇ ਵਾਰਸ ਦੇ ਰੂਪ ਦੇ ਵਿੱਚ ਆਪਣੇ ਭਾਈ KNR ਵਡਿਆਰ ਦੇ ਨਾਂ ਦਾ ਐਲਾਨ ਕਰ ਦਿੱਤਾ ਸੀ। ਇਸ ਦੇ ਨਾਤੇ ਉਸ ਨੂੰ ਮੈਸੂਰ ਦੇ ਯੁਵਰਾਜ ਦਾ ਅਹੁਦਾ ਵੀ ਦਿੱਤਾ ਗਿਆ ਸੀ, ਪਰ ਬਰਤਾਨਵੀ ਸਰਕਾਰ ਉਸ ਨੂੰ ਯੁਵਰਾਜ ਦੇ ਰੂਪ ਦੇ ਵਿੱਚ ਪ੍ਰਵਾਨਿਤ ਵੀ ਕਰ ਚੁੱਕੀ ਸੀ। ਯੁਵਰਾਜ ਜਵਾਨ ਸੀ। ਅੰਗਰੇਜ਼ ਔਰਤਾਂ ਉਸ ਦਾ ਭਵਿੱਖ ਦੇਖ ਕੇ ਉਸ ਵੱਲ ਆਕਰਸ਼ਿਤ ਰਹਿੰਦੀਆਂ। ਉਸ ਦੇ ਨਾਲ ਸੰਗ ਸਾਧ ਦਾ ਵੀ ਉਹ ਆਦੀ ਹੋ ਗਿਆ ਸੀ ਉਹਨਾਂ ਦੇ ਨਾਲ, ਤੇ ਉਹ ਉਹਨਾਂ ਨੂੰ ਮਿਲਣ ਲਈ ਇੰਗਲੈਂਡ ਵੀ ਜਾਣ ਲੱਗਾ। ਯੁਵਰਾਜ ਦੀਆਂ ਇਨ੍ਹਾਂ ਹੀ ਇੰਗਲੈਂਡ ਫੇਰੀਆਂ ਦੇ ਦੌਰਾਨ ਸਰ ਮਿਰਜ਼ਾ ਇਸਮਾਇਲ ਨੂੰ ਸਵੇ ਇੱਛਾ ਪੂਰਵਕ ਰਿਆਸਤ ਉੱਤੇ ਹਕੂਮਤ ਕਰਨ ਦਾ ਮੌਕਾ ਲੱਗਿਆ, ਜੋ ਉੱਥੋਂ ਦਾ ਦੀਵਾਨ ਸੀਗਾ। ਦੀਵਾਨ ਦੀਆਂ ਲੋਕ ਵਿਰੋਧੀ ਤੇ ਰਿਆਸਤ ਦੇ ਲਈ ਨੁਕਸਾਨਦੇਹ ਯੋਜਨਾਵਾਂ ਨੂੰ ਸਿਰੇ ਚਾੜ੍ਹਨ ਦੇ ਵਾਸਤੇ ਯੁਵਰਾਜ ਦਾ ਬਾਹਰ ਰਹਿਣਾ ਜ਼ਰੂਰੀ ਸੀ। ਇਸ ਲਈ ਦੀਵਾਨ ਲਗਾਤਾਰ ਯੁਵਰਾਜ ਨੂੰ ਯੂਰਪ ਜਾਣ ਦੇ ਲਈ ਉਕਸਾਉਂਦਾ ਰਹਿੰਦਾ ਤੇ ਇਹਨਾਂ ਯਾਤਰਾਵਾਂ ਦੇ ਲਈ ਉਸ ਨੂੰ ਲੋੜ ਤੋਂ ਵੱਧ ਪੈਸੇ ਦਾ ਵੀ ਪ੍ਰਬੰਧ ਕਰਦਾ। ਜਿਉਂ-ਜਿਉਂ ਯੁਵਰਾਜ ਬਾਹਰਲੇ ਦੌਰਿਆਂ ਤੇ ਜਾਂਦਾ ਤੇ ਮੁੜ ਕੇ ਫਿਰ ਦੇਸ਼ ਵਾਪਸ ਆਉਂਦਾ
ਤੇ ਉਹ ਰਿਆਸਤ ਦੇ ਮਾਮਲਿਆਂ ਦੇ ਵਿੱਚ ਵਧੇਰੇ ਦਿਲਚਸਪੀ ਲੈਣ ਲੱਗਦਾ ਤੇ ਉਸ ਦੀ ਇਹ ਦਿਲਚਸਪੀ ਦੀਵਾਨ ਮਿਰਜ਼ਾ ਇਸਮਾਇਲ ਨੂੰ ਆਖੜਦੀ। ਦੀਵਾਨ ਨੇ ਮਹਾਰਾਜੇ ਨੂੰ ਤੇ ਯੁਵਰਾਜ ਦੇ ਦਰਮਿਆਨ ਤਣਾਅ ਪੈਦਾ ਕਰਨ ਦੀ ਵੀ ਜੁਗਾੜਬੰਦੀ ਕੀਤੀ। ਵਿਦੇਸ਼ਾਂ ਦੇ ਵਿੱਚ ਯੁਵਰਾਜ ਦੇ ਚਾਲ ਚੱਲਣ ਸੰਬੰਧੀ ਮਨਘੜਤ ਕਿੱਸੇ ਉਹ ਮਹਾਰਾਜੇ ਨੂੰ ਸੁਣਾ ਕੇ ਉਸ ਦੇ ਖਿਲਾਫ ਭੜਕਾਉਂਦਾ। ਜਿਨ੍ਹਾਂ ਦਿਨਾਂ ਦੇ ਵਿੱਚ ਯੁਵਰਾਜ ਲੰਡਨ, ਪੈਰਿਸ ਤੇ ਹੋਰ ਯੂਰਪੀਅਨ ਰਾਜਧਾਨੀਆਂ ਦਾ ਦੌਰਾ ਕਰ ਰਿਹਾ ਸੀ, ਉਹਨਾਂ ਦਿਨਾਂ ਦੇ ਵਿੱਚ ਮੈਂ ਵੀ ਵਿਦੇਸ਼ ਦੇ ਵਿੱਚ ਸਾਂ। ਮੈਨੂੰ ਉਸ ਦੀਆਂ ਗਤੀਵਿਧੀਆਂ ਦੀ ਸਿੱਧੀ ਜਾਣਕਾਰੀ ਸੀ। ਉਹ ਆਮ ਵਿਹਾਰ ਦੇ ਵਿੱਚ ਬਹੁਤ ਭੱਦਰ ਪੁਰਸ਼ ਸੀ। ਰਾਜਕੁਮਾਰਾਂ ਲਈ ਲੋੜੀਂਦਾ ਸਵੈਮਾਨ ਵੀ ਉਸ ਦੇ ਵਿੱਚ ਸੀ। ਯੂਰਪ ਫੇਰੀਆਂ ਉੱਤੇ ਨਿਕਲੇ ਹੋਰ ਰਾਜਕੁਮਾਰਾਂ ਵਾਂਗ ਇਹ ਮੈਸੂਰ ਦਾ ਯੁਵਰਾਜ ਸ਼ਰਾਬ ਅਤੇ ਔਰਤਾਂ ਤੇ ਪੈਸਾ ਨਹੀਂ ਸੀ ਲੁਟਾਉਂਦਾ। ਲੋੜ ਤੋਂ ਜ਼ਿਆਦਾ ਕਦੇ ਖਰਚ ਨਹੀਂ ਸੀ ਕਰਦਾ। ਪਰ ਕਿਉਂ ਜੋ ਦੀਵਾਨ ਯੁਵਰਾਜ ਦੀਆਂ ਇਹਨਾਂ ਯਾਤਰਾ ਦੇ ਦੌਰਾਨ ਉਸ ਦੀਆਂ ਬਦਚਲਣੀਆਂ ਦੇ ਕਿੱਸੇ ਘੜ ਕੇ ਮੈਸੂਰ ਦੇ ਮਹਾਰਾਜੇ ਨੂੰ ਭੜਕਾਉਂਦਾ ਰਹਿੰਦਾ ਸੀ, ਇਸ ਲਈ ਯੁਵਰਾਜ ਜਦੋਂ ਵੀ ਵਾਪਸ ਆਉਂਦਾ ਤਾਂ ਮਹਾਰਾਜੇ ਦੇ ਤੌਰ ਬਦਲੇ ਹੁੰਦੇ। ਹੌਲੀ ਹੌਲੀ ਮਹਾਰਾਜੇ ਦੇ ਮਨ ਦੇ ਵਿੱਚ ਯੁਵਰਾਜ ਯਾਨੀ ਕਿ ਆਪਣੇ ਭਰਾ ਪ੍ਰਤੀ ਸਨੇਹ ਘਟਦਾ ਗਿਆ ਤੇ ਨਫ਼ਰਤ ਵੱਧਦੀ ਗਈ। ਇਸ ਯੁਵਰਾਜ ਦਾ ਨਾਂ KNR ਵਡਿਆਰ ਸੀ ਤੇ ਆਪਣੀ ਆਖਰੀ ਯੂਰਪ ਯਾਤਰਾ ਤੋਂ ਬਾਅਦ ਜਦੋਂ ਯੁਵਰਾਜ ਵਡਿਆਰ ਭਾਰਤ ਮੁੜਿਆ ਤਾਂ ਬੰਬਈ ਰੁਕਿਆ। ਜਿੱਥੇ ਉਹ ਠਹਿਰਿਆ ਉਸ ਦਾ ਨਾਂ ਜਗ੍ਹਾ ਦਾ ਨਾਂ ਐਨਕਰੇਜ ਸੀ। ਇਹ ਮਕਾਨ ਅਪੋਲੋ ਬੰਦਰ ਦੇ ਸਾਹਮਣੇ ਸਟੈਂਡ ਮਾਰਕੀਟ ਦੇ ਵਿੱਚ ਸੀ। ਯੁਵਰਾਜ ਨੇ ਮੈਨੂੰ ਕੁਝ ਹਫ਼ਤਿਆਂ ਲਈ ਮੁੰਬਈ ਆ ਕੇ ਰਹਿਣ ਦੇ ਲਈ ਸੱਦਿਆ ਤੇ ਮੈਂ ਚਲਾ ਗਿਆ ਤੇ ਮੈਂ ਕ੍ਰਿਕਟ ਕਲੱਬ ਦੇ ਵਿੱਚ ਠਹਿਰਿਆ ਤੇ ਕਲੱਬ ਦਾ ਸਾਰਾ ਖਰਚ ਮੈਂ ਆਪਣੀ ਜੇਬ ਦੇ ਵਿੱਚੋਂ ਕਰਦਾ ਰਿਹਾ। ਕਿਉਂਕਿ ਮੈਂ ਯੁਵਰਾਜ ਤੇ ਬੋਝ ਨਹੀਂ ਸੀ ਬਣਨਾ ਚਾਹੁੰਦਾ ਤੇ ਨਾ ਹੀ ਮੈਂ ਉਸ ਦੀ ਇਸ ਮਾਮਲੇ ਦੇ ਵਿੱਚ ਸਥਿਤੀ ਨੂੰ ਹੋਰ ਖਰਾਬ ਕਰਨਾ ਚਾਹੁੰਦਾ ਸੀ। ਸੋ ਉਸ ਦੇ ਲਈ ਮੈਂ ਸਾਰਾ ਖਰਚ ਆਪਣੀ ਪਾਕਟ ਚੋਂ ਕੀਤਾ ਤੇ ਕਿਉਂਕਿ ਅਸਲ ਦੇ ਵਿੱਚ ਯੁਵਰਾਜ ਦੀ ਮਾਲੀ ਹਾਲਤ ਵੀ ਉਹਨਾਂ ਦਿਨਾਂ 'ਚ ਖਰਾਬ ਸੀ। ਦੀਵਾਨ ਨੇ ਉਸ ਦਾ ਸਾਰਾ ਖਰਚਾ ਬੰਦ ਕਰਵਾ ਦਿੱਤਾ ਸੀ ਤੇ ਮਹਾਰਾਜੇ ਨਾਲ ਵੀ ਉਸ ਦਾ ਸਬੰਧ ਜਿਹੜਾ ਸੀ ਉਹ ਮਾੜਾ ਹੋ ਗਿਆ ਸੀ। ਇੱਥੋਂ ਤੱਕ ਕਿ ਯੁਵਰਾਜ ਦੇ ਡਾਕਟਰਾਂ ਦੇ ਬਿੱਲ ਤੇ ਹਵਾਈ ਯਾਤਰਾ ਦਾ ਕਿਰਾਇਆ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਸੀ। ਯੁਵਰਾਜ ਨੇ ਲੰਡਨ ਵਿਚਲੇ ਭਾਰਤੀ ਮਾਮਲਿਆਂ ਦੇ ਇੱਕ ਰਾਜ ਮੰਤਰੀ ਨੂੰ ਇੱਕ ਚਿੱਠੀ ਲਿਖ ਕੇ ਇਸ ਗੱਲ ਦੀ ਸ਼ਿਕਾਇਤ ਕੀਤੀ ਕਿ ਖਰਚਾ ਚਲਾਉਣ ਦੇ ਲਈ ਉਹ ਆਪਣੇ ਜੇਵਰਾਤ ਆਦਿ ਵੇਚਣ ਲਈ ਬੰਬੇ ਦੇ ਜੌਹਰੀਆਂ ਨਾਲ ਗੱਲਬਾਤ ਚਲਾ ਰਿਹਾ। ਮੈਂ ਯੁਵਰਾਜ ਨੂੰ ਰੋਜ਼ ਮਿਲਣ ਜਾਂਦਾ। ਉਹ ਆਪਣੇ ਭਾਈ ਮੈਸੂਰ ਦੇ ਮਹਾਰਾਜਾ ਨਾਲ ਹੋਈ ਤਣਾਤਣੀ ਤੇ ਸਰ ਮਿਰਜ਼ਾ ਇਸਮਾਇਲ ਜੋ ਦੀਵਾਨ ਸੀ ਉਸ ਦੁਆਰਾ ਵਿਛਾਏ ਨਿੰਦਾ ਜਾਲ ਦੇ ਕਾਰਨ ਇਹ ਯੁਵਰਾਜ ਮਾਨਸਿਕ ਤਣਾਅ ਦੇ ਵਿੱਚ ਰਹਿਣ ਲੱਗਿਆ। ਉਸ ਕਾਰਨ ਉਸ ਦੇ ਦਿਲ ਨੂੰ ਤਕਲੀਫ ਹੋਣ ਲੱਗੀ ਪਰ ਉਹ ਹੌਲੀ ਹੌਲੀ ਪੂਰੀ ਹਵਾਸ ਦੇ ਵਿੱਚ ਸੀ। ਪਰ ਜਦੋਂ ਦੀਵਾਨ ਦੀ ਚੁੱਕ ਦੇ ਵਿੱਚ ਆ ਕੇ ਮੈਸੂਰ ਦੇ ਮਹਾਰਾਜੇ ਨੇ ਆਪਣੇ ਭਾਈ ਯੁਵਰਾਜ ਨੂੰ ਪਾਗਲ ਕਰਾਰ ਦਿੱਤਾ ਸੀ। ਯੁਵਰਾਜ ਨੇ ਆਪਣੇ ਮਨ ਦੀ ਭੜਾਸ ਮੇਰੇ ਸਾਹਮਣੇ ਕੱਢੀ ਤੇ ਮੈਨੂੰ ਖਤ ਵੀ ਦਿਖਾਏ ਜੋ ਮਹਾਰਾਜੇ ਨੇ ਉਸ ਨੂੰ ਲਿਖੇ ਸਨ। ਯੁਵਰਾਜ ਨੇ ਜਦੋਂ ਆਪਣੇ ਭਾਈ ਨਾਲ ਵਿਗੜੇ ਸਬੰਧਾਂ ਦੇ ਠੀਕ ਹੋਣ ਦੀ ਕੋਈ ਉਮੀਦ ਨਾ ਰਹੀ ਤਾਂ ਉਸਨੇ ਮੇਰੀ ਸਹਾਇਤਾ ਨਾਲ ਆਪਣਾ ਮਸਲਾ ਭਾਰਤ ਦੇ ਵਾਇਸਰਾਏ, ਬ੍ਰਿਟਿਸ਼ ਸਰਕਾਰ ਦੇ ਰਾਜਨੀਤਿਕ ਮੰਤਰੀ ਸਰ ਬਟਰਟਨ ਗਲੈਂਸੀ, ਮਹਾਤਮਾ ਗਾਂਧੀ ਤੇ ਹੋਰ ਕਾਂਗਰਸੀ ਨੇਤਾਵਾਂ ਤੱਕ ਪਹੁੰਚਾਉਣਾ ਚਾਹਿਆ। ਬੰਬਈ ਦੇ ਵਿੱਚ ਹੀ ਉਸ ਨੇ ਕੁਝ ਅਜਿਹਾ ਚਿੱਠੀ ਪੱਤਰ ਵੀ ਦਿਖਾਇਆ ਜਿਸ ਦੇ ਵਿੱਚ ਲੰਡਨ ਤੇ ਬੰਬਈ ਦੇ ਡਾਕਟਰਾਂ ਨੇ ਸਾਫ਼ ਲਿਖਿਆ ਸੀ ਕਿ ਯੁਵਰਾਜ ਉੱਕਾ ਪਾਗਲ ਨਹੀਂ ਹੈ। ਉਸਨੇ ਮੈਨੂੰ ਸਰ ਮੁਹੰਮਦ ਸੁਲਤਾਨ ਮੁਹੰਮਦ ਸ਼ਾਹ ਆਗਾ ਖਾਨ ਦੀ ਇੱਕ ਚਿੱਠੀ ਵੀ ਦਿਖਾਈ। ਇਹ ਖਤ ਆਗਾ ਖਾਨ ਨੇ ਯੁਵਰਾਜ ਦੇ ਭਾਈ ਮੈਸੂਰ ਦੇ ਮਹਾਰਾਜੇ ਨੂੰ ਲਿਖਿਆ ਸੀ ਜਿਸ ਦੇ ਵਿੱਚ ਯੁਵਰਾਜ ਦੇ ਵਿਵਹਾਰ ਦੀ ਪੂਰੀ ਤਰ੍ਹਾਂ ਪ੍ਰਸ਼ੰਸਾ ਕਰਦਿਆਂ ਇੱਥੋਂ ਤੱਕ ਲਿਖਿਆ ਸੀ ਕਿ ਯੁਵਰਾਜ ਨੇ ਆਪਣੇ ਯੂਰਪ ਦੇ ਦੌਰੇ ਸਮੇਂ ਯੂਰਪ ਵਾਸੀਆਂ ਦੇ ਮਨਾਂ ਦੇ ਵਿੱਚ ਭਾਰਤੀ ਰਾਜਿਆਂ ਤੇ ਉਹਨਾਂ ਦੇ ਵਾਰਸਾਂ ਪ੍ਰਤੀ ਬੜੀ ਵਧੀਆ ਛਾਪ ਛੱਡੀ ਹੈ। ਇਸ ਤਰ੍ਹਾਂ ਪੂਰਬ ਤੇ ਪੱਛਮ ਦੇ ਦਰਮਿਆਨ ਆਪਸੀ ਸੂਝ-ਬੂਝ ਪੈਦਾ ਕਰਨ ਦੇ ਵਿੱਚ ਇਹ ਸਹਾਇਕ ਸਿੱਧ ਹੋਇਆ। ਪਰ ਯੂਰਪ ਅਤੇ ਭਾਰਤੀ ਸੱਭਿਆ ਤੇ ਸੰਸਕ੍ਰਿਤੀ ਦਾ ਪ੍ਰਭਾਵ ਵੀ ਉਸਨੇ ਪਾਇਆ। ਜਾਣੀ ਕਿ ਉਸ ਦੀ ਗੁੱਡਵਿਲ ਵਾਸਤੇ ਸਰ ਆਗਾ ਖਾਨ ਨੇ ਵੀ ਇੱਕ ਸਿਫਾਰਸ਼ੀ ਚਿੱਠੀ ਇਸ ਯੁਵਰਾਜ ਦੇ ਭਰਾ ਮੈਸੂਰ ਦੇ ਮਹਾਰਾਜੇ ਨੂੰ ਲਿਖੀ। ਪਰ ਮੈਸੂਰ ਦੇ ਮਹਾਰਾਜੇ ਦੇ ਇੰਨੇ ਕੰਨ ਭਰ ਦਿੱਤੇ ਸੀ ਦੀਵਾਨ ਇਸਮਾਇਲ ਖਾਨ ਨੇ ਕਿ ਉਹ ਉਸ ਨੂੰ ਨਫ਼ਰਤ ਹੀ ਕਰੀ ਜਾ ਰਿਹਾ ਸੀ। ਸਰ ਆਗਾ ਖਾਨ ਮਸ਼ਹੂਰ ਵਿਅਕਤੀ ਸੀ। ਆਗਾ ਖਾਨ ਜਿਹੇ ਮਹਾਨ ਵਿਅਕਤੀਆਂ ਦੇ ਖਾਤੋਂ ਆਪਣੇ ਭਰਾ ਦੇ ਚਰਿੱਤਰ ਦੀ ਅਸਲੀਅਤ ਜਾਣ ਕੇ ਮੈਸੂਰ ਦੇ ਮਹਾਰਾਜੇ ਦਾ ਯੁਵਰਾਜ ਪ੍ਰਤੀ ਰਵੱਈਆ ਬਦਲ ਜਾਣਾ ਚਾਹੀਦਾ ਸੀ ਪਰ ਨਹੀਂ ਬਦਲਿਆ ਕਿਉਂਕਿ ਉਸਦੇ ਘਰ ਕੰਨ ਹੀ ਦੀਵਾਨ ਨੇ ਇੰਨੇ ਭਰ ਦਿੱਤੇ ਸਨ। ਉਹ ਆਪਣੇ ਦੀਵਾਨ ਦੀਆਂ ਗੱਲਾਂ ਤੇ ਵਧੇਰੇ ਵਿਸ਼ਵਾਸ ਕਰਦਾ ਸੀ। ਦੀਵਾਨ ਦਿਨੋਂ ਦਿਨ ਯੁਵਰਾਜ ਪ੍ਰਤੀ ਜਿਹੜਾ
ਤੀਬਰ ਰੂਪ ਧਾਰਨ ਕਰਦਾ ਜਾ ਰਿਹਾ ਸੀ। ਦੀਵਾਨ ਨਹੀਂ ਸੀ ਚਾਹੁੰਦਾ ਕਿ ਮਹਾਰਾਜੇ ਤੇ ਯੁਵਰਾਜ ਦੇ ਸਬੰਧ ਜਾਣੀ ਦੋਨਾਂ ਭਰਾਵਾਂ ਦੇ ਸਬੰਧ ਸੁਧਰਨ। ਅਜਿਹਾ ਹੋਣ ਨਾਲ ਦੀਵਾਨ ਦੀਆਂ ਉਹਨਾਂ ਯੋਜਨਾਵਾਂ ਤੇ ਪਾਣੀ ਫਿਰ ਸਕਦਾ ਸੀ ਜੋ ਉਸਨੇ ਰਿਆਸਤ ਅਤੇ ਮਨਮਾਨੀ ਹੁਕੂਮਤ ਕਰਨੀਆਂ ਬਣਾ ਰੱਖੀਆਂ ਸਨ। ਯੁਵਰਾਜ ਦੇ ਜਿਉਂਦੇ ਜੀ ਉਸਨੂੰ ਦੱਸ ਦਿੱਤਾ ਗਿਆ ਸੀ ਕਿ ਹੁਣ ਉਹ ਰਿਆਸਤ ਦੀ ਗੱਦੀ ਦਾ ਹੱਕਦਾਰ ਨਹੀਂ ਹੈ। ਇਹ ਕਿ ਉਸਦਾ ਪੁੱਤਰ ਰਾਜਕੁਮਾਰ ਜੈ ਚਾਮਰਾਜ ਜੋ ਅੱਜਕੱਲ ਮੈਸੂਰ ਦਾ ਮਹਾਰਾਜ ਹੈ ਆਪਣੇ ਤਾਏ ਦੀ ਮੌਤ ਪਿੱਛੋਂ ਗੱਦੀ ਤੇ ਬਿਠਾਇਆ ਜਾਏਗਾ। ਯਾਨੀ ਕਿ ਯੁਵਰਾਜ ਦੀ ਬਜਾਏ ਉਸ ਦੇ ਪੁੱਤਰ ਨੂੰ ਗੱਦੀ ਤੇ ਬਿਠਾਇਆ ਜਾਏਗਾ। ਪਿੱਛੋਂ ਰਾਜਕੁਮਾਰ ਜੈ ਚਾਮਰਾਜ ਵਡਿਆਰ ਹੀ ਮੈਸੂਰ ਦਾ ਰਾਜਾ ਬਣਿਆ ਤੇ ਭਾਰਤੀ ਮਹਾਰਾਜਿਆਂ ਦੇ ਵਿੱਚ ਸਭ ਤੋਂ ਪ੍ਰਸਿੱਧ ਵੀ ਹੋਇਆ। ਯਾਨੀ ਭਾਈ ਦੀ ਜਗ੍ਹਾ ਭਤੀਜਾ ਰਿਆਸਤ ਦਾ ਮੁਖੀ ਬਣਿਆ। ਰਿਆਸਤ ਦੇ ਭਾਰਤ ਦੇ ਵਿੱਚ ਮਿਲ ਜਾਣ ਤੋਂ ਬਾਅਦ ਇਹੋ ਮਹਾਰਾਜਾ ਪਹਿਲਾ ਰਾਜ ਪ੍ਰਮੁੱਖ ਸੀ ਤੇ ਪਿੱਛੋਂ ਮੈਸੂਰ ਰਾਜ ਦਾ ਰਾਜਪਾਲ ਨਿਯੁਕਤ ਹੋਇਆ ਸੀ। ਜਿਵੇਂ ਆਪਣੇ ਮਹਾਰਾਜਾ ਯਾਦਵਿੰਦਰ ਸਿੰਘ ਕੈਪਟਨ ਸਾਹਿਬ ਦੇ ਪਿਤਾ ਜੀ ਨੂੰ ਰਾਜ ਪ੍ਰਮੁੱਖ ਬਣਾਇਆ ਗਿਆ ਸੀ। ਇਸੇ ਤਰ੍ਹਾਂ ਇਹ ਬਹੁਤ ਵੱਡਾ ਵਿਦਵਾਨ ਸੀ ਤੇ ਇਸ ਦੇ ਵਿੱਚ ਸਾਹਿਤਕ ਪ੍ਰਤਿਭਾ ਸੀ ਤੇ ਰਾਜ ਦੀ ਜਨਤਾ ਇਸ ਨੂੰ ਚਾਹੁੰਦੀ ਵੀ ਸੀ। ਯੁਵਰਾਜ ਨੇ ਇਸ ਮਾਮਲੇ ਦੇ ਵਿੱਚ ਕਾਨੂੰਨੀ ਰਾਏ ਜਾਣਨੀ ਚਾਹੀ ਕਿ ਉਸ ਦੇ ਪੁੱਤਰ ਨੂੰ ਮਹਾਰਾਜਾ ਆਪਣਾ ਵਾਰਸ ਬਣਾ ਸਕਦਾ ਜਾਂ ਨਹੀਂ। ਕਾਨੂੰਨ ਇਹ ਕਹਿੰਦਾ ਕਿ ਹਿੰਦੂ ਕਾਨੂੰਨ ਦੇ ਮੁਤਾਬਕ ਮਹਾਰਾਜਾ ਕੇਵਲ ਯੁਵਰਾਜ ਦੀ ਸਹਿਮਤੀ ਨਾਲ ਹੀ ਅਜਿਹਾ ਕਰ ਸਕਦਾ ਸੀ ਕਿਉਂਕਿ ਯੁਵਰਾਜ ਦਾ ਇੱਕੋ ਇੱਕ ਪੁੱਤਰ ਸੀ। ਸੋ ਯੁਵਰਾਜ ਦੀ ਅੰਤਮ ਕਿਰਿਆ ਕਰਨ ਦੇ ਲਈ ਕੋਈ ਪੁੱਤਰ ਨਹੀਂ ਸੀ। ਇਸ ਕਰਕੇ ਹਿੰਦੂ ਵਿਧੀ ਅਨੁਸਾਰ ਪਿਤਾ ਦੀ ਅੰਤਮ ਕਿਰਿਆ ਕਰਨ ਦੇ ਲਈ ਪੁੱਤਰ ਦੁਆਰਾ ਹੀ ਕੀਤਾ ਜਾਂਦਾ। ਇਸ ਕਰਕੇ ਉਸ ਦੇ ਪੁੱਤਰ ਨੂੰ ਮਹਾਰਾਜਾ ਗੋਦ ਨਹੀਂ ਸੀ ਲੈ ਸਕਦਾ ਜਾਣੀ ਤਾਇਆ ਗੋਦ ਨਹੀਂ ਸੀ ਲੈ ਸਕਦਾ। ਜਿਨ੍ਹਾਂ ਦਿਨਾਂ ਦੇ ਵਿੱਚ ਮੈਂ ਮੁੰਬਈ ਯੁਵਰਾਜ ਨੂੰ ਮਿਲਿਆ ਤਾਂ ਉਸ ਦਾ ਦਿਲ ਟੁੱਟ ਚੁੱਕਾ ਸੀ। ਉਹ ਮੈਸੂਰ ਜਾਣ ਲਈ ਵੀ ਤਿਆਰ ਨਹੀਂ ਸੀ ਕਿਉਂਕਿ ਜਾਣਦਾ ਸੀ ਕਿ ਉੱਥੇ ਉਸ ਨਾਲ ਚੰਗਾ ਸਲੂਕ ਨਹੀਂ ਹੋਵੇਗਾ। ਇਹ ਕਿ ਮਹਾਤਮਾ ਤੇ ਦੀਵਾਨ ਉਸ ਦੇ ਮਾਣ ਮਰਤਬੇ ਮੁਤਾਬਕ ਉਸ ਦਾ ਸਵਾਗਤ ਨਹੀਂ ਕਰਨਗੇ। ਯੁਵਰਾਜ ਨੇ ਮੇਰੇ ਰਾਹੀਂ ਆਪਣਾ ਇਹ ਮਾਮਲਾ ਭਾਰਤ ਸਰਕਾਰ ਤੇ ਮਹਾਤਮਾ ਗਾਂਧੀ ਤੱਕ ਪਹੁੰਚਾਉਣ ਦੇ ਵਿੱਚ ਮੇਰੀ ਮਦਦ ਚਾਹੀ। ਇਸ ਬਾਰੇ ਮੈਨੂੰ ਪੂਰੇ ਲਿਖਤੀ ਅਧਿਕਾਰ ਵੀ ਦਿੱਤੇ। ਮੈਂ ਜੋ ਠੀਕ ਸਮਝਾਂ ਕਰਾਂ। ਦਿੱਲੀ ਆ ਕੇ ਮੈਂ ਵਾਇਸਰਾਏ ਭਾਰਤ ਰਾਜਨੀਤਿਕ ਮੰਤਰੀ ਤੇ ਮਹਾਤਮਾ ਗਾਂਧੀ ਨਾਲ ਮੁਲਾਕਾਤ ਕਰਨ ਦੀ ਯੋਜਨਾ ਬਣਾਈ। ਪਰ ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਲੋਕਾਂ ਨਾਲ ਮੁਲਾਕਾਤ ਕਰਨ ਦੇ ਵਿੱਚ ਸਫਲ ਹੁੰਦਾ ਮੈਨੂੰ ਦਿੱਲੀ ਦੇ ਇੰਪੀਰੀਅਲ ਹੋਟਲ ਦੇ ਵਿੱਚ ਰੁਕਿਆ ਹੋਇਆਂ ਨੂੰ ਰੇਡੀਓ ਤੇ ਖਬਰ ਮਿਲੀ ਕਿ ਮੈਸੂਰ ਦਾ ਰਾਜਾ ਚੱਲ ਵਸਿਆ ਜਿਸ ਦਾ ਮੈਨੂੰ ਬੜਾ ਦੁੱਖ ਹੋਇਆ। ਈਰਖਾ ਦੇ ਵਸ ਯੁਵਰਾਜ ਦੀ ਦੇਹ ਨੂੰ ਮੈਸੂਰ ਲਿਜਾਣ ਦੀ ਬਜਾਏ ਬੰਬਈ ਦੇ ਵਿੱਚ ਹੀ ਫੂਕ ਦਿੱਤਾ ਗਿਆ। ਹਾਲਾਂਕਿ ਰਿਆਸਤ ਦਾ ਵਾਰਸ ਹੋਣ ਦੇ ਨਾਤੇ ਉਸ ਦੀ ਦੇਹ ਨੂੰ ਮੈਸੂਰ ਲਿਜਾਇਆ ਜਾਣਾ ਚਾਹੀਦਾ ਸੀ। ਇਦੋਂ ਵੱਧ ਅਪਮਾਨ ਵਾਲੀ ਗੱਲ ਇਹ ਸੀ ਕਿ ਜਿਸ ਅਰਥੀ ਤੇ ਪਾ ਕੇ ਉਸ ਦੀ ਦੇਹ ਨੂੰ ਸਿਵਿਆਂ ਤੱਕ ਲਿਜਾਇਆ ਗਿਆ ਸੀ ਉਹ ਯੁਵਰਾਜ ਦੇ ਕੱਦ ਤੋਂ ਕਾਫੀ ਛੋਟੀ ਸੀ ਤੇ ਮਾਤਮੀ ਜਲੂਸ ਦੇ ਦੌਰਾਨ ਉਸ ਦੇ ਪੈਰ ਵੀ ਅਰਥੀ ਤੋਂ ਥੱਲੇ ਲਟਕ ਰਹੇ ਸਨ। ਪਿੱਛੋਂ ਉਸ ਦੇ ਫੁੱਲ ਚੁੱਕ ਕੇ ਮੈਸੂਰ ਲਿਆਂਦੇ ਗਏ ਤੇ ਸਨਮਾਨਪੂਰਵਕ ਇੱਕ ਸਮਾਧੀ ਵੀ ਬਣਾਈ ਗਈ। ਇਸ ਤਰ੍ਹਾਂ ਦੀਆਂ ਭੇਦ ਭਰੀਆਂ ਹਾਲਾਤਾਂ ਦੇ ਵਿੱਚ ਮੈਸੂਰ ਦੇ ਪ੍ਰਤਿਭਾਸ਼ਾਲੀ ਯੁਵਰਾਜ ਦਾ ਅੰਤ ਹੋ ਗਿਆ ਤੇ ਫਿਰ ਮਹਾਰਾਜੇ ਦੀ ਮੌਤ ਉਪਰੰਤ ਯੁਵਰਾਜ ਦੇ ਪੁੱਤਰ ਨੂੰ ਮੈਸੂਰ ਦਾ ਮਹਾਰਾਜਾ ਬਣਾਇਆ ਗਿਆ ਜਾਣੀ ਭਤੀਜੇ ਨੂੰ ਇਸੇ ਯੁਵਰਾਜ ਦੇ ਬੇਟੇ ਨੂੰ। ਉਸ ਦੇ ਪਿਤਾ ਦੇ ਸ਼ਾਨਦਾਰ ਬੀਤੇ ਦੀ ਕਹਾਣੀ ਸੁਣਾਉਣ ਤੇ ਆਪਣੀ ਸੰਵੇਦਨਾ ਪ੍ਰਗਟ ਕਰਨ ਲਈ ਮੈਂ ਉਸ ਨੂੰ ਮਿਲਣ ਲਈ ਉਟਾਕਮੰਡ ਵੀ ਗਿਆ ਤੇ ਭਾਰਤ ਵਿਚਲੇ ਬਰਤਾਨਵੀ ਅਧਿਕਾਰੀ ਵੀ ਉੱਥੋਂ ਦੇ ਦੀਵਾਨ ਮਿਰਜ਼ਾ ਇਸਮਾਇਲ ਜਿਸਨੇ ਇਹਨਾਂ ਦੋਨਾਂ ਭਰਾਵਾਂ ਦੇ ਵਿੱਚ ਜਾਣੀ ਕਿ ਦੀਵਾਨ ਅਤੇ ਯੁਵਰਾਜ ਦੇ ਵਿੱਚ ਫੁੱਟ ਪਾਈ ਸੀ ਉਸ ਦੇ ਹੱਥਾਂ ਦੇ ਵਿੱਚ ਖੇਡ ਰਹੇ ਸਨ। ਉਸ ਦੀਆਂ ਸਨਕਾਂ ਨੂੰ ਪ੍ਰਵਾਨਗੀ ਦੇ ਰਹੇ ਸਨ। ਜਿਸ ਤਰ੍ਹਾਂ ਮੈਂ ਪਹਿਲਾਂ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਰਿਆਸਤਾਂ ਦੇ ਮਹਾਮੰਤਰੀ ਵਾਇਸਰਾਏ ਤੇ ਰਾਜਨੀਤਿਕ ਵਿਭਾਗ ਦੇ ਅਧਿਕਾਰੀ ਕਠਪੁਤਲੀਆਂ ਸਨ। ਇਸ ਤਰ੍ਹਾਂ ਆਪਣੇ ਮਾਲਕਾਂ ਦੇ ਇਸ਼ਾਰਿਆਂ ਤੇ ਨੱਚਣ ਦੇ ਇਨਾਮ ਦੇ ਤੌਰ ਤੇ ਉਹਨਾਂ ਨੂੰ ਅਸੀਮ ਅਧਿਕਾਰ ਦਿੱਤੇ ਜਾਂਦੇ ਜਿਨ੍ਹਾਂ ਦੇ ਬਲ ਉੱਤੇ ਉਹ ਭਾਰਤ ਸਮਰਾਟ ਦੀ ਸੱਤਾ ਨੂੰ ਸਥਿਰ ਰੱਖਦੇ। ਬਰਤਾਨੀਆ ਦੇ ਸਮਰਾਟ ਨੂੰ ਹੀ ਭਾਰਤ ਦਾ ਸਮਰਾਟ ਬਣਿਆ ਰਹਿਣ ਦਿੰਦੇ। ਇਸ ਸਮਰਾਟ ਦੇ ਦਰਬਾਰ ਦੇ ਵਿੱਚ ਵੀ ਉਹੀ ਤਰੀਕੇ ਵਰਤੇ ਜਾਂਦੇ ਜੋ ਮੁਗਲ ਸਮਰਾਟਾਂ ਦੇ ਕਾਲ ਦੇ ਵਿੱਚ ਪ੍ਰਚਲਿਤ ਸਨ। ਬ੍ਰਿਟਿਸ਼ ਸਮਰਾਟ ਜਾਰਜ ਪੰਜਵਾਂ ਜਦੋਂ 1911 ਦੇ ਵਿੱਚ ਭਾਰਤ ਆਇਆ ਤਾਂ ਉਸ ਦੀ ਤਾਜਪੋਸ਼ੀ ਦਾ ਜਸ਼ਨ ਦਿੱਲੀ ਦਰਬਾਰ ਦੇ ਵਿੱਚ ਮਨਾਇਆ ਗਿਆ ਦਰਬਾਰ ਲਗਾ ਕੇ। ਇਸ ਮੌਕੇ ਭਾਰਤੀ ਰਿਆਸਤਾਂ ਦੇ ਸਾਰੇ ਰਾਜੇ ਵੀ ਆਪਣੇ ਮਹਾਂਪ੍ਰਭੂ ਅੱਗੇ ਆਪਣੀ ਨਿਸ਼ਠਾ ਪ੍ਰਗਟ ਕਰਨ ਦੇ ਲਈ ਸਲਾਮਾਂ ਕਰਨ ਦੇ ਲਈ ਪਹੁੰਚੇ। ਕੁਝ ਰਾਜਿਆਂ ਸਾਹਮਣੇ ਤਾਂ ਇਹ ਸਮੱਸਿਆ ਖੜੀ ਹੋ ਗਈ ਕਿ ਉੱਚੇ ਤਖਤ ਤੇ ਬੈਠੇ ਇਸ ਜਾਰਜ ਪੰਜਵੇਂ ਸਮਰਾਟ ਦੇ ਅੱਗੇ ਉਹ ਕਿਵੇਂ ਝੁੱਕ ਕੇ ਆਪਣੀ ਨਿਸ਼ਠਾ ਪ੍ਰਗਟ ਕਰਨ ਕਿਉਂਕਿ ਤਾਂ ਆਪਣੇ ਖਿੱਤਿਆਂ ਦੇ ਰਾਜੇ ਮਹਾਰਾਜੇ ਨੇ।
क्यों उन्होंने सम्राट के सामने झुक के जाना पैना सी, उसे तरह झुक के मुड़ के आके अपने गद्दी ते बहना पैना सी। सो अपने आप नूं सूरजवंशी राम ते कृष्ण दी वंश परंपरा दे राजे महाराजे कहण वाले इन्हां राजियां दे वास्ते ये बहुत ही जिल्लत ते शर्म दी घड़ी सी, जो अपने आप नूं श्री राम श्री कृष्ण जां सूरजवंशी दसदे सन। बड़ौदे दे राजे महाराजा सजाया राव गायकवाड़ का किस्सा तो खासा प्रसिद्ध है। जदों उसनूं ब्रिटिश सम्राट जार्ज पंजवें दे अगे दिल्ली दरबार दे विच पेश होण लई कहा गया तां ना तां उसने अपनी रत्ना जड़ी तलवार वो नाल लैके गया ते ना उसने शाही पोशाक पहनी। एक सादा जिहा सफेद कोट, खुली मोहरी वाला पजामा ते पगड़ी बन के दरबार दे विच चलिया गया। तलवार दी थां एक लकड़ दी खुंडी उसने अपने नाल लै लई। उसने खुंडी नूं झुका के महाराजे दा स्वागत किया। इस सारे वतीरे तो ब्रिटिश सम्राट ते पूरी बरतानवी सरकार तिलमिला उठी। इस मौके बनाई गई फिल्म जदों वीडियो लंडन दे सकाला थिएटर दे विच दिखाई गई तां दर्शकां ने चीख चीख के इस महाराजे नूं देश दा गद्दार आख्या ते मंग कीती कि इस राजद्रोही नूं फाहे टंग दिओ, इस नूं गद्दी तो ला दिओ। सिनेमा हाल दे विच पाए इस रौले नूं बड़ी मुश्किल नाल ठंडा किया गया। इस तरह ब्रिटिश सरकार ने अपने कठपुतली संतरियां नूं बिठा के भारती रियासतां दे राजियां हत्थों अपनी ताकत खो लई ते उन्हां नूं नपुंसक ते नकारा बना दिता। तुसीं वेखो कि बड़ौदे दा राजा अपनी शानो शौकत दी बजाय अगला कहंदा हुण काहदी शानो शौकत, काहदी हीरियां वाली तलवार, तुसीं अंग्रेज दे सामने तां झुकना है ना। ते फिर चंगा ही कीता उन्हें, खुला जिहा पजामा पा के पग बन के पा के कोट तुर गया, तलवार दी जगह खुंडी झुका के सलाम कर दिता। हुण जदों तुसीं राजे महाराजे रह ही नहीं गए, पर अफसोस कि हुण किहड़ा हटदे आ लिखी जाणगे पीपल्स महाराजा कैप्टन अमरिंदर सिंह है ना, महाराणी परनीत कौर है ना, सारे लिखते हैं दिग्गी राजा दिग्विजय सिंह। हालांकि सोनिया ने कहा सी भाई जिहड़े कांग्रेस पार्टी चो तुसी छड्ड दिओ अपना सारा सिलसिला। ते इस मुतलक सी ये गलबात कि किस तरह इन्हां ब्रिटिश ने भारती दीवाना दे राहीं एहलकारां दे राहीं इन्हां राजियां दी जिहड़ी खुंब ठप्पी। वैसे कई मामलों तां ये है ही सी कि इन्हां दी औकात भी यही सी, पर किवें कई जिहड़े चंगे भले राजे सी उन्हां दे विच भी आपस फुट पा के उन्हां नूं इस तरह गुलाम बनाया गया। सो साडे इन्हां प्रोग्रामां नूं सपोर्ट कीता उन्हां स्पॉन्सर का धन्नवाद। सोमवार तो लैके शनिवार तक भारती समाज सवेरे 7 बजे तो लैके 9 बजे तक ते शाम नूं 7:30 तो 9:30 बजे तक पटियाला स्टूडियो तो मैं परमिंदर सिंह टवाणा आप जी नाल जुड़दा, नाल सुरेंद्र भाई जी हुंदे ने। ते इस दौरान तुसीं साडे इन्हां प्रोग्रामां नूं साडी वैबसाइट tiwanaradio.com दे जरिए भी सुन सकते हो, जिथे तुहानूं आईफोन ते एंड्राइड ऐप्स दे लिंक मिलणगे, इंस्टॉल करो। इस तो अलावा कॉल टू लिसन नंबर मिलेगा 667 930 9260। उस नंबर ते अमेरिका दे विच प्रोग्राम लाइव सुनिया जा सकदा है। ते इस दे नाल जे तुसी इन्हां प्रोग्रामां नूं WhatsApp दे जरिए मंगवाउणा तां अपना WhatsApp ग्रुप नंबर है ते अपना संपर्क नंबर भी स्टूडियो लाइन भी यही है 98 763 096 55 98763 09655। ते ये सन बेनतियां। अज सेहत थोड़ी दोस्तों आग्ञा नहीं दे रही, क्योंकि पेन किलर मैं लैंदा नहीं ते दर्द कहंदा प्रोग्राम ज़्यादा आपां अगे नहीं करना, सो इस करके अज इन्ना ही प्रवान। ते धन्नवाद साडे स्पॉन्सर साहब दा, साडे इन्हां प्रोग्रामां नूं सपोर्ट कीता बाई बलबीर सिंह उस्मान परिवार ने। फंबल वजदे है ना, सॉरी। ते बलबीर सिंह उस्मान परिवार ने जिन्हां दे अमेरिका दे विच कई सारे कारोबार ने। वाशिंगटन दे विच है इन्हां दा अर्लिंगटन फ्यूल स्टॉप, एड्रैस है 2201 साउथ यूनियन एवेन्यू बेकरफील्ड कैलिफोर्निया, जिप कोड 93307। इस लोकेशन ते फ्री कॉफी ईमेल फैक्स करने की सुविधा ते ट्रक पार्किंग फ्री है, नाल ट्रकों का समान समग्री इत्थे खरीद सकते हो।
ਦੂਜੀ ਲੋਕੇਸ਼ਨ ਹੈ ਇਹਨਾਂ ਦੀ ਕੈਲੀਫੋਰਨੀਆ ਦੇ ਵਿੱਚ ਲਾਸ ਹਿਲ ਟਰੈਵਲ ਸੈਂਟਰ 14/14 ਲੋਮਾ ਸਟਰੀਟ ਲਾਸ ਹਿਲ ਐਗਜ਼ਿਟ 278 ਤੇ। ਇਸ ਲੋਕੇਸ਼ਨ ਤੇ ਫ੍ਰੀ ਚਾਹ ਸ਼ਾਵਰ ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦਉਪਯੋਗ ਕਰੋ। ਸਾਹਿਬ ਬਲਬੀਰ ਸਿੰਘ ਸੁਪਾਨਪੁਰ ਹੋਰਾਂ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਹੈ। ਇਹਨਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਨੇ, ਜਿਨ੍ਹਾਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਬਲਬੀਰ ਸਿੰਘ ਸੁਪਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਹੈ 425 232 8413 4252328413 ਨੰਬਰ ਹੈ ਹਰਜਾਪ ਸਿੰਘ ਦਾ। ਸਵਾਗਤ ਹੈ ਜੀ ਤੁਹਾਡਾ, ਵੈਲਕਮ। ਹਾਂਜੀ, ਸਤਿ ਸ਼੍ਰੀ ਅਕਾਲ ਟੋਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ ਢਿੱਲੋਂ ਸਾਹਿਬ। ਰਾਏਕੋਟ ਨਹੀਂ ਜੀ, ਰਾਏਕੋਟ ਨਹੀਂ ਜੀ, ਰਾਏਕੋਟ ਤੋਂ ਮਤਲਬ 26 ਕਿਲੋਮੀਟਰ ਹੋ ਰਹੀ ਮੁੱਲਾਪੁਰ ਬਾਕਾ, ਮੰਡਿਆਣੀ ਬੋਲ ਰਿਹਾ ਜੀ। ਅੱਛਾ, ਉਹ ਸੌਰੀ, ਅੱਜ ਮੇਰੇ ਸੈਂਸਰ ਕੰਮ ਨਹੀਂ ਕਰਦੇ। ਮੰਡਿਆਣੀ ਸਾਹਿਬ ਸਵਾਗਤ। ਕਿਉਂਕਿ ਆਹ ਰੇਡੀਓ ਵਾਲਾ ਨੰਬਰ ਮੈਂ ਫੀਡ ਨਹੀਂ ਕੀਤਾ ਹੋਇਆ, ਇਸ ਕਰਕੇ ਕਈ ਵਾਰੀ ਆਵਾਜ਼ ਨਹੀਂ ਪਤਾ ਲੱਗਦੀ। ਕੋਈ ਗੱਲ ਜੀ ਮੰਡਿਆਣੀ ਸਾਹਿਬ, ਤੁਸੀਂ ਤਾਂ ਬਹੁਤ ਬੜੀ ਪੁਰਾਣੀ ਕਿਤਾਬ ਪੜ੍ਹੀ ਹੈ। ਬਿਆਨ ਕੀਤਾ ਦੀਵਾਨ ਸਾਹਿਬ ਜਰਵਿੰਦ ਦਾਸ ਜੀ ਦਾ, ਤੇ ਖੈਰ ਉਹਨਾਂ ਦਾ ਬਿਆਨ ਜੋ ਬਿਆਨ ਕਰਦੇ ਬਹੁਤ ਹੀ ਵਧੀਆ ਹੁੰਦਾ ਵਾ, ਬਹੁਤ ਵਧੀਆ ਤੁਸੀਂ ਐਕਸਪਲੇਨ ਵੀ ਕੀਤਾ ਅੱਗੇ ਜਾ ਕੇ। ਹਾਂ ਦੇਖੋ, ਸਾਜ਼ਿਸ਼ਾਂ ਭਾਜੀ ਮਤਲਬ ਇਹ ਮੁੱਢ ਕਦੀਮੋਂ ਹੁੰਦੀਆਂ ਆਈਆਂ ਪਰਿਵਾਰਾਂ ਦੇ ਵਿੱਚ, ਘਰਾਣਿਆਂ ਦੇ ਵਿੱਚ, ਰਾਜ ਸੱਤਾ ਤੇ ਦੇਸ਼ਾਂ ਤੇ, ਹਨਾ। ਹਾਂਜੀ, ਬਹੁਤ ਹੁੰਦੀਆਂ ਜੀ, ਬਹੁਤ ਹੁੰਦੀਆਂ ਜੀ, ਰਾਜਸ਼ਾਹੀ ਦੇ ਵਿੱਚ ਆਉਂਦੀਆਂ ਹੁੰਦੀਆਂ। ਹਾਂ, ਹੁਣ ਵੀ ਇਹੀ ਕੁਝ ਹੋ ਰਿਹਾ ਸਿਆਸਤ 'ਚ, ਆਪਾਂ ਵੇਖ ਹੀ ਰਹੇ। ਬਿਲਕੁਲ ਬਿਲਕੁਲ, ਤੇ ਉਹਦੇ ਫਾਰਮ ਬਦਲ ਜਾਂਦੇ ਆ, ਪਰ ਬੇਸਿਕ ਜਿਹੜੀ ਇੰਟੈਂਸ਼ਨ ਉਹੀ ਰਹਿੰਦੀ ਹੈਗੀ ਆ। ਤੇ ਉਹ ਜਿਹੜੀ ਤੁਸੀਂ ਮਤਲਬ ਗੱਲ ਕੀਤੀ ਹੈ ਦੀਵਾਨ ਸਾਹਿਬ ਦੀ, ਤੇ ਇਹਦੇ ਵਿੱਚ ਜਦੋਂ ਨਾ ਹੋਰ 1914-15 ਚ ਜਾਰਜ ਪੰਚਮ ਜੋ ਆਇਆ ਦਿੱਲੀ ਦੇ ਵਿੱਚ, ਰਾਜਸ਼ਾਹੀ ਹੋਈ ਸੀ, ਤੇ ਬਹੁਤ ਵੱਡਾ ਉਹ ਸਮਾਗਮ ਸੀਗਾ, ਜਿੰਨੇ ਰਾਜੇ ਮਹਾਰਾਜੇ ਸੀ ਆਏ ਸੀਗੇ। ਆਪਦੀ ਉਹਨਾਂ ਨੇ ਬੁੱਕਤ ਦੇ ਔਕਾਤ ਦੇ ਮੁਤਾਬਕ ਆਪਦੀ ਉਹਦੇ ਵਿੱਚ ਯੋਗਦਾਨ ਪਾਇਆ ਸੀ। ਤਾਂ ਮੈਂ ਕਿਤਾਬ ਇਹ ਨਾਵਲ ਪੜ੍ਹਿਆ ਸੀ ਦਿੱਲੀ, ਜਿਹੜਾ ਖੁਸ਼ਵੰਤ ਸਿੰਘ ਦਾ ਹੈਗਾ ਦਿੱਲੀ ਦੇ ਨਾਵਲ। ਉਹ ਨਾਵਲ ਕਹਿਣ ਨੂੰ ਸੀ, ਪਰ ਹੈ ਤਾਂ ਉਹ ਸਾਰਾ ਇਤਿਹਾਸ ਸੀਗਾ। ਹਾਂ, ਇਤਿਹਾਸਕ ਹਵਾਲੇ ਸੀ ਉਹਦੇ ਚ। ਹਾਂ, ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਜਿਹੜੇ ਸਭ ਤੋਂ ਮੇਨ ਕੰਟਰੀਬਿਊਟਰ ਉਹ ਇਸ ਸਮਾਗਮ ਸੀਗਾ ਮਹਾਰਾਜਾ ਫਰੀਦਕੋਟ। ਉਹਨਾਂ ਦਾ ਜਿਹੜਾ ਹਾਥੀ ਸੀ ਸਭ ਤੋਂ ਵੱਡਾ ਸੀ ਗਜਰਾਜ। ਮਹਾਰਾਜਾ ਫਰੀਦਕੋਟ ਦੇ ਫੀਲਖਾਨੇ ਦੇ ਵਿੱਚੋਂ ਉਹ ਹਾਥੀ ਗਿਆ ਸੀ ਉੱਥੇ, ਤੇ ਉਹਦੇ ਉੱਤੇ ਹੀ ਉਹ ਜਾਰਜ ਪੰਚਮ ਬੈਠਿਆ ਸੀਗਾ, ਤੇ ਸਭ ਤੋਂ ਵੱਡਾ ਹਾਥੀ ਸੀ ਉਹ। ਤੇ ਉਹ ਇਸੇ ਤਰੀਕੇ ਦੇ ਨਾਲ ਜਿੰਨੇ ਵੀ ਮਹਾਰਾਜੇ ਸੀਗੇ ਉਹਨਾਂ ਦੀ ਕੋਈ ਨਾ ਕੰਟਰੀਬਿਊਸ਼ਨ ਉੱਥੇ ਪਾਈ ਸੀਗੀ। ਹਾਂ, ਮਤਲਬ ਚਮਚੀ ਸੀ ਕਿ ਹਰ ਆਪਣੀ ਅੱਛੀ ਚੀਜ਼ ਕਿਵੇਂ ਮਤਲਬ ਜਾਰਜ ਪੰਚਮ ਨੂੰ ਖੁਸ਼ ਕਰੀਏ। ਬਿਲਕੁਲ ਬਿਲਕੁਲ, ਉਦੋਂ ਹੀ ਉਹ ਦਿੱਲੀ ਬਣੀ ਆ, ਨਵੀਂ ਦਿੱਲੀ ਉਦੋਂ ਹੀ ਕੈਪੀਟਲ ਡਿਕਲੇਅਰ ਹੋਈ ਆ, ਉਦੋਂ ਹੀ ਬਣੀ ਆ ਸਾਰਾ ਕੁਝ। ਉਦੋਂ ਮੇਨ ਉਹ ਮੇਜਰ ਉਹ ਪੁਆਇੰਟ ਸੀਗਾ ਸਾਡੀ ਹਿਸਟਰੀ ਦਾ, ਮਾਡਰਨ ਦਾ। ਤੇ ਧੰਨਵਾਦ ਜੀ, ਮਿਹਰਬਾਨੀ ਸਾਹਿਬ ਮੰਡਿਆਣੀ ਸਾਹਿਬ, ਥੈਂਕ ਯੂ ਬਾਈ ਜੀ ਬਹੁਤ। ਮਨਜੀਤ ਇੰਦਰ ਸਿੰਘ ਕਿਤਾਬਾਂ ਦੇ ਗੁੜ ਪ੍ਰੇਮੀ ਨੇ, ਥੈਂਕ ਯੂ। ਤੇ ਸਾਡੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਵਾਸ਼ਿੰਗਟਨ ਫੀਲਡ ਸਰਵਿਸ ਵਾਲਿਆਂ ਨੇ। ਸੋ ਸਿਆਟਲ ਇਲਾਕੇ ਦੇ ਲੋਕਲ ਲੋਡ ਚਾਹੁੰਦੇ ਲੰਮੇ ਰੂਟਾਂ ਤੋਂ ਉਕਤਾਏ ਹੋ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫੀਲਡ ਸਰਵਿਸ ਵਾਲਿਆਂ ਨਾਲ। ਤੁਸੀਂ ਓਨਰ, ਆਪਰੇਟਰ ਹੋ, ਡਰਾਈਵਰ ਹੋ, ਤੁਹਾਡੀ ਸਹੂਲਤ ਵਾਸਤੇ ਡਿਸਪੈਚ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੱਤੀ ਜਾਂਦੀ ਹੈ। ਡਰਾਈਵਿੰਗ ਦੀ ਜੌਬ ਚਾਹੀਦੀ ਹੈ ਤਾਂ ਆਵਰਲੀ ਪ੍ਰਤੀ ਘੰਟਾ ਬਹੁਤ ਅੱਛੇ ਵੇਜਸ ਪੇ ਕੀਤੇ ਜਾਂਦੇ ਨੇ। ਸੰਪਰਕ ਕਰੋ ਵਾਸ਼ਿੰਗਟਨ ਫੀਲਡ ਸਰਵਿਸ ਤੋਂ। ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924 2532666924 ਤੇ ਗੈਰੀ ਧਾਲੀਵਾਲ ਹੋਰਾਂ ਦਾ ਨੰਬਰ ਹੈ 206 354 4060 2063544060 ਨੰਬਰ ਹੈ ਗੈਰੀ ਧਾਲੀਵਾਲ ਦਾ। ਸਿਆਟਲ ਇਲਾਕੇ ਦੇ ਲੋਕਲ ਲੋਡ ਵਾਸਤੇ ਅਤੇ ਡਰਾਈਵਿੰਗ ਦੀ ਜੌਬ ਦੇ ਵਾਸਤੇ ਸੰਪਰਕ ਕਰੋ ਵਾਸ਼ਿੰਗਟਨ ਫੀਲਡ ਸਰਵਿਸ। ਇਸੇ ਤਰ੍ਹਾਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਸੁਖੀ ਘੁੰਮਣ ਹੋਰਾਂ ਨੇ। ਸੋ ਬੇਕਰਸਫੀਲਡ ਇਲਾਕੇ 'ਚ ਵਿਚ ਰਹੇ ਤੇ ਮਾਰੋ ਟਰੱਕ ਟਰਾਲੇ ਆਪਣਿਆਂ ਨੂੰ ਬ੍ਰੇਕ ਯੂਨੀਅਨ ਵਿਲੇਜ ਟਰੱਕ ਸ਼ਾਪ ਤੇ ਨਾਲ ਬਣਿਆ ਇੰਡੀਅਨ ਰੈਸਟੋਰੈਂਟ ਜੋ ਦੇਸੀ ਘਿਓ ਦੇ ਪਰੌਂਠੇ ਬਹੁਤ ਸਵਾਦਲੇ ਛਕਾਉਂਦੇ ਨੇ। ਤੇ ਤੁਹਾਡੀ ਸਹੂਲਤ ਵਾਸਤੇ ਉੱਥੇ ਹੋਰ ਵੀ ਟਰੱਕਿੰਗ ਦੀਆਂ ਸਹੂਲਤਾਂ ਨੇ। ਮਸਲਨ ਟਰੱਕ ਵਾਸ਼ ਕਰਾ ਸਕਦੇ ਹੋ, ਡੀਜ਼ਲ ਪਵਾ ਸਕਦੇ ਹੋ। ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਇਹ ਯੂਨੀਅਨ ਵਿਲੇਜ ਟਰੱਕ ਸ਼ਾਪ ਤੇ ਇੰਡੀਅਨ ਰੈਸਟੋਰੈਂਟ। ਐਡਰੈਸ ਹੈ 2201 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ। ਜ਼ਿਪ ਕੋਡ 93307।
रोडवेज ट्रांसपोर्ट वाले सुखी घुमन होरां दा कारोबार है, जिन्हां दा नंबर है 661 304 7500 661 304 7500। इस तरह जय घुमन होरां दा नंबर है 661 885 88 58 661 885 8855। अमेरिकन टैक्स फर्मां दे विच 5 साल काम करन दे तजर्बे याफ्ता साथ तरसेम सिंह गिल CPA है, जिन्हां कोलों तुसीं इंडिविजुअल बिजनेस व्यापार कारोबार की हर तरह की रिटर्न भरवा सकते हो ते अपने किसी साख संबंधी नूं अमेरिका सदना, ग्रीन कार्ड, वर्क परमिट, स्पाउस केस दीयां सेवावां लैणीआं ने पेपर फाइलिंग दीयां, तां तुसीं संपर्क करो CPA तरसेम सिंह गिल नूं, जो ईस्टर्न सिटी पेनसिल्वेनिया दे विच वसदे ने, न्यूजर्सी दे लागे। ते साडा जिक्र करन ते होर राहत मिलेगी क्योंकि अपने पुराने सोते ने बाई हरबंस सिंह गिल, उन्हां दे बेटे ने CPA तरसेम सिंह गिल, जिन्हां दा नंबर है वो नंबर है 484 764 9861 484 764 9861 484 764 9861। इस नंबर ते संपर्क तुसीं कर सकते हो। लो कुछ फेसबुक ते सज्जन जुड़े ने, लाली टोड़ा, भैन जी मनमोहन कौर बाजवा, बाई सेखों हैरी, फिरोजपुरिया, बलविंदर सिंह उमैदपुरी बाई जी, बलराज सिंह संधू साहब, नवदीप कौर, बलराज सिंह झज्ज, गोल्डी जसवीर बटारी तो, हरदीप सिंह जोशन सत श्री अकाल, गजल शर्मा बीबराणा ते लाहौरा सिंह धुंदेर, वड्डे भैन हरविंदर जौल, मिस कॉल भी सी भैन नाल गल नहीं हो सकी, ते हरदीप सिंह जोशन यूपी तो ने, ते हरजीत सिंह रंधावा थैंक यू, धर्मवीर सिंह गंडे भाई जी, तरनजीत सिंह पहली बारी जुड़े ने भाजी, ते सुखबीर तंबर साहब कहते किसानां नूं सस्ती जमीन ठेके ते सरकार देवे तां जो किसान आत्म हत्या रोकी जावे। हाँ सपोर्ट किया जा सकता, पर सुखबीर भाई जी आत्म हत्या दे होर भी कारण ने। तुसीं वेखो कल मध्य प्रदेश के एक MLA का, कांग्रेसी MLA का 17 वरियां का मुंडा सुसाइड कर गया लाइसेंसी पिस्टल दे नाल अपने फादर दे नाल। चंगा भला अमीर परिवार है, सुख सहूलतां ने, +2 पढ़दा सी ते उन्हें सुसाइड नोट लिखा, कहंदा भी मेरा दोस्त दुनिया तो चला गया, मैं रहना नहीं चाहता। सो इस करके वीर खुदकशी के कारण होर ने। हाँ माली हालत उच्ची करने दे वास्ते जरूर सरकारां जां सोसाइटी सपोर्ट करे। प्रवीण गुप्ता जी थैंक यू, मेहरबानी। अनपढ़ जनता कारण मुख मुद्दे छड्ड के बादलों नूं अंदर करन तक सीमित हो। खुश हुंदे आ गुप्ता साहब लोग इन्हां चीज़ां नाल। रघुवीर सिंह भाई जी अपने सबसक्राइबर ने, ते गुप्ता साहब सुरेंद्र जी की सेहतयाबी की दुआ कर रहे ने, ते रमन अगम थैंक यू, बीबा राणी थैंक यू। मैं मैसेज तुहाडा मैं वेख्या तो है थोड़ा जिहा। मनदीप जस्सी, हरलीन बाजवा ते सिकंदर सिंह औजला, इन्हां दा धन्नवाद सब सज्जनां दा। ते अज अपने एक सत्कार ਸਰੋਤੇ सन, उन्हां दी अज अंतिम अरदास भी सी, ते अक्सर मैसेज भी करते सन। पिछले दिनी भी मैसेज आया सी बाई जी का, हरविंदर गोल्ड बठिंडा तो काफ़ी लंबे समय तो जुड़े हुए ने अपने नाल। ते अज मैं उन्हां दे वाइफ नाल, भैन राणी नाल गल कीती, ते ਉਹ असल दे विच उन्हां दे प्लेट पई हुई सीगी ते काफ़ी सालां दी, ते ਉਹਦਾ सर्जरी कराई सी, प्लेट कढ़वाई सी, ते उस तो बाद ब्रेन हैमरेज होया क्योंकि ब्लड क्लॉट बनते ने पता नहीं लगता। सो अज उन्हां दी अंतिम अरदास सी मॉडल टाउन दे विच फेस 1 दे विच। बहुती उम्र भी नहीं है, 75 दे जंपल सीगे, ते 46 साल उम्र बनती है। ते इस दौरान तुसीं वेखो कि दग दग करदा चेहरा। कदे कदे मैसेज आउंदा सी हरविंदर गोल्ड दा, मैनूं परसों चौथे भी मैसेज आया सीगा डैथ तो पहला। डैथ तो उन्हां दी 4 तरीक दी होई है, जदे आपां ਉਹ शो कीता सी ना ਉਹਦੇ ते सरबलो, ते उस तो बाद भी मैसेज आया सीगा। ਉਹ ਹੱਸਦੇ ਹੁੰਦੇ ਸੀ, मेरी भी सुरेंद्र भाई दी भी चढ़दी कला दी अरदास करदे ਹੁੰਦੇ ਸੀਗੇ। गुरु घर बहुत जांदे सीगे, ते रुखसत हो गए। बेटा इन्हां दा कनेडा च स्टडी करदा, ते बेटी +2 च पढ़दी है। घरे बजुर्ग माता जी ते भैन जी रह गए ने। सो धन्नवाद, तुसी दुआवां दित्तियां परिवार नूं। सब सज्जनां दा धन्नवाद। मैं फोटो शेयर कीती सी, सो बड़ा अफसोस होया कि देखो किन्ना सोहना चेहरा, चढ़दी कला वाला नौजवान सीगा,
ਤੇ ਪਰ ਉਹ ਕੁਦਰਤ ਨੂੰ ਜੋ ਮਨਜ਼ੂਰ ਹੈ, ਸਿਸਟਮ ਨੂੰ ਜੋ ਮਨਜ਼ੂਰ ਹੈ, ਸੋ ਹਾਰਟ ਅਟੈਕ ਨਾਲ ਰੁਖਸਤ ਹੋ ਗਏ ਨੇ ਇਸ ਦੁਨੀਆ ਤੋਂ। ਸੋ ਵਾਹਿਗੁਰੂ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਤੇ ਖਾਸ ਕਰਕੇ ਜਿਹੜਾ ਪਿੱਛੇ ਪਰਿਵਾਰ ਹੈ, ਬਾਈ ਕਮਲ ਸਿੱਧੂ ਨੇ ਬਠਿੰਡੇ ਤੋਂ ਵੀ ਸ਼ਾਇਦ ਇਹਨਾਂ ਦੇ ਜਾਣਕਾਰ ਨੇ, ਉਹਨਾਂ ਨੇ ਵੀ ਪੋਸਟ ਪਾਈ ਸੀਗੀ, ਤੇ ਹਰਵਿੰਦਰ ਗੋਲਡ ਦੇ ਪਰਿਵਾਰ ਨੂੰ, ਉਹਨਾਂ ਦੀ ਬੇਟੀ, ਉਹਨਾਂ ਦਾ ਬੇਟਾ, ਉਹਨਾਂ ਦੇ ਬਿਰਧ ਮਾਤਾ ਜੀ ਤੇ ਸਾਡੀ ਭੈਣ ਰਾਣੀ, ਤੇ ਉਹਨਾਂ ਨੂੰ ਸ਼ਕਤੀ ਬਖਸ਼ੇ ਕਿ ਉਹ ਇਸ ਦੁੱਖ ਦੀ ਘੜੀ ਦੇ ਵਿੱਚੋਂ ਨਿਕਲਣ ਤੇ ਆਪਣੀ ਜਿਹੜੀ ਹੈ ਜ਼ਿੰਮੇਵਾਰੀਆਂ ਨੇ, ਜਿਸ ਤਰ੍ਹਾਂ ਪਰਿਵਾਰ ਪ੍ਰਤੀ, ਬੱਚਿਆਂ ਪ੍ਰਤੀ, ਸਮਾਜ ਪ੍ਰਤੀ, ਉਹ ਨਿਭਾਉਣ ਦੇ ਸਮਰੱਥ ਹੋਣ। ਸੋ ਧੰਨਵਾਦ, ਤੁਸੀਂ ਵੀ ਇਸ ਪਰਿਵਾਰ ਦੇ ਵਾਸਤੇ ਦੁਆਵਾਂ ਕੀਤੀਆਂ। ਆਪ ਸਭ ਸੱਜਣਾਂ ਦਾ ਧੰਨਵਾਦ ਹੈ। ਸੋ ਆਵਾਜ਼ਾਂ ਰਹਿ ਗਈਆਂ ਵੀਰ ਦੀਆਂ ਰਿਕਾਰਡਿੰਗ 'ਚ, ਹੈ ਨਾ, ਸਭ ਖਤਮ ਹੋ ਜਾਂਦਾ ਹੈ। ਸੋ ਇਸ ਕਰਕੇ ਰਾਮ ਗਿਓ ਰਾਵਣ ਗਿਓ ਜਾਂ ਕੋ ਬਹੁ ਪਰਿਵਾਰ, ਜਾਣਾ ਸਭ ਨਹੀਂ ਹੈ। ਕਿਸ ਕੰਮ ਯਾਰੇ ਜਿਦ ਬੈਂਸ, ਕਿਸ ਕੰਮ में पैसा टका, किस काम में ईर खावां, सिर्फ याद रह जानी ਤੁਹਾਡੀ। किस पिछे मरू मरू करदे हो, एक दूसरे दे हकूक ते काहदे लई डाके मारदे हां असीं। जे इस दुनिया नूं खूबसूरत बनाउणा तां ਇਹ फालतू चीज़ां सानूं छड्डणीਆਂ ਚਾਹੀਦੀਆਂ ਨੇ। धर्म सानूं ਇਹੀ सिखाउंदा है। वारे शाह वसा की जिंदगी दा साडी उम्र है नक्श पतासियां दे। सो इस करके जिंदगी दे असल सच नूं समझिए। जे जिंदगी च किसी नूं सुख नहीं दे सकते ना, तो दुख भी ना दईए। किसी दे हक ते डाका ना मारीए, किसी नाल ज्यादती ना कर दईए। यही धर्म है, असल इंसानियत दा धर्म निभाइए। आपसी मझां जड़ियां ने रंजां तो उपर उठ के, मजहबां दी राजनीति तो उपर उठ के। औजला साहब स्वागत है वीर। एक सेकंड होल्ड रखियो औजला साहब। अज जी औजला साहब स्वागत वीर। सत श्री अकाल जी सारे ਸਰੋਤਿਆਂ ਦੇ, ਸਰਕਾਰ ਜੋ ਤੁਹਾਨੂੰ ਵੀ ਤੇ ਅੱਜ ਜਿਹੜੇ ਆਪਣੇ ਸਰੋਤੇ ਚਲੇ ਗਏ, ਬੜਾ ਅਫਸੋਸ ਹੈ। ਮੈਂ ਨਾ ਤੁਹਾਡੇ ਨਾਲ ਵੀ ਪਰਸਨਲੀ ਗੱਲ ਕਰੀ ਸੀ। ਮੈਂ ਨਾ ਸਾਰਿਆਂ ਨੂੰ, ਵੈਸੇ ਤਾਂ ਬਾਹਰ ਲਿਆਉਣ ਨੂੰ ਵੀ, ਖਾਸ ਕਰਕੇ ਮੈਂ ਇੰਡੀਆ ਵਾਲਿਆਂ ਨੂੰ, ਸਾਰੇ ਸਰੋਤੇ ਸੁਣਦੇ ਹੋਣਗੇ, ਹੱਥ ਜੋੜ ਕੇ ਬੇਨਤੀ ਕਰਦਾ ਕਿ ਇੱਕ ਵਾਰ ਨਾ ਸਾਲ ਚ ਆਪਦਾ ਬਲੱਡ ਜ਼ਰੂਰ ਦਿਆ ਕਰੋ ਪਲੀਜ਼। ਮੇਰੀ ਹੱਥ ਜੋੜ ਕੇ ਬੇਨਤੀ ਹੈ। ਅਸੀਂ ਜਿੰਨਾ ਸਰੀਰ ਤੋਂ ਕੰਮ ਲੈਂਦੇ ਆ ਨਾ, ਉਨਾ ਸਰੀਰ ਦੇ ਉੱਪਰ ਕਦੇ ਪੈਸਾ ਨਹੀਂ ਲਾਉਂਦੇ। ਲਾ ਕੇ ਦੇਖ ਲਓ, ਅਸੀਂ ਹੋਰ ਵਾਧੂ ਖਰਚੇ ਬਹੁਤ ਕਰ ਲੈਂਦੇ ਹਾਂ। ਕੋਈ ਫਰਕ ਨਹੀਂ ਪੈਂਦਾ ਸਾਲ 'ਚ ਇੱਕ ਵਾਰੀ ਬਲੱਡ ਦੇਣ ਨਾਲ, ਕਿਉਂਕਿ ਇੱਥੇ ਤਾਂ ਪੌਣ ਪਾਣੀ ਮੌਸਮ ਦਾ ਬਹੁਤ ਫਰਕ ਆ। ਜਦੋਂ ਸਾਡੇ ਤਾਂ ਅਸੀਂ ਤਾਂ ਦਿੰਦੇ ਹੀ ਆ ਤੇ ਫੇਰ ਵੀ, ਪਰ ਇਹਦੇ ਨਾਲ ਥੋੜੀ ਇੱਕ ਵਾਰੀ ਚੈੱਕਅਪ ਜ਼ਰੂਰ ਹੋ ਜਾਂਦੀ ਆ। ਆਪਾਂ ਸਾਲ 'ਚ ਟਰੈਕਟਰ ਵੀ ਇੱਕ ਵਾਰੀ ਮਿਸਤਰੀ ਦੇ ਲਾਈ ਜਾਈਦਾ ਆਪਣੇ ਹਾੜੀ ਕਿਸਾਉਣੀ ਤੋਂ ਪਹਿਲਾਂ, ਹਨਾ, ਉਹਨੂੰ ਵੀ ਚੈੱਕ ਕਰਾ ਲਈਦਾ। ਤੇ ਸਰੀਰ ਹੈ ਜੀ ਅਕਸਰ ਨੂੰ, ਮੇਰੀ ਸਰੂਖ ਸਿੰਘ ਉਹਨਾਂ ਨਾਲ ਵੀ ਗੱਲ ਹੋਈ ਸੀ, ਉਹਨਾਂ ਨੇ ਕਿਹਾ ਬਹੁਤ ਵਧੀਆ ਤੁਹਾਡੇ ਵਿਚਾਰ ਨੇ, ਚਲੋ ਗਾਹਾਂ ਤੋਂ ਜ਼ਰੂਰ ਖਿਆਲ ਰੱਖਾਂਗੇ। ਬਾਕੀ ਤਾਂ ਪਤਾ ਨਹੀਂ ਕਿਹਦਾ ਕਦੋਂ ਕਿਸੇ ਨੇ ਜਾਣਾ ਜੀ, ਆਪਾਂ ਨਹੀਂ ਪਤਾ। ਮੈਂ ਤੁਹਾਡੇ ਨਾਲ ਪਰ ਫਿਰ ਵੀ ਚਲੋ ਜਿੰਨਾ ਕਿ ਸਿਹਤ ਦਾ ਧਿਆਨ ਰੱਖਿਆ, ਬਹੁਤ ਅਵੇਅਰਨੈਸ ਹੈ ਟਵਾਣਾ ਸਾਹਿਬ, ਬਹੁਤ ਅਵੇਅਰਨੈਸ ਇਸ ਗੱਲ ਦੀ। ਕੀ ਹੋਇਆ, ਇਹ ਦੋ ਨਾ ਸਾਡੇ ਸਾਇਲੈਂਟ ਕਿਲਰ ਨੇ ਟਵਾਣਾ ਸਾਹਿਬ, ਹਾਈ ਬਲੱਡ ਪ੍ਰੈਸ਼ਰ ਤੇ ਕੋਲੇਸਟ੍ਰੋਲ। ਇਹ ਸਾਨੂੰ ਪਤਾ ਨਹੀਂ ਲੱਗਦਾ, ਸਾਨੂੰ ਤਕਲੀਫ ਨਹੀਂ ਦਿੰਦੇ, ਪਤਾ ਉਦੋਂ ਹੀ ਲੱਗਦਾ ਜਦੋਂ ਬਹੁਤ ਖਤਰਨਾਕ ਹੈ। ਵੀ ਕੁਛ ਨਹੀਂ ਜੇ ਤੁਹਾਨੂੰ, ਮਤਲਬ ਹੁਣ ਦੇਖੋ ਆਪਣਾ ਪੋਲੇ ਮਾਜਰਾ ਸਾਹਿਬ ਦਾ ਬੇਟਾ ਵੀ ਇਦਾਂ ਹੀ ਆ, ਮਤਲਬ ਹਾਈਪਰਟੈਂਸ਼ਨ ਇੱਕਦਮ ਬਲੱਡ ਪ੍ਰੈਸ਼ਰ ਸ਼ੂਟ ਕਰ ਗਿਆ, ਹੈ ਨਾ। ਨਾਲੇ ਕੋਈ ਮਹਿੰਗੀ ਦਵਾਈ ਨਹੀਂ ਜੀ। ਜੇ ਗੋਲੀ ਡਾਕਟਰ ਲਾ ਵੀ ਦੇਣਗੇ ਕਿ ਛੋਟੀ ਜੀ ਗੋਲੀ ਹੈ, ਕੋਈ ਤੁਹਾਨੂੰ ਉਹਦਾ ਸਾਈਡ ਇਫੈਕਟ ਨਹੀਂ, ਕੋਈ ਉਹਦਾ ਆਈ ਨਹੀਂ ਵੀ ਸਵੇਰੇ ਖਾ ਲਈ ਤੁਹਾਡਾ ਕੋਈ ਬਲੱਡ ਪ੍ਰੈਸ਼ਰ ਵੱਧ ਜੂ ਘਟ ਜੂ। ਉਹ ਤੁਹਾਡੇ ਸਿਸਟਮ ਨੂੰ ਕੰਟਰੋਲ ਕਰਦੀ ਹੈ। ਇਹ ਮੇਰਾ ਹੱਥ ਬੰਨ ਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ, ਆਪਾਂ ਪਰਿਵਾਰ ਜੁੜੇ ਹੋਏ ਆ। ਬੜਾ ਦੁੱਖ ਲੱਗਦਾ ਕੋਈ ਵੀ ਜਾਂਦਾ, ਚਾਹੇ ਨਹੀਂ ਜਾਣਦੇ ਮਿਲਦੇ, ਪਰ ਕੀ ਕਰੀ। ਮੈਂ ਉਦੋਂ ਵੀ ਕਹਿ ਸੀ ਜੀ, ਖਿਆਲਾਂ 'ਚ ਪਿਕਚਰਾਂ ਬਣਾਈ ਰੱਖਦੇ ਹੁੰਦੇ ਆ। ਸਾਰਿਆਂ ਦਾ ਪਿਆਰ ਆਉਂਦਾ, ਕੋਈ ਨਹੀਂ ਵੀ ਮੈਸੇਜ ਕਰਦਾ, ਕਾਲ ਨਹੀਂ ਕਰਦਾ, ਫਿਰ ਵੀ ਮਿਸ ਕਰੀ ਰਿਹਾ। ਦੇਖੋ ਰਘਵੀਰ ਭਾਜੀ ਜਦੋਂ ਇੱਥੇ ਇੰਗਲੈਂਡ ਆ ਗਏ, ਕਈ ਵਾਰ ਉਹਨਾਂ ਨੇ ਕਾਲ ਨਹੀਂ ਕਰੀ। ਮੈਂ ਕਿਹਾ ਵੀ ਪਤਾ ਨਹੀਂ ਕਿੱਧਰ ਚਲੇ ਗਏ। ਨਹੀਂ, ਉਹ ਜ਼ਰੂਰੀ ਨਹੀਂ ਕਿ ਅਸੀਂ ਮਿਲੀਏ, ਸਾਡੀਆਂ ਸਾਂਝਾਂ ਆਸਟ੍ਰੇਲੀਆ ਦਾ ਤੇ ਇੰਗਲੈਂਡ ਦਾ। ਹਾਂਜੀ, ਤੇ ਪਲੀਜ਼ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਇੱਕ ਵਾਰੀ ਜ਼ਰੂਰ ਆਪਦਾ ਬਲੱਡ ਚੈੱਕ ਜ਼ਰੂਰ ਕਰਾਇਆ ਕਰੋ। ਕੋਈ ਫਰਕ ਨਹੀਂ ਪੈਂਦਾ ਹੈਗਾ। ਜਾ ਕੇ ਦੇਖ ਲਓ ਸਾਲ 'ਚ ਕਿੰਨੇ ਪੈਸੇ ਆਪਾਂ ਖਰਚ ਦਿੰਦੇ ਆ ਤੇ ਇਹਦੇ ਕਿੰਨੇ ਕੁ ਲੱਗਦੇ ਨੇ, ਇਹ ਨਹੀਂ ਖਰਚ ਸਕਦੇ ਜੀ ਅਸੀਂ। ਤੇ ਇਹ ਮੇਰੀ ਬੇਨਤੀ ਹੈ ਜੀ, ਬਸ ਇਹੀ ਮੈਂ ਕਾਲ ਕਰੀ। ਥੈਂਕ ਯੂ, ਮਿਹਰਬਾਨੀ ਮੈਂ ਜੀ, ਥੈਂਕ ਯੂ। ਸੋ ਬਾਕੀ ਤਾਂ ਇਸ ਚੀਜ਼ ਦਾ ਕੋਈ ਭੇਦ ਨਹੀਂ ਹੈ, ਤੇ ਪਰ ਫਿਰ ਵੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜਿੰਨਾ ਵੀ ਅਸੀਂ ਆਪਣੇ ਖਾਣ ਪਾਣ, ਸਿਹਤ ਤੇ ਧਿਆਨ ਰੱਖੀਏ। ਫਾਲਤੂ ਜਿਹੜੀਆਂ ਟੈਨਸ਼ਨਸ ਨੇ, ਫੇਸਬੁੱਕ ਹੈ, ਸੋਸ਼ਲ ਸਾਈਟਸ ਹੈ,
ਅਸੀਂ ਜਿਸ ਤਰ੍ਹਾਂ ਹਾਈਪਰ ਹੁੰਨੇ ਆ, ਇੱਕ ਦੂਸਰੇ ਦੇ ਖਿਲਾਫ ਗੰਦ ਬਕਦੇ ਆ, ਗੰਦ ਝੱਲਦੇ ਆ, ਇਹ ਬਹੁਤ ਸਾਰੇ ਕਾਰਨ ਬਣਦੇ ਨੇ। ਜ਼ਿੰਦਗੀ ਅੱਗੇ ਗਰੀਬੀ ਗੁਰਬਤ 'ਚ ਵੀ ਸੋਹਣੀ ਚੜ੍ਹਦੀ ਕਲਾ ਵਾਲੀ ਹੁੰਦੀ ਹੈ, ਠੀਕ ਹੈ, ਬਿਮਾਰੀ ਹੈ, ਇਸ ਦਾ ਕੋਈ ਵਸ ਨਹੀਂ ਹੁੰਦਾ, ਪਰ ਕਈ ਚੀਜ਼ਾਂ ਨੇ ਨਾ ਜਿਹੜੀਆਂ ਉਹ ਫਿਰ ਵੀ ਸਾਡੇ ਹੱਥ ਵੱਸ ਹੁੰਦੀਆਂ ਨੇ, ਉਹਨਾਂ ਕੁ ਜ਼ਰੂਰ ਮਤਲਬ ਕਰਨਾ ਚਾਹੀਦਾ ਹਰ ਇੱਕ ਨੂੰ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਹੁਣ ਇੱਥੇ ਹੀ ਦਿਓ ਆਗਿਆ। ਸਵੇਰੇ ਫਿਰ 7 ਵਜੇ ਤੁਹਾਡੇ ਨਾਲ ਹੁੰਦੀ ਹੈ ਮੁਲਾਕਾਤ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ, ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਬਾਈ ਹਰਵਿੰਦਰ ਸਿੰਘ ਹੋਰਾਂ ਦੇ ਪਰਿਵਾਰ ਨੂੰ ਜ਼ਰੂਰ ਪਾਣਾ ਮੰਨਣ ਦਾ ਬਲ ਬਖਸ਼ੇ। ਇਹਨਾਂ ਬੇਨਤੀਆਂ ਦੇ ਨਾਲ ਆਪ ਸਭ ਤੋਂ ਆਗਿਆ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।